ਇਹ ਹੁਣ ਤੱਕ ਦੀ ਜਿਹੜੇ ਪੋਸਟਿੰਗ ਰਹੀ ਹੈ ਕਿੱਥੇ ਕਿਸ ਤਰੀਕੇ ਨਾਲ ਕੰਮ ਕਰਦੇ ਰਹੇ ਹੋ ਤੇ ਜਿਹੜੇ ਮਹਿਕਮੇ ਦੇ ਵਿੱਚ ਕਿਸ ਤਰੀਕੇ ਨਾਲ ਤੁਹਾਡਾ ਪਹੁੰਚਣਾ ਹੋਇਆ ਹੈਗਾ? ਮਹਿਕਮੇ ਦੇ ਵਿੱਚ ਮੈਂ ਪਹਿਲਾਂ ਬਤੌਰ ADTO ਮੈਂ ਜੁਆਇਨ ਕੀਤਾ ਸੀ ਮਹਿਕਮੇ। ਕਾਫੀ ਜਿਹੜਾ ਹੈਗਾ ਲੋਕਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ, ਕਾਫੀ ਸਰਕਾਰਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਹਰੇਕ ਆਫੀਸਰ ਸੀਨੀਅਰ ਆਫੀਸਰਸ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ। ਇਹ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਮੇਰੇ ਹਿਸਾਬ ਨਾਲ ਇੱਕ ਤਾਂ ਆਪਣੇ ਪੱਧਰ ਤੇ। ਬਿਲਕੁਲ ਉਹਦੇ 'ਚ ਹੈ ਜੀ ਜਿਹੜਾ ਰੁਤਬਾ ਵੀ ਮਾਣਿਆ ਹੈਗਾ, ਲੋਕਾਂ ਨੂੰ ਸੇਵਾਵਾਂ ਵੀ ਵਧੀਆ ਦਿੱਤੀਆਂ ਹੈਗੀਆਂ। ਔਰ ਜਿਹੜਾ ਆਪਾਂ ਤੁਸੀਂ ਗੱਲ ਕੀਤੀ ਹੈ ਕਿ ਲੋਕ ਰੁਕ ਜਾਂਦੇ ਸੀ ਜਾਂ ਰਸਤਾ ਚੇਂਜ ਕਰ ਲੈਂਦੇ ਸੀ ਵੀ DTO ਖੜਾ ਜਾਂ RTA ਖੜਾ ਜਾਂ ਕੋਈ ਵੀ ਚੈਕਿੰਗ ਅਧਿਕਾਰੀ ਖੜਾ, ਬੇਸ਼ੱਕ ਕੋਈ ਪੁਲਿਸ ਆਫੀਸਰ ਖੜਾ ਹੈ, ਤੇ ਖਾਸ ਤੌਰ ਤੇ ਨਾ ਜ਼ਿਆਦਾ DTO ਹੀ ਚੱਲਦਾ ਸੀ ਵੀ ਵੀ DTO ਅੱਗੇ ਖੜਾ ਤੇ ਉਹ ਟਰੱਕਾਂ ਵਾਲੇ ਦੂਰੋਂ ਹੀ ਉਹ ਦਿੰਦੇ ਸੀ ਇਸ਼ਾਰਾ ਪੈਨ ਦਾ ਤੇ ਉਹ ਪਿੱਛੇ ਲਾਈਨਾਂ ਲੱਗ ਜਾਣੀਆਂ। ਮੰਨ ਲਓ ਜੇ ਫਿਰੋਜ਼ਪੁਰ ਖੜਿਆ ਤੇ ਬੀਕਾਨੇਰ ਤੱਕ ਪਤਾ ਹੁੰਦਾ ਸੀ ਵੀ DTO ਖੜ ਗਿਆ, ਵੀ DTO ਫਿਰੋਜ਼ਪੁਰ 7 ਨੰਬਰ ਚੁੰਗੀ ਤੇ ਖੜਾ। ਪਰ ਉਹਦੇ 'ਚ ਮੈਂ ਇਹ ਦੱਸਣਾ ਚਾਹਣਾ ਤੁਹਾਡੇ ਆਪਣੇ ਇਸ ਚੈਨਲ ਦੇ ਰਾਹੀਂ ਕਿ ਜਿਹਦੇ ਕੋਲੇ ਡਾਕੂਮੈਂਟਸ ਕੰਪਲੀਟ ਆ, ਗੱਡੀ ਉਹਦੀ ਅੰਡਰ ਲੋਡ ਚੱਲ ਰਹੀ, ਨਿਯਮਾਂ ਮੁਤਾਬਕ ਚੱਲ ਰਹੀ ਹੈਗੀ, ਤਾਂ ਉਹਨੂੰ ਬਿਲਕੁਲ ਡਰਨ ਦੀ ਲੋੜ ਨਹੀਂ। ਪੋਸਟ ਖਤਮ ਕਰਨੀ ਕੀ ਸਹੀ ਫੈਸਲਾ ਸੀਗਾ ਜਾਂ ਗਲਤ ਫੈਸਲਾ ਸੀ, ਤੇ ਉਹਦੀ ਥਾਂ ਪੋਸਟ ਨਵੀਂ ਲਿਆਂਦੀ RTA ਦੀ, ਕਿ ਉਹ 'ਤੇ ਭਰਤੀਆਂ ਪੂਰੀਆਂ ਹੋ ਗਈਆਂ ਜਾਂ ਨਹੀਂ ਹੋਈਆਂ? ਉਹਦੇ 'ਚ ਜਿਹੜਾ ਮੇਰਾ ਨਿੱਜੀ ਤਜਰਬਾ ਹੈ, ਜਦੋਂ ਇਹ ਚੇਂਜ ਹੋਇਆ ਹੈਗਾ ਉਦੋਂ ਮੈਂ DTO ਫਾਜ਼ਿਲਕਾ ਕੰਮ ਕਰ ਰਿਹਾ ਸੀ, ਜਦੋਂ DT ਦੇ ਪੋਸਟ ਖਤਮ ਕੀਤੀ ਆ। ਜਦੋਂ ਅਸੀਂ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਤਾਂ ਇੱਕ ਚਰਚਾ ਹਮੇਸ਼ਾ ਰਹੀ ਖਜ਼ਾਨਾ ਖਾਲੀ ਹੋ ਗਿਆ ਜੀ, ਖਜ਼ਾਨਾ ਖਾਲੀ ਹੋ ਗਿਆ। ਹੁਣ ਜਿਹੜਾ ਕਮਾਊ ਪੁੱਤ ਹੈ ਜੇ ਉਹੀ ਅਰਨਿੰਗ ਕਰਕੇ ਨਹੀਂ ਦਊਗਾ ਤਾਂ ਨੁਕਸਾਨ ਤਾਂ ਆਪਣੇ ਆਪ ਹੋਊਗਾ ਉਸ ਦਾ। ਬਿਲਕੁਲ ਬਿਲਕੁਲ। ਅੱਛਾ, ਦੂਸਰੀ ਗੱਲ, ਚਲੋ ਅਰਨਿੰਗ ਵੀ ਘੱਟ ਹੋ ਰਹੀ ਹੈ, ਫਿਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕਮਰਸ਼ੀਅਲ ਕੰਮ ਆ ਉਹ ਸਿਰਫ RTA 'ਚ ਹੀ ਹੋਏਗਾ, ਤੇ DTO ਦੀ ਪੋਸਟ ਖਤਮ ਕਰਕੇ SDM ਸਾਹਿਬਾਨ ਨੂੰ ਕੰਮ ਦਿੱਤਾ। ਹੁਣ SDM ਜਿਹੜੇ ਹੈਗੇ ਆ ਨੌਨ ਕਮਰਸ਼ੀਅਲ ਕੰਮ ਕਰ ਸਕਦੇ ਆ, ਕਮਰਸ਼ੀਅਲ ਕੰਮ ਕਰਨ ਦਾ ਅਧਿਕਾਰ SDM ਕੋਲੇ ਹੈ ਨਹੀਂ। ਜੇ ਮੰਨ ਲਓ ਵੀ ਤੁਸੀਂ ਲਾਇਸੈਂਸ ਬਣਾਉਣਾ ਹੈਗਾ, ਹੈਵੀ ਲਾਇਸੈਂਸ ਜਾਂ ਕਮਰਸ਼ੀਅਲ ਲਾਇਸੈਂਸ ਬਣਾਉਣਾ ਹੈਗਾ, ਤੁਹਾਨੂੰ SDM ਨਹੀਂ ਬਣਾ ਕੇ ਦੇ ਸਕਦਾ, ਉਹ RTA ਨਹੀਂ ਬਣਾਉਣਾ। ਹੁਣ ਪਿੱਛੇ ਜੇ ਇੱਕ ਫੈਸਲਾ ਇਹ ਲਿਆ ਗਿਆ ਕਿ ਤਮਾਮ ਔਰਤਾਂ ਜਿਹੜੀਆਂ ਨੇ ਪੰਜਾਬ ਦੀਆਂ, ਉਹਨਾਂ ਨੂੰ ਬੱਸਾਂ ਦੇ ਵਿੱਚ ਸਫ਼ਰ ਫਰੀ, ਆਪਣਾ ਆਧਾਰ ਕਾਰਡ ਦਿਖਾਓ ਤੇ ਫ੍ਰੀ ਸਫ਼ਰ ਕਰੋ। ਇਹ ਫੈਸਲਾ ਤੁਸੀਂ ਨਿੱਜੀ ਤੌਰ ਤੇ, ਜਿਵੇਂ ਕਿਉਂਕਿ ਰਹੇ ਹੋ ਇਸ ਡਿਪਾਰਟਮੈਂਟ ਦੇ ਵਿੱਚ ਵਿਚਰਦੇ ਰਹੇ ਹੋ, ਇਹ ਫੈਸਲਾ ਲਾਹੇਵੰਦ ਸਾਬਿਤ ਹੋਇਆ ਜਾਂ ਨੁਕਸਾਨ ਵਾਲਾ ਬਣਿਆ? ਤੇ ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ? ਕਿ ਪੋਲੀਟੀਕਲ ਫੈਸਲਾ ਵੋਟਾਂ ਲੈਣ ਲਈ ਕੀਤਾ ਗਿਆ ਜਾਂ ਫਿਰ ਅਫਸਰਸ਼ਾਹੀ ਵੀ ਜ਼ਿੰਮੇਵਾਰ ਹੈ? ਨਿਰੋਲ ਪੋਲੀਟੀਕਲ। ਇਹ 'ਚ ਆਪਾਂ ਜੇ ਗੱਲ ਕਰੀਏ ਤਾਂ ਇੱਕ ਤਾਂ ਇਹ ਹੈਗਾ ਵੀ ਕੋਈ ਵੀ ਔਰਤ ਜਿਹੜੇ ਟਰੈਵਲ ਕਰਦੀ ਆ ਤੇ ਉਹਨੇ ਆਪਦਾ ਆਧਾਰ ਕਾਰਡ ਦਿਖਾਉਣਾ ਤੇ ਉਹਨੂੰ ਕਿਸੇ ਟਿਕਟ ਦੀ ਲੋੜ ਨਹੀਂ, ਤੇ ਉਹ ਫ੍ਰੀ ਆਫ ਕਾਸਟ ਜਿਹੜਾ ਹੈਗਾ ਉਹ ਬੀਬੀ ਸਫ਼ਰ ਕਰ ਸਕਦੀ। ਇੱਕ ਤਾਂ ਉਹਦੇ ਨਾਲ ਇਹ ਹੋ ਗਿਆ ਕਿ ਸਵਾਰੀ, ਲੇਡੀ ਸਵਾਰੀ ਬੱਸਾਂ ਦੇ ਵਿੱਚ ਵੱਧ ਗਈ। ਇਹ ਵੀ ਜ਼ਿਕਰ ਚੱਲ ਪੈਂਦਾ, ਕਹਿੰਦੇ ਕਿ ਪਬਲਿਕ ਟਰਾਂਸਪੋਰਟ ਜਿਹੜੀ ਹੁੰਦੀ ਆ ਉਹਨੂੰ ਉਤਸ਼ਾਹਿਤ ਕਰਨ ਦੇ ਲਈ ਇਦਾਂ ਦੇ ਫੈਸਲੇ ਲਿਆ ਗਿਆ। ਪਰ ਮੈਨੂੰ ਲੱਗਦਾ ਕਿ ਇਹ ਪਬਲਿਕ ਟਰਾਂਸਪੋਰਟ ਉਤਸ਼ਾਹਿਤ ਹੋ ਰਹੀ ਹੈ ਇਹਦੇ ਨਾਲ, ਜਾਂ ਇਹਦੇ ਨਾਲ ਉਲਟਾ ਅਸਰ ਹੋ ਰਿਹਾ ਇਹਦੇ ਨਾਲ? ਨਹੀਂ, ਇਹਦੇ ਨਾਲ ਗਲਤ ਅਸਰ ਹੋ ਰਿਹਾ ਜੀ। ਤੁਸੀਂ ਦੇਖੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਇਹ ਡੇ ਬਾਏ ਡੇ ਨੁਕਸਾਨ ਹੋ ਰਿਹਾ। ਕਿ ਕਈ ਵੇਲੇ ਅਫਸਰ ਜਿਹੜੇ ਹੁੰਦੇ ਨੇ ਉਹ ਆਪਣੇ ਪੱਧਰ ਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਨੇ, ਪਰ ਕਈ ਵੇਲੇ ਸਰਕਾਰ ਦੇ ਉੱਪਰ ਜਿਹੜੇ ਵੱਡੇ ਵੱਡੇ ਆਗੂ ਹੁੰਦੇ ਨੇ ਉਹੀ ਇੱਦਾਂ ਦਾ ਦਬਾਅ ਬਣਾ ਦਿੰਦੇ ਨੇ ਕਿ ਉਹਨਾਂ ਤੋਂ ਮਜਬੂਰੀ ਗਲਤ ਕੰਮ ਕਰਵਾਇਆ ਜਾਂਦਾ। ਕਹਿੰਦੇ ਕਿ ਬੜੇ DTO ਅੰਡਰਸਟੈਂਡਿੰਗ ਕਰ ਲੈਂਦੇ ਸੀ ਵੀ ਬੱਸਾਂ ਵਾਲੇ ਸਿੱਧਾ ਪੈਸਾ ਪਹੁੰਚਾਉਂਦੇ ਸੀ ਜਾਂ ਟਰੱਕ ਡਰਾਈਵਰ ਸਿੱਧਾ ਪੈਸਾ ਪਹੁੰਚਾਉਂਦੇ ਸੀਗੇ। ਇਹ ਵੀ ਕਹਿੰਦੇ ਬੜੀ ਅੰਡਰਸਟੈਂਡਿੰਗ ਰਹੀ ਹੈ ਪਹਿਲਾਂ। ਅੱਛਾ ਜੀ, ਇੱਕ ਨਾ ਚਲੋ ਆਪਾਂ ਪੋਲੀਟੀਕਲੀ ਗੱਲ ਜੇ ਛੇੜੀ ਆ ਤਾਂ ਉਹਦੇ 'ਚ ਕੀ ਹੈ ਕਿ ਮੈਂ ਆਪਣੀ ਹੱਡ ਬੀਤੀ ਮੈਂ ਤੁਹਾਨੂੰ ਦੱਸਦਾ ਹੈਗਾ ਕਿ ਪੋਲੀਟੀਸ਼ੀਅਨ 'ਤੇ ਡਿਪੈਂਡ ਕਰਦਾ। ਕੁਛ ਤਾਂ ਇਸ ਤਰ੍ਹਾਂ ਦੇ ਵੀ ਹੁੰਦੇ ਆ ਵੀ ਭਾਈ ਮੈਂ ਕਹਤਾ ਨਾ ਇਹ ਮੇਰਾ ਹੁਕਮ ਹੈ, ਕੰਮ ਹੋਣਾ ਚਾਹੀਦਾ, ਗਲਤ ਠੀਕ ਜੋ ਕਹਤਾ ਇਹ ਮੈਨੂੰ ਪਤਾ ਜੀ ਕਰਕੇ ਦਿਓ। ਬਿੱਲ ਕਹਿੰਦੇ ਲੱਖ ਰੁਪਏ ਦਾ ਹੁੰਦਾ, ਸਮਾਨ ਵਿੱਚ 5 ਲੱਖ ਦਾ ਲੱਗਿਆ ਹੁੰਦਾ, ਤੇ ਇਹ ਬਹੁਤ ਵੱਡੇ ਪੱਧਰ ਤੇ ਕਹਿੰਦੇ ਪੁਲਿਸ ਵਾਲਿਆਂ ਨਾਲ ਅੰਡਰਸਟੈਂਡਿੰਗ ਹੋਈ ਹੁੰਦੀ, ਇਸੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਫੜਨੀ ਹੁੰਦੀਆਂ ਜਾਂ ਅਫਸਰਾਂ ਨਾਲ ਵੀ ਅੰਡਰਸਟੈਂਡਿੰਗ ਹੋਈ ਹੁੰਦੀ ਹੈ। ਉਹਦੇ 'ਚ ਵੀਰ ਜੀ ਇਹ ਆ ਕਿ ਸਿੱਧੇ ਤੌਰ ਤੇ ਜਿਵੇਂ ਕੋਈ GST ਚੋਰੀ ਕਰਦਾ ਹੈਗਾ ਜਾਂ ਮਤਲਬ ਕੋਈ ਵੀ ਟੈਕਸ ਚੋਰੀ ਕਰਕੇ ਬੰਦਾ ਚੱਲ ਰਿਹਾ ਹੈਗਾ, ਉਹਨੂੰ ਸਿੱਧੇ ਤੌਰ ਤੇ ਕਾਰਵਾਈ ਕਿਸੇ RTA ਦੇ ਕੋਲੇ ਜਾਂ DTO ਪਹਿਲਾਂ ਸੀ ਹੁਣ RTO, ਉਹਨਾਂ ਦੇ ਕੋਲੇ ਕੋਈ ਅਧਿਕਾਰ ਨਹੀਂ ਕਿ ਉਹਦੇ ਖਿਲਾਫ ਕਾਰਵਾਈ ਕਰ ਦੇਣੀ। GST ਨਹੀਂ ਭਰਿਆ ਹੋਇਆ, ਅਸੀਂ ਦੇਖਣਾ ਹੈਗਾ ਕਾਗਜ਼ ਪੂਰੇ ਆ, ਹਾਂ ਕਾਗਜ਼ ਦੇਖਣੇ ਆ, ਗੱਡੀ ਦੀ ਫਿਟਨੈਸ ਦੇਖਣੀ ਆ, ਲੋਡ ਕੀ ਆ, ਅੰਡਰ ਲੋਡ ਆ, ਜਾਂ ਕੋਈ ਵੀ ਇਹਨੇ ਰੋਡ ਤੇ ਚੱਲਣ ਦੇ ਫਿੱਟ ਹੈਗੀ ਹੈ ਗੱਡੀ, ਤਾਂ ਉਹ ਅਸੀਂ ਚੈਕਿੰਗ ਕਰਨੀ ਆ। ਜੇ ਕੋਈ ਇਸ ਤਰ੍ਹਾਂ ਦਾ ਉਹਨੂੰ ਪੁੱਛਣਾ ਪੈਂਦਾ ਵੀ ਮਾਲ ਕੀ ਹੈ।
ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਅਫਸਰਸ਼ਾਹ ਲੈ ਕੇ ਹਾਜ਼ਰ ਹਾਂ। ਦੋਸਤੋ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਕਿ ਇਦਾਂ ਦੇ ਮਸਲੇ ਤੇ ਚਰਚਾ ਕੀਤੀ ਜਾਵੇ ਕਿ ਜਿਹਦੇ ਵਿੱਚ ਉਹ ਸਮਝ ਆਵੇ ਕਿ ਆਖਰਕਾਰ ਪੰਜਾਬ ਇਹਨਾਂ ਹਾਲਾਤਾਂ 'ਚ ਪਹੁੰਚਾ ਕਿਉਂ, ਕਿੱਥੇ ਕਮੀਆਂ ਰਹੀਆਂ, ਕਿ ਸਾਡੀ ਪੋਲੀਟੀਕਲ ਕਲਾਸ ਦੇ ਫੈਸਲੇ ਗਲਤ ਸੀ ਜਾਂ ਸਾਡੀ ਜਿਹੜੀ ਅਫਸਰਸ਼ਾਹੀ ਸੀ ਉਹਨੇ ਪੰਜਾਬ ਦੇ ਨਾਲ ਧਰੋ ਕਮਾਇਆ ਹੈਗਾ। ਅਸੀਂ ਬਹੁਤ ਚੀਜ਼ਾਂ ਬਰੀਕੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਵੱਖ-ਵੱਖ ਅਹੁਦਿਆਂ ਤੇ ਜਿਹੜੇ ਅਫਸਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਵੱਖ-ਵੱਖ ਥਾਵਾਂ ਤੇ ਜਿਹੜੇ ਲੋਕ ਪੰਜਾਬ ਦੇ ਹਿੱਤ ਲਈ ਕੰਮ ਕਰਦੇ ਰਹੇ ਨੇ ਉਹਨਾਂ ਤੱਕ ਜਾ ਕੇ ਪਹੁੰਚ ਕਰਕੇ ਉਹਨਾਂ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਰਕਾਰ ਪੰਜਾਬ ਇਹਨਾਂ ਹਾਲਾਤਾਂ 'ਚ ਕਿਉਂ ਪਹੁੰਚਾ ਕਿ ਅੱਜ ਲੋਕ ਜਾਂ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਉਚੇਚੇ ਤੌਰ ਤੇ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਇੱਕ ਅਜਿਹੇ ਅਫਸਰ ਦੇ ਨਾਲ ਜਿਹੜੇ ਟਰਾਂਸਪੋਰਟ ਮਹਿਕਮੇ ਦੇ ਵਿੱਚ ਉਚੇਚੇ ਤੌਰ ਤੇ ਬੜੀ ਨਜ਼ਦੀਕੀ ਤੋਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਰਹੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਕੇ ਸਮਝਾਂਗੇ ਕਿ ਆਖਿਰਕਾਰ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਨੇ ਉਹ ਕਿਸ ਤਰੀਕੇ ਨਾਲ ਸਮਝਦੇ ਨੇ ਕਿ ਕਿੱਥੇ-ਕਿੱਥੇ ਕਿਹੜੀਆਂ-ਕਿਹੜੀਆਂ ਕਮੀਆਂ ਰਹੀਆਂ। ਸਾਡੇ ਨਾਲ ਗੁਰਚਰਨ ਸਿੰਘ ਸੰਧੂ ਹੋਣਗੇ, ਆਰਟੀਏ ਰਹੇ ਨੇ, ਵੱਖ-ਵੱਖ ਮਹਿਕਮਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੀਟੀਏ ਦੇ ਵਜੋਂ ਵਿਚਰਦੇ ਰਹੇ ਨੇ, ਚਾਹੇ ਅਸੀਂ ਫਿਰੋਜ਼ਪੁਰ ਦੀ ਗੱਲ ਕਰ ਲਈਏ, ਫਾਜ਼ਿਲਕਾ ਦੀ ਗੱਲ ਕਰ ਲਈਏ, ਸੰਗਰੂਰ ਦੀ ਗੱਲ ਕਰ ਲਈਏ, ਮਾਨਸਾ ਜਾਂ ਮੋਗਾ ਡੀਟੀਓ ਰਹੇ ਨੇ ਤੇ ਆਰਟੀਏ ਬਣ ਕੇ ਰਿਟਾਇਰ ਹੋਏ ਨੇ ਤੇ ਉਸ ਤੋਂ ਬਾਅਦ ਹੁਣ ਇਸ ਵੇਲੇ ਕਿਸ ਤਰੀਕੇ ਨਾਲ ਵਿਚਰ ਰਹੇ ਨੇ। ਬਹੁਤ ਸਾਰੀਆਂ ਚੀਜ਼ਾਂ ਇਹਨਾਂ ਤੋਂ ਸਮਝਣ ਵਾਲੀ ਹੈਗੀ ਕਿ ਟਰਾਂਸਪੋਰਟ ਮਹਿਕਮਾ ਖਾਸ ਕਰਕੇ, ਕਿਉਂਕਿ ਕਹਿੰਦੇ ਹੁੰਦੇ ਕਿ ਕਮਾਊ ਪੁੱਤ ਮਹਿਕਮੇ ਹੁੰਦੇ ਨੇ ਕਈ ਪੰਜਾਬ ਦੀ ਸਰਕਾਰ ਦੇ ਜਾਂ ਸਰਕਾਰਾਂ ਦੇ, ਕਿ ਉਹ ਮਹਿਕਮੇ ਕਿਸ ਤਰੀਕੇ ਨਾਲ ਕੰਮ ਕਰ ਰਹੇ ਨੇ, ਨਿਗਾਰ ਵੱਲਾਂ ਕਿਉਂ ਜਾ ਰਹੇ ਨੇ। ਬਹੁਤ ਸਾਰੀਆਂ ਚੀਜ਼ਾਂ ਨੇ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੰਤ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ ਜੀ। ਸ਼ੁਕਰੀਆ, ਧੰਨਵਾਦ। ਸੰਤ ਸਾਹਿਬ, ਮੈਂ ਸ਼ੁਰੂਆਤ ਦੇ ਵਿੱਚ ਜਿਵੇਂ ਜ਼ਿਕਰ ਕੀਤਾ ਕਿ ਪੰਜਾਬ ਇਹਨਾਂ ਹਾਲਾਤਾਂ 'ਚ ਪਹੁੰਚਾ ਕਿਉਂ, ਇਸ ਬਾਬਤ ਅਸੀਂ ਚਰਚਾ ਕਰਨੀ, ਪਰ ਸਭ ਤੋਂ ਪਹਿਲਾਂ ਤੁਹਾਡੇ ਹੁਣ ਤੱਕ ਦੇ ਇਸ, ਕਿਉਂਕਿ ਤੁਸੀਂ ਲੰਮਾ ਸਮਾਂ ਅਫਸਰੀ ਕਰਦੇ ਰਹੇ ਹੋ, ਡੀਟੀਓ ਦੇ ਵਜੋਂ ਵਿਚ ਰਹੇ ਹੋ, ਆਰਟੀਏ ਬਣ ਕੇ ਰਿਟਾਇਰ ਹੋਏ ਹੋ, ਇਹ ਹੁਣ ਤੱਕ ਦੀ ਜਿਹੜੇ ਪੋਸਟਿੰਗ ਰਹੀ ਹੈ ਕਿੱਥੇ-ਕਿੱਥੇ ਕਿਸ ਤਰੀਕੇ ਨਾਲ ਕੰਮ ਕਰਦੇ ਰਹੇ ਹੋ, ਜੇ ਜਿਹੜੇ ਮਹਿਕਮੇ ਦੇ ਵਿੱਚ ਕਿਸ ਤਰੀਕੇ ਨਾਲ ਤੁਹਾਡਾ ਪਹੁੰਚਣਾ ਹੋਇਆ ਹੈਗਾ? ਮਹਿਕਮੇ ਦੇ ਵਿੱਚ ਮੈਂ ਪਹਿਲਾਂ ਬਤੌਰ ਏਡੀਟੀਓ ਮੈਂ ਜੁਆਇਨ ਕੀਤਾ ਸੀ ਮਹਿਕਮਾ ਜੀ। ਉਸ ਤੋਂ ਬਾਅਦ ਫਿਰੋਜ਼ਪੁਰ ਤੋਂ ਹੀ ਉੱਥੋਂ ਡੀਟੀਓ ਮੈਂ ਫਿਰੋਜ਼ਪੁਰ, ਫਾਜ਼ਿਲਕਾ, ਮਾਨਸਾ, ਮੋਗਾ, ਕਪੂਰਥਲਾ ਬੜੇ ਲੰਬੇ ਜਗ੍ਹਾ 'ਤੇ ਉਹ ਕੰਮ ਕਰਨਾ ਪਿਆ। ਔਰ ਲਾਸਟ ਜਦੋਂ ਮੈਂ ਸੀਗਾ 2020-2021 ਦੇ ਵਿੱਚ ਮੈਂ ਫਿਰੋਜ਼ਪੁਰ ਤੋਂ ਬਤੌਰ ਆਰਟੀਏ ਕੰਮ ਕਰ ਰਿਹਾ ਸੀ। ਤਾਂ ਬੜਾ ਵਧੀਆ ਤਜਰਬਾ ਰਿਹਾ ਮੇਰੀ ਜੌਬ ਦਾ, ਔਰ ਕਾਫੀ ਜਿਹੜਾ ਹੈਗਾ ਲੋਕਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ, ਕਾਫੀ ਸਰਕਾਰਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਹਰੇਕ ਆਫਿਸਰ ਸੀਨੀਅਰ ਆਫਿਸਰਸ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ, ਸੀਐਮ ਸਾਹਿਬਾਨ, ਡਿਪਟੀ ਸੀਐਮ, ਮਿਨਿਸਟਰਸ ਔਰ ਲੋਕਲ ਪ੍ਰਸ਼ਾਸਨ, ਡਿਪਟੀ ਕਮਿਸ਼ਨਰ ਜਾਂ ਸਟੇਟ ਟਰਾਂਸਪੋਰਟ ਕਮਿਸ਼ਨਰ, ਮਤਲਬ ਆਫਿਸਰਸ ਨਾਲ ਵੀ ਜਿਹੜਾ ਉਹ ਤਜਰਬਾ ਆਪਣੀ ਕਿਸਮ ਦਾ ਤਜਰਬਾ ਹੈ, ਔਰ ਪੋਲੀਟੀਸ਼ੀਅਨ ਨਾਲ ਕੰਮ ਕਰਨ ਦਾ ਹੈਗਾ ਉਹ ਵੀ ਆਪਣਾ ਕਿਸਮ ਦਾ ਤਜਰਬਾ ਹੈ। ਸੰਤ ਸਾਹਿਬ, ਇੱਕ ਬੜੀ ਅਹਿਮ ਚੀਜ਼ ਆ, ਅੱਗੇ ਅਸੀਂ ਦੇਖਦੇ ਹੁੰਦੇ ਸੀ, ਕਹਿੰਦੇ ਕਿ ਡੀਟੀਓ ਖੜਾ ਸੜਕ ਤੇ ਤਾਂ ਬਹੁਤ ਸਾਰੀਆਂ ਬੱਸਾਂ ਰਾਹ ਬਦਲ ਲੈਂਦੀਆਂ ਸੀ। ਬਹੁਤ ਸਾਰੇ ਲੋਕ ਜਿਹੜੇ ਉਸ ਰੋਡ ਤੋਂ ਜਾਣ ਤੋਂ ਡਰਦੇ ਸੀਗੇ ਵੀ ਅੱਗੇ ਡੀਟੀਓ ਦੀ ਇਨਫੋਰਮੇਸ਼ਨ ਜਦੋਂ ਪਹੁੰਚ ਜਾਂਦੀ ਸੀ, ਤੁਸੀਂ ਉਹ ਰੁਤਬਾ ਮਾਣਿਆ ਹੈਗਾ। ਇਹ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਮੇਰੇ ਹਿਸਾਬ ਨਾਲ, ਇੱਕ ਤਾਂ ਆਪਣੇ ਪੱਧਰ ਤੇ ਇਹ ਬਿਲਕੁਲ ਉਹਦੇ 'ਚ ਇਹ ਹੈ ਜੀ, ਜਿਹੜਾ ਰੁਤਬਾ ਵੀ ਮਾਣਿਆ ਹੈਗਾ, ਲੋਕਾਂ ਨੂੰ ਸੇਵਾਵਾਂ ਵੀ ਵਧੀਆ ਦਿੱਤੀਆਂ ਹੈਗੀਆਂ। ਔਰ ਜਿਹੜਾ ਆਪਾਂ ਤੁਸੀਂ ਗੱਲ ਕੀਤੀ ਹੈ ਕਿ ਲੋਕ ਰੁਕ ਜਾਂਦੇ ਸੀ ਜਾਂ ਰਸਤਾ ਚੇਂਜ ਕਰ ਲੈਂਦੇ ਸੀ, ਵੀ ਡੀਟੀਓ ਖੜਾ ਜਾਂ ਆਰਟੀਏ ਖੜਾ ਜਾਂ ਕੋਈ ਵੀ ਚੈਕਿੰਗ ਅਧਿਕਾਰੀ ਖੜਾ, ਬੇਸ਼ੱਕ ਕੋਈ ਪੁਲਿਸ ਆਫੀਸਰ ਖੜਾ ਹੈ ਨਾ, ਤੇ ਖਾਸ ਤੌਰ ਤੇ ਨਾ ਜ਼ਿਆਦਾ ਡੀਟੀਓ ਹੀ ਚੱਲਦਾ ਸੀ ਵੀ ਹਾਂ ਵੀ ਡੀਟੀਓ ਅੱਗੇ ਖੜਾ ਤੇ ਉਹ ਟਰੱਕਾਂ ਵਾਲੇ ਦੂਰੋਂ ਹੀ ਉਹ ਦਿੰਦੇ ਸੀ ਇਸ਼ਾਰਾ ਪੈਨ ਦਾ, ਤੇ ਉਹ ਪਿੱਛੇ ਲਾਈਨਾਂ ਲੱਗ ਜਾਣੀਆਂ। ਮੰਨ ਲਓ ਜੇ ਫਿਰੋਜ਼ਪੁਰ ਖੜਿਆ ਤੇ ਬੀਕਾਨੇਰ ਤੱਕ ਪਤਾ ਹੁੰਦਾ ਸੀ ਵੀ ਡੀਟੀਓ ਖੜ ਗਿਆ, ਵੀ ਡੀਟੀਓ ਫਿਰੋਜ਼ਪੁਰ 7 ਨੰਬਰ ਚੁੰਗੀ ਤੇ ਖੜਾ, ਜਾਂ ਜੀਰੇ ਖੜਾ, ਮਖੂ ਖੜਾ, ਪੂਰਾ ਦੂਰ ਤੱਕ ਇਹ ਪਤਾ, ਕਿਉਂਕਿ ਇਹਨਾਂ ਦੇ ਜਿਹੜਾ ਹੈਗਾ ਨਾ, ਇਹਦੀ ਫ੍ਰੀਕੁਐਂਸੀ ਬਹੁਤ ਤੇਜ਼ ਹੁੰਦੀ ਆ ਟਰੱਕ ਡਰਾਈਵਰ ਦੀ ਖਾਸ ਤੌਰ ਤੇ, ਕਿ ਉਹ ਨਾਲ ਦੀ ਨਾਲ ਹੀ ਖਬਰ ਪਹੁੰਚ ਜਾਂਦੀ ਆ ਸੜਕ ਤੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹਨਾ। ਅੱਛਾ, ਉਹਦੇ 'ਚ ਕੀ ਸੀ ਕਿ ਮੈਂ ਦੱਸਣਾ ਚਾਹੂੰਗਾ ਆਪਣੇ ਚੈਨਲ ਦੇ ਰਾਹੀਂ ਕਿ ਬੇਸ਼ੱਕ ਲੋਕ ਡਰਦੇ ਰੁਕ ਜਾਂਦੇ ਆ, ਕਿਉਂਕਿ ਡਰ ਸਿਰਫ ਉਹਨਾਂ ਨੂੰ ਹੁੰਦਾ ਹੈਗਾ ਜਿਹੜਾ ਚੋਰੀ ਕਰਦਾ ਹੋਵੇ, 2 ਨੰਬਰ ਦਾ ਟੈਕਸ ਚੋਰੀ ਕਰਦਾ ਹੋਵੇ, ਗਲਤ ਕੋਈ ਮਾਲ ਲੈ ਕੇ ਜਾ ਰਿਹਾ ਹੋਵੇ, ਜਾਂ ਜਿਹਦੇ ਕੋਲ ਡਾਕੂਮੈਂਟਸ ਕੰਪਲੀਟ ਹੈ ਨਹੀਂ। ਪਰ ਹੁੰਦਾ ਕੀ ਸੀ ਵੀ ਜਿਨ੍ਹਾਂ ਕੋਲ ਡਾਕੂਮੈਂਟਸ ਵੀ ਕੰਪਲੀਟ ਆ, ਕੋਈ ਕੁਤਾਹੀ ਵੀ ਨਹੀਂ ਕਰ ਰਹੇ ਹੁੰਦੇ, ਤਾਂ ਉਹ ਵੀ ਲੋਕ ਜਿਹੜੇ ਹੈਗੇ ਉਹ ਪਿੱਛੇ ਬਸ ਵੇਖੋ ਵੇਖੀ ਰੁਕ ਜਾਂਦੇ ਸੀ, ਯਾਰ ਦੇਖੋ ਅੱਗੇ ਡੀਟੀਓ ਖੜਾ, ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆ ਜੇ, ਗੱਡੀ ਨਾ ਬੰਦ ਹੋ ਜੇ, ਜੁਰਮਾਨਾ ਨਾ ਹੋ ਜੇ। ਪਰ ਉਹਦੇ 'ਚ ਮੈਂ ਇਹ ਦੱਸਣਾ ਚਾਹਣਾ ਤੁਹਾਡੇ ਆਪਣੇ ਇਸ ਚੈਨਲ ਦੇ ਰਾਹੀਂ ਕਿ ਜਿਹਦੇ ਕੋਲੇ ਡਾਕੂਮੈਂਟਸ ਕੰਪਲੀਟ ਆ, ਗੱਡੀ ਉਹਦੀ ਅੰਡਰਲੋਡ ਚੱਲ ਰਹੀ ਆ, ਨਿਯਮਾਂ ਮੁਤਾਬਕ ਚੱਲ ਰਹੀ ਹੈਗੀ ਆ, ਤਾਂ ਉਹਨੂੰ ਬਿਲਕੁਲ ਡਰਨ ਦੀ ਲੋੜ ਨਹੀਂ। ਬੇਸ਼ੱਕ ਕੋਈ ਚਲੋ ਡੀਟੀਓ ਦੀ ਤਾਂ ਪੋਸਟ ਹੀ ਖਤਮ ਕਰਤੀ, ਹੁਣ ਆਰਟੀਏਜ਼ ਕੰਮ ਕਰ ਰਹੇ ਨੇ,
ਤਾਂ ਕੋਈ ਵੀ ਚੈਕਿੰਗ ਅਧਿਕਾਰੀ ਖੜਾ, ਬੇਸ਼ੱਕ ਉਹ ਟਰਾਂਸਪੋਰਟ ਆਫਿਸਰ ਹੈਗਾ, ਬੇਸ਼ੱਕ ਉਹ ਪੁਲਿਸ ਆਫਿਸਰ ਹੈਗਾ, ਤਾਂ ਮੈਂ ਇਹ ਦੱਸਣਾ ਚਾਹੁੰਦਾ ਆਮ ਪਬਲਿਕ ਨੂੰ ਵੀ ਕਿ ਕੋਈ ਡਰਨ ਦੀ ਲੋੜ ਨਹੀਂ। ਤੁਹਾਡੀ ਗੱਡੀ ਫਿੱਟ ਹੈ, ਉਹਦੇ ਕੋਲ ਫਿਟਨੈਸ ਹੈਗੀ ਆ, ਪਰਮਿਟ ਸਹੀ ਆ, ਕਮਰਸ਼ੀਅਲ ਗੱਡੀ ਦਾ ਜੋ ਟੈਕਸ ਹੈਗਾ ਬਣਦਾ ਉਹ ਪੇ ਕੀਤਾ ਹੈਗਾ, ਡਾਕੂਮੈਂਟਸ ਹੈਗੇ ਆ, ਸੜਕ ਦੇ ਨਿਯਮਾਂ ਮੁਤਾਬਕ ਤੁਸੀਂ ਸਹੀ ਚੱਲ ਰਹੇ ਹੋ, ਤਾਂ ਤੁਹਾਨੂੰ ਬਿਲਕੁਲ ਡਰਨ ਦੀ ਲੋੜ ਨਹੀਂ। ਬੇਫਿਕਰ ਹੋ ਕੇ ਜਾ ਕੇ, ਜੇ ਤੁਹਾਨੂੰ ਚੈਕਿੰਗ ਅਧਿਕਾਰੀ ਦਾ ਕੋਈ ਗਨਮੈਨ ਜਾਂ ਉਹਦਾ ਕੋਈ ਕਰਮਚਾਰੀ ਤੁਹਾਨੂੰ ਹੱਥ ਦਿੰਦਾ ਹੈਗਾ ਤਾਂ ਤੁਸੀਂ ਆਪਣੇ ਡਾਕੂਮੈਂਟ ਦਿਖਾ ਕੇ ਡਾਕੂਮੈਂਟ ਦਿਖਾਓ ਤੇ ਆਰਾਮ ਨਾਲ ਜਾਓ। ਕਈ ਵਾਰੀ ਕੀ ਹੁੰਦਾ ਹੈ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹ ਗੱਡੀਆਂ ਪਿੱਛੇ ਰੋਕ ਲੈਂਦੇ ਨੇ, ਰੋਕ ਵੀ ਲੈਂਦੇ ਨੇ, ਕਈ ਇੱਧਰ ਉੱਧਰ ਰਸਤਿਆਂ ਦੇ ਵਿੱਚ ਦੀ ਚੋਰ ਰਸਤਿਆਂ ਰਾਹੀਂ ਭੱਜਣ ਦੀ ਵੀ ਕੋਸ਼ਿਸ਼ ਕਰਦੇ ਨੇ। ਤੇ ਜਦੋਂ ਇਸ ਤਰ੍ਹਾਂ ਭੱਜਣ ਦੀ ਕੋਸ਼ਿਸ਼ ਕਰਦੇ ਆ ਤਾਂ ਉਦੋਂ ਕੀ ਹੁੰਦਾ ਕਿ ਕਈ ਵਾਰੀ ਕੋਈ ਐਕਸੀਡੈਂਟ ਹੋਣ ਦਾ ਕਾਰਨ ਬਣਿਆ ਰਹਿੰਦਾ, ਘਬਰਾਹਟ ਹੁੰਦੀ ਆ ਵੀ ਇੱਧਰੋਂ ਨਾ ਹੋ ਜੇ, ਇੱਧਰੋਂ ਨਾ ਹੋ ਜੇ, ਕਹਿੰਦਾ ਭਜਾ ਲਓ ਯਾਰ। ਮਤਲਬ ਉਹ ਸਿਰਫ ਇਹ ਹੁੰਦਾ ਕਿ ਜੇ ਚੋਰ ਰਸਤਿਓਂ ਘਬਰਾਹਟ ਦੇ ਵਿੱਚ ਭਜਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਤੇ ਨਾ ਕਿਤੇ ਕੋਈ ਐਕਸੀਡੈਂਟ ਹੋਣ ਦਾ ਕਾਰਨ ਬਣਿਆ ਰਹਿੰਦਾ। ਉੱਥੇ ਪਤਾ ਨਹੀਂ ਜੁਰਮਾਨਾ ਡੀਟੀਓ ਵੱਲੋਂ ਹੋਣਾ, ਆਰਟੀਏ ਵੱਲੋਂ ਹੋਣਾ ਕਿ ਨਹੀਂ ਹੋਣਾ, ਕਾਗਜ਼ ਸਹੀ ਹੈ ਤਾਂ ਉਹਨਾਂ ਨੇ ਭੇਜ ਦੇਣਾ, ਤੇ ਜੇ ਚਲੋ ਜੇ ਕੋਈ ਕਮੀ ਪੇਸ਼ੀ ਹੈ ਤਾਂ ਉਹਦਾ ਕੋਈ ਜੁਰਮਾਨਾ ਵੀ ਹੋਏਗਾ। ਜੁਰਮਾਨਾ ਪੇ ਕਰਨਾ ਚੰਗਾ ਹੈ ਇਹਦੇ ਨਾਲੋਂ ਕਿ ਤੁਸੀਂ ਐਕਸੀਡੈਂਟ ਕਰਾ ਕੇ ਉਹਦਾ ਨੁਕਸਾਨ ਕਰ ਲਓ ਜਾਂ ਕਿਸੇ ਸੜਕ ਤੇ ਜਾਣ ਵਾਲੇ ਕਿਸੇ ਸਧਾਰਨ ਬੰਦੇ ਦਾ ਕਿਸੇ ਦਾ ਤੁਸੀਂ ਨੁਕਸਾਨ ਕਰ ਲਓ। ਇੱਕ ਬੜੀ ਅਹਿਮ ਚੀਜ਼ ਤੁਸੀਂ ਥੋੜਾ ਜਿਹਾ ਵਿੱਚ ਜ਼ਿਕਰ ਛੇੜਿਆ ਜਿੱਦਾਂ ਕਿ ਡੀਟੀਓ ਦੀ ਪੋਸਟ ਹੀ ਖਤਮ ਕਰ ਦਿੱਤੀ ਗਈ। ਤੁਹਾਨੂੰ ਲੱਗਦਾ ਕਿ ਇਹ ਫੈਸਲਾ ਸਹੀ ਸੀਗਾ ਜਾਂ ਗਲਤ ਸੀਗਾ? ਇਹ ਪੋਲੀਟੀਕਲ ਫੈਸਲਾ ਸੀਗਾ ਜਾਂ ਫਿਰ ਜਿਹੜੀ ਉੱਪਰ ਅਫਸਰਸ਼ਾਹੀ ਬੈਠੀ ਹੈ ਉਹਦਾ ਫੈਸਲਾ ਸੀਗਾ? ਇਹ ਤੁਸੀਂ ਕਿਉਂਕਿ ਇਸ ਡਿਪਾਰਟਮੈਂਟ 'ਚ ਰਹੇ ਹੋ, ਉਸ ਭੂਮਿਕਾ 'ਤੇ ਰਹੇ ਹੋ, ਇਹ ਪੋਸਟ ਖਤਮ ਕਰਨੀ ਕੀ ਸਹੀ ਫੈਸਲਾ ਸੀਗਾ ਜਾਂ ਗਲਤ ਫੈਸਲਾ ਸੀ? ਜੇ ਉਹਦੀ ਥਾਂ ਪੋਸਟ ਨਵੀਂ ਲਿਆਂਦੀ ਆਰਟੀਏ ਦੀ, ਕਿ ਉਹ 'ਤੇ ਭਰਤੀਆਂ ਪੂਰੀਆਂ ਹੋ ਗਈਆਂ ਜਾਂ ਨਹੀਂ ਹੋਈਆਂ? ਉਹਦੇ 'ਚ ਜਿਹੜਾ ਮੇਰਾ ਨਿੱਜੀ ਤਜਰਬਾ ਹੈ, ਜਦੋਂ ਇਹ ਚੇਂਜ ਹੋਇਆ ਹੈਗਾ ਉਦੋਂ ਮੈਂ ਡੀਟੀਓ ਫਾਜ਼ਿਲਕਾ ਕੰਮ ਕਰ ਰਿਹਾ ਸੀ। ਜਦੋਂ ਡੀਟੀ ਦੇ ਪੋਸਟ ਖਤਮ ਕੀਤੀ ਆ ਤਾਂ ਦੇਖੋ ਪਹਿਲਾਂ 22 ਡਿਸਟ੍ਰਿਕਟ ਸੀ ਉਦੋਂ, ਹੁਣ ਤਾਂ ਚਲੋ ਮਲੇਰਕੋਟਲਾ ਬਣ ਗਿਆ, 23 ਡਿਸਟ੍ਰਿਕਟ ਹੋ ਗਏ। 22 ਡਿਸਟ੍ਰਿਕਟਾਂ ਦੇ ਵਿੱਚ 22 ਡੀਟੀਓਜ਼ ਕੰਮ ਕਰ ਰਹੇ, ਤੇ ਉਸ ਤੋਂ ਇਲਾਵਾ 4 ਆਰਟੀਏਜ਼ ਕੰਮ ਕਰ ਰਹੇ ਸੀ। 22 4 26 4 ਆਫਿਸਰ ਜਿਹੜੇ ਹੈਗੇ ਆ ਹੈੱਡ ਆਫਿਸ ਦੇ ਵਿੱਚ ਵੀ ਹੈਗੇ ਆ, ਜਿਹੜੇ ਉਹ ਇਨਫੋਰਸਮੈਂਟ ਦਾ ਜਿਹੜਾ ਕੰਮ ਕਰ ਸਕਦੇ ਸੀ ਜਾਂ ਕਰਦੇ ਸੀ। ਤਾਂ 30 ਆਫਿਸਰਸ ਘੱਟੋ ਘੱਟ ਆ, ਇਸ ਤੋਂ ਅੱਗੇ ਗਿਣਤੀ ਵੱਧ ਵੀ ਸਕਦੀ ਆ। ਕਿੱਥੇ 30 ਆਫਿਸਰਸ ਆਪਾਂ ਕੰਮ ਕਰ ਰਹੇ ਆ, ਰੈਵਨਿਊ ਅਰਨਿੰਗ ਕਰ ਰਹੇ ਆ। ਜਿਹੜਾ ਟਰਾਂਸਪੋਰਟ ਡਿਪਾਰਟਮੈਂਟ ਆ ਇਹ ਸਰਕਾਰ ਦਾ ਕਮਾਊ ਪੁੱਤ ਹੈ। ਕੁਛ ਥੋੜ੍ਹੇ ਮਹਿਕਮੇ ਆ, 3-4 ਮਹਿਕਮੇ ਜਿਹੜੇ ਕਮਾਉਣ ਵਾਲੇ ਹੈਗੇ ਸਰਕਾਰ ਵਾਸਤੇ, ਔਰ ਕਈ ਮਹਿਕਮੇ ਇਹੋ ਜਿਹੇ ਉਹਨਾਂ ਤੋਂ ਕਮਾਈ ਨਹੀਂ ਆਉਂਦੀ ਸਰਕਾਰ ਨੂੰ, ਪਰ ਉੱਤੇ ਖਰਚਾ ਬੜਾ ਹੁੰਦਾ। 30 ਆਫਿਸਰ ਮੈਂ ਘੱਟੋ ਘੱਟ ਕਿਹਾ, ਕਿਉਂਕਿ ਉਹਦੇ ਨਾਲ ਹੁਣ ATOs ਦੀਆਂ ਪੋਸਟਾਂ ਵੀ ਹੈਗੀਆਂ, ਉਹ ਵੀ ਵਿੱਚ ਆਫਿਸਰਸ ਗਿਣ ਲਓ। ਤਾਂ ਆਪਾਂ ਜੇ 30 ਦੀ ਵੀ ਗੱਲ ਕਰੀਏ, 30 ਆਫਿਸਰ ਸੜਕ ਤੇ ਇਨਫੋਰਸਮੈਂਟ ਜਾਂ ਟ੍ਰੈਫਿਕ ਚੈਕਿੰਗ ਕਰਕੇ ਕੰਪਾਊਂਡਿੰਗ ਫੀਸ ਕਲੈਕਟ ਕਰਦੇ ਆ, ਤਾਂ ਉਹ 30 ਅਫਸਰ ਦੀ ਥਾਂ ਤੇ 11 ਰਹਿ ਗਏ। ਪਿਛਲੀ ਜਦੋਂ ਸਰਕਾਰ ਸੀ, ਕਾਂਗਰਸ ਸਰਕਾਰ ਸੀ, ਤਾਂ ਉਹਨਾਂ ਨੇ ਜਿਹੜੀਆਂ ਇਹ ਪੋਸਟਾਂ ਡੀਟੀ ਦੀਆਂ ਪੋਸਟਾਂ ਖਤਮ ਕਰਤੀਆਂ। 4 ਆਰਟੀਏ ਸੀਗੇ, 7 ਆਰਟੀਏ ਹੋਰ ਬਣਾਤੇ, ਤਾਂ 11 ਆਰਟੀਏਜ਼ ਹੋ ਗਏ। ਕਿੱਥੇ 11 ਆਫਿਸਰਸ ਨੇ ਕੰਮ ਕਰਨਾ ਤੇ ਕਿੱਥੇ ਤੁਸੀਂ ਆਪਾਂ ਘੱਟੋ ਘੱਟ 30 ਦੀ ਗੱਲ ਕੀਤੀ ਹੈ, 30 ਆਫਿਸਰਸ ਨੇ ਕੰਮ ਕਰਨਾ। ਅੱਛਾ, ਬੇਸ਼ੱਕ ਆਰਟੀਏਜ਼ ਨੂੰ 2-2 ਡਿਸਟ੍ਰਿਕਟ ਦੇਤੇ। ਜਦੋਂ ਮੰਨ ਲਓ ਮੈਂ ਆਰਟੀਏ ਫਿਰੋਜ਼ਪੁਰ ਸੀ ਤੇ ਮੇਰੇ ਕੋਲ ਫਿਰੋਜ਼ਪੁਰ ਦੇ ਨਾਲ ਫਾਜ਼ਿਲਕਾ ਵੀ ਸੀ, 2 ਡਿਸਟ੍ਰਿਕਟ ਦੇਖ ਰਿਹਾ ਸੀ। ਹਾਂ, ਏਰੀਆ ਮੇਰੇ ਕੋਲ ਵੱਧ ਗਿਆ, ਪਰ ਕੰਮ ਕਰਨ ਵਾਲਾ ਤਾਂ ਮੈਂ ਇਕੱਲਾ ਹੀ ਸੀ ਨਾ। ਉਹ ਆਫਿਸਰ ਇੱਕ ਹੀ ਆ, ਉਹਨੇ ਉਨਾ ਸਮਾਂ ਹੀ ਕੰਮ ਕਰ ਸਕਣਾ। ਹੁਣ ਜਾਂ ਤਾਂ ਬੰਦਾ ਫਾਜ਼ਿਲਕਾ ਦੀ ਰੋਡ ਤੇ ਖੜਾ ਹੋਊਗਾ ਜਾਂ ਫਿਰ ਫਿਰੋਜ਼ਪੁਰ ਜਾ ਖੜਾ ਹੋਊਗਾ। ਬਿਲਕੁਲ। ਅੱਛਾ, ਉਹਦੇ 'ਚ ਕੀ ਹੈ ਕਿ ਜੇ 2 ਆਫਿਸਰ ਕੰਮ ਕਰਦੇ ਆ ਤੇ ਉਹ ਫਾਜ਼ਿਲਕਾ ਵੀ ਕਵਰ ਹੋਊਗਾ ਤੇ ਫਿਰੋਜ਼ਪੁਰ ਵੀ ਕਵਰ ਹੋਊਗਾ। ਜੇ ਇੱਕ ਆਫਿਸਰ ਹੈਗਾ, ਜਾਂ ਤਾਂ ਫਾਜ਼ਿਲਕਾ ਖੜੂਗਾ ਜਾਂ ਫਿਰੋਜ਼ਪੁਰ ਖੜੂਗਾ, ਜਾਂ ਉੱਥੋਂ ਦੇ ਲੋਕਾਂ ਨੂੰ ਸੇਵਾਵਾਂ ਦੇਗਾ। ਸੋ ਇਹ ਜਿਹੜਾ ਹੈਗਾ ਇਹਦੇ ਨਾਲ ਬੜਾ ਨੁਕਸਾਨ ਹੋਇਆ। ਮੇਰੀ ਨਿੱਜੀ ਰਾਏ ਆ ਕਿ ਇਹ ਜਿਹੜੀਆਂ ਪੋਸਟਾਂ ਖਤਮ ਕੀਤੀਆਂ ਗਈਆਂ ਸੀ ਡੀਟੀਓ ਦੀਆਂ, ਕੋਈ ਹੋ ਸਕਦਾ ਕੋਈ ਕਿਸੇ ਦਾ ਕੋਈ ਮਸਲਾ ਹੋਵੇ ਜਾਂ ਸੋਚ ਹੈ ਕਿਸੇ ਦੀ, ਜਾਂ ਪੋਲੀਟੀਸ਼ੀਅਨ ਨੇ ਜਦੋਂ ਇਹ ਆਪਦੀ ਸੋਚ ਮੁਤਾਬਕ ਇਹਦਾ ਫੈਸਲਾ ਲੈਣ ਵਾਸਤੇ ਕਿਹਾ, ਤੇ ਕੰਸਰਨਡ ਆਫਿਸਰ ਜਿਹੜੇ ਉਦੋਂ ਸੀਗੇ ਤੇ ਉਹਨਾਂ ਨੂੰ ਇਹ ਗਾਈਡ ਜ਼ਰੂਰ ਕਰਨਾ ਚਾਹੀਦਾ ਸੀ ਵੀ ਜੇ ਇਹ ਕਰਾਂਗੇ ਜੀ ਆਪਾਂ ਨੂੰ ਰੈਵਨਿਊ ਦਾ ਨੁਕਸਾਨ ਹੋਏਗਾ। ਬਿਲਕੁਲ, ਮੈਨੂੰ ਇਹੀ ਲੱਗਦਾ ਕਿ ਜਦੋਂ ਅਸੀਂ ਪੰਜਾਬ ਦੇ ਖਜ਼ਾਨੇ ਭਰਨ ਦੀ ਗੱਲ ਕਰਦੇ, ਜਦੋਂ ਅਸੀਂ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਤਾਂ ਇੱਕ ਚਰਚਾ ਹਮੇਸ਼ਾ ਰਹੀ ਖਜ਼ਾਨਾ ਖਾਲੀ ਹੋ ਗਿਆ ਜੀ, ਖਜ਼ਾਨਾ ਖਾਲੀ ਹੋ ਗਿਆ। ਹੁਣ ਜਿਹੜਾ ਕਮਾਊ ਪੁੱਤ ਹੈ, ਜੇ ਉਹੀ ਅਰਨਿੰਗ ਕਰਕੇ ਨਹੀਂ ਦਊਗਾ ਤਾਂ ਨੁਕਸਾਨ ਤਾਂ ਆਪਣੇ ਆਪ ਹੋਊਗਾ ਉਸ ਹਿਸਾਬ ਨਾਲ। ਬਿਲਕੁਲ ਬਿਲਕੁਲ। ਅੱਛਾ, ਦੂਸਰੀ ਗੱਲ, ਚਲੋ ਅਰਨਿੰਗ ਵੀ ਘੱਟ ਹੋ ਰਹੀ ਹੈ, ਫਿਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕਮਰਸ਼ੀਅਲ ਕੰਮ ਆ ਉਹ ਸਿਰਫ ਆਰਟੀਏ 'ਚ ਹੀ ਹੋਏਗਾ। ਤੇ ਡੀਟੀਓ ਦੀ ਪੋਸਟ ਖਤਮ ਕਰਕੇ ਐਸਡੀਐਮ ਸਾਹਿਬਾਨ ਨੂੰ ਕੰਮ ਦੇਤਾ। ਹੁਣ ਐਸਡੀਐਮ ਜਿਹੜੇ ਹੈਗੇ ਆ ਨੌਨ ਕਮਰਸ਼ੀਅਲ ਕੰਮ ਕਰ ਸਕਦੇ ਆ, ਕਮਰਸ਼ੀਅਲ ਕੰਮ ਕਰਨ ਦਾ ਅਧਿਕਾਰ ਐਸਡੀਐਮ ਕੋਲੇ ਹੈ ਨਹੀਂ।
ਜੇ ਮੰਨ ਲਓ ਵੀ ਤੁਸੀਂ ਲਾਇਸੈਂਸ ਬਣਾਉਣਾ ਹੈਗਾ, ਹੈਵੀ ਲਾਇਸੈਂਸ ਜਾਂ ਕਮਰਸ਼ੀਅਲ ਲਾਇਸੈਂਸ ਬਣਾਉਣਾ ਹੈਗਾ, ਤੁਹਾਨੂੰ ਐਸਡੀਐਮ ਨਹੀਂ ਬਣਾ ਕੇ ਦੇ ਸਕਦਾ, ਉਹ ਆਰਟੀਏ ਨਹੀਂ ਬਣਾਉਣਾ ਜੀ। ਤੇ ਮੰਨ ਲਓ ਵੀ ਜੇ ਫਿਰੋਜ਼ਪੁਰ ਦੀ ਮੈਂ ਗੱਲ ਕਰਨਾ, ਫਿਰੋਜ਼ਪੁਰ ਆਰਟੀਏ ਨੂੰ ਗੁਮਜਾਲ ਗੰਗਾ ਨਗਰ ਦੇ ਬਿਲਕੁਲ ਨਾਲ ਜੀ ਜਿਹੜਾ ਉੱਥੇ ਐਂਟਰੀ ਪੁਆਇੰਟ ਹੈਗਾ ਰਾਜਸਥਾਨ ਦਾ, ਉੱਥੋਂ ਤੱਕ ਏਰੀਆ ਪੈਂਦਾ। ਜੀ ਜੇ ਗੁਮਜਾਲ ਤੋਂ ਫਿਰੋਜ਼ਪੁਰ ਆਉਣ ਵਾਸਤੇ ਜ਼ਿਆਦਾ ਸਮਾਂ ਲੱਗਦਾ, ਜ਼ਿਆਦਾ ਪੰਧ ਲੰਘਣਾ ਪੈਂਦਾ, ਤੇ ਜੇ ਫਿਰੋਜ਼ਪੁਰ ਤੋਂ ਚੰਡੀਗੜ੍ਹ ਆਉਣਾ ਹੋਵੇ ਤਾਂ ਘੱਟ ਪੈਂਦਾ। ਪਬਲਿਕ ਨੂੰ ਮੇਰਾ ਕਹਿਣ ਦਾ ਮਤਲਬ ਪਰੇਸ਼ਾਨੀ ਹੋਈ ਜੀ ਵੀ ਕਿੱਥੇ ਗੁਮਜਾਲ ਦਾ ਡੀਟੀਓ ਫਾਜ਼ਿਲਕਾ ਨੇ ਕੰਮ ਕਰ ਦੇਣਾ ਸੀ 35-40 ਕਿਲੋਮੀਟਰ, ਤੇ ਕਿੱਥੇ ਤੁਸੀਂ ਦੇਖ ਲਓ ਵੀ 120 ਕਿਲੋਮੀਟਰ ਬਣ ਜਾਂਦਾ। ਤੇ ਜੇ ਉਹ ਮਤਲਬ ਇੱਕ ਤਾਂ ਪਬਲਿਕ ਨੂੰ ਅਸੁਵਿਧਾ ਹੋਈ, ਇੱਕ ਰੈਵਨਿਊ ਘਟਿਆ ਸਰਕਾਰ ਦਾ, ਤੇ ਉਹ ਰੀਜ਼ਨ ਕੀ ਸੀਗਾ ਇਹ ਨਹੀਂ ਪਤਾ। ਗੋਡ ਨੋਜ਼ ਕੀ ਸਰਕਾਰ ਨੇ ਕੀ ਸੋਚ ਕੇ ਫੈਸਲਾ ਲਿਆ। ਮੰਨਦੇ ਹੋ ਕਿ ਸਰਕਾਰੀ ਫੈਸਲੇ ਹੋ ਸਕਦੇ ਜਾਂ ਫਿਰ ਪਿੱਛੇ ਜਿਹੜੀ ਅਫਸਰਸ਼ਾਹੀ ਬੈਠੀ ਹੈ ਉਹੀ ਕੋਈ ਨਾ ਕੋਈ ਤਾਰਾਂ ਛੇੜ ਲੈਂਦੀ ਇਦਾਂ ਦੀਆਂ? ਦੇਖੋ ਉਹਦੇ 'ਚ ਕੀ ਹੈ ਕਿ ਜਿਹੜੇ ਪੋਲੀਟੀਸ਼ੀਅਨਸ ਹੈਗੇ ਨੇ, ਉਹਨਾਂ ਨੇ ਆਪਣੇ ਐਂਗਲ ਤੋਂ ਕੰਮ ਕਰਨਾ। ਅਸੀਂ ਲੋਕਾਂ ਨੂੰ ਕਿਵੇਂ ਖੁਸ਼ ਕਰ ਸਕਦੇ ਹਾਂ, ਲੋਕਾਂ ਤੋਂ ਵੋਟ ਕਿਵੇਂ ਲੈ ਸਕਦੇ ਹਾਂ, ਹੁਣ ਸਾਡੀ ਸਰਕਾਰ ਬਣ ਗਈ, ਅਗਲੀ ਸਰਕਾਰ ਬਣਾਉਣ ਵਾਸਤੇ ਸਾਨੂੰ ਕੀ ਕੁਝ ਕਰਨਾ ਪੈਂਦਾ। ਕਿਸੇ ਨੇ ਇਹ ਤਾਂ ਨਹੀਂ ਕਿਹਾ ਤੁਸੀਂ ਵੀ ਡੀਟੀਓ ਤੁਹਾਨੂੰ ਤੰਗ ਕਰਦੇ ਸੀ, ਡੀਟੀਓ ਦੀ ਪੋਸਟ ਹੀ ਖਤਮ ਕਰ ਦੇਣੀ ਹੈ ਕਿਤੇ? ਸੰਭਵ ਹੋ ਸਕਦੀ ਗੱਲ, ਕੋਈ ਇਸ ਤਰ੍ਹਾਂ ਦਾ ਰੀਜ਼ਨ ਵੀ ਹੋ ਸਕਦਾ ਕਿ ਕਿਸੇ ਇੱਕ ਟਰਾਂਸਪੋਰਟਰ ਨੂੰ ਡੀਟੀਓ ਤੋਂ ਫਾਇਦਾ ਹੁੰਦਾ ਹੋਵੇ, ਤੇ ਆਪਾਂ ਉਹਨਾਂ ਦੀ ਪਰ ਕਤਰਨ ਵਾਸਤੇ ਆਪਾਂ ਕਹਦੇ ਵੀ ਡੀਟੀਓ ਕਰੀਦਾ। ਹਾਲਾਂਕਿ ਡੀਟੀਓ ਨੇ ਕੀ ਕਰਨਾ, ਡੀਟੀਓ ਨੇ ਡਿਊਟੀ ਕਰਨੀ ਹੈ। ਕੋਈ ਵੀ ਆਫੀਸਰ ਹੈਗਾ ਤਾਂ ਉਹਨੇ ਸਰਕਾਰ ਦੇ ਹੁਕਮਾਂ ਮੁਤਾਬਕ ਚੱਲਣਾ, ਕਿਸੇ ਇੱਕ ਪਰਿਵਾਰ ਦੇ ਨਾਲ ਜਾਂ ਇੱਕ ਬੰਦੇ ਦੇ ਕਹਿਣ ਤੇ ਜਾਂ ਉਹਦੇ ਮੁਤਾਬਕ ਕੰਮ ਨਹੀਂ ਕਰਨਾ। ਬੇਸ਼ੱਕ ਉਹਨੂੰ ਸੀਨੀਅਰ ਲੀਡਰ ਸਾਹਿਬਾਨ ਜਾਂ ਉਹ ਜਿਹੜੇ ਹੈਗੇ ਉਹਨਾਂ ਨੂੰ ਕੰਮ ਕਹਿਣ, ਹੁਕਮ ਦੇਣ, ਤਾਂ ਪਰ ਫਿਰ ਵੀ ਉਹਨਾਂ ਨੇ ਉਹ ਜਿਹੜੇ ਹੈਗੇ ਆ ਪੜ੍ਹੀ ਲਿਖੀ ਜਮਾਤ ਹੈ ਜਿਹੜੇ ਆਫੀਸਰਸ ਨੇ, ਤਾਂ ਉਹਨਾਂ ਨੇ ਐਕਟ ਦੇ ਮੁਤਾਬਕ, ਨਿਯਮਾਂ ਦੇ ਮੁਤਾਬਕ ਜਿਹੜਾ ਹੈਗਾ ਕੰਮ ਕਰਨਾ। ਤੇ ਫਿਰ ਵੀ ਉਹਨਾਂ ਨੂੰ ਦੱਸਣਾ ਵੀ ਜ਼ਰੂਰ ਚਾਹੀਦਾ। ਔਰ ਜੇ ਮੇਰੇ ਨਾਲ ਕਿਤੇ ਗੱਲ ਹੁੰਦੀ ਸੀ, ਮੈਂ ਤਾਂ ਆਪਣੇ ਵੱਲੋਂ ਦੱਸਦਾ ਵੀ ਸੀ ਵੀ ਇਹਦੇ ਨਾਲ ਆਪਣਾ ਨੁਕਸਾਨ ਹੋਊਗਾ ਜੀ, ਇਹਦੇ ਨਾਲ ਫਾਇਦਾ ਹੋਊਗਾ, ਸਲਾਹ ਦੇਣੀ ਆ, ਦੱਸ ਦੇਣਾ ਹੈਗਾ ਵੀ ਇਹ ਗਲਤ ਆ ਜਾਂ ਠੀਕ ਹੈ ਜੀ। ਇਸ ਤੋਂ ਇਲਾਵਾ ਫਿਰ ਵੀ ਉਹ ਜਿਹੜੇ ਹੈਗੇ ਆ ਸਰਕਾਰ ਦੇ ਵਿੱਚ ਜਿਹੜੇ ਹੈਗੇ ਨੇ ਪੋਲੀਟੀਸ਼ੀਅਨ, ਤੇ ਜੇ ਫਿਰ ਵੀ ਉਹ ਕਹਿੰਦੇ ਵੀ ਆਪਾਂ ਤਾਂ ਐਂ ਹੀ ਕਰਨਾ ਜੀ, ਫਿਰ ਵੀ ਉਹ ਆਫੀਸਰ ਜਿਹੜਾ ਹੈਗਾ ਆਪਦੀ ਸਕਿਨ ਸੇਫ ਰੱਖ ਕੇ ਗੱਲ ਕਰੂਗਾ, ਸਕਿਨ ਸੇਫ ਰੱਖ ਕੇ ਕੰਮ ਕਰੂਗਾ। ਤੇ ਜਦੋਂ ਇੰਨੀਆਂ ਪੋਸਟਾਂ ਹੀ ਸੜਕ ਤੋਂ ਉੱਥੋਂ ਖਤਮ ਕਰਤੀਆਂ, ਆਫਿਸ ਸੜਕ ਤੋਂ ਅਲੋਪ ਹੋ ਗਏ, ਉਹਦੇ ਨਾਲ ਤੁਸੀਂ ਦੇਖੋ ਇੱਕ ਤਾਂ ਸਰਕਾਰ ਨੂੰ ਰੈਵਨਿਊ ਘਟ ਗਿਆ, ਦੂਸਰੀ ਗੱਲ ਕ੍ਰਾਈਮ ਵੱਧ ਗਿਆ। ਹਰੇਕ ਬੰਦੇ ਨੂੰ ਡਰ ਸੀ ਕਿ 30 ਅਫਸਰ ਸੜਕ ਤੇ ਖੜੇ ਨੇ ਪੰਜਾਬ ਦੇ ਵਿੱਚੋਂ, ਜੇ ਲੰਘਣਾ ਹੋਊਗਾ ਤਾਂ ਮੈਂ ਇਕੱਲੇ ਟਰਾਂਸਪੋਰਟ ਮਹਿਕਮੇ ਦੀ ਗੱਲ ਕਰਦਾ, ਔਰ ਪੁਲਿਸ ਦੇ ਜਿਹੜੇ ਹੈਗੇ ਆ ਆਫੀਸਰ ਉਹ ਵੀ ਥਾਂ ਥਾਂ ਚੈਕਿੰਗ ਚੱਲਦੀ ਆ। ਔਰ ਜਦੋਂ ਇਹ ਪਤਾ ਲੱਗ ਗਿਆ ਕਿ ਇੱਕ ਆਫੀਸਰ ਨੂੰ 2-2 3-3 ਡਿਸਟ੍ਰਿਕਟ ਦਿੱਤੇ ਆ, ਤਾਂ ਉਹ ਸੜਕ ਤੇ ਕਿੰਨਾ ਕੁ ਚਿਰ ਖੜ ਸਕਦਾ ਬੰਦਾ? ਆਫਟਰ ਆਲ ਕੰਮ ਤਾਂ ਉਹਨਾਂ ਸਮਾਂ ਹੀ ਕਰਨਾ, ਤਾਂ ਫਿਰ ਉਹਦੇ ਨਾਲ ਕ੍ਰਾਈਮ ਹੀ ਵੱਧ ਜਾਂਦਾ। ਕਿ ਇਸ ਵੇਲੇ ਹੁਣ ਸੜਕ ਤੇ ਕੋਈ ਹੈ ਨਹੀਂ, ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਇਹਨਾਂ ਦਾ ਬੜਾ ਫ੍ਰੀਕੁਐਂਸੀ ਬੜੀ ਤੇਜ਼ ਹੁੰਦੀ ਹੈ ਕਿ ਪਤਾ ਲੱਗ ਜਾਂਦਾ ਤੇ ਉਹ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਇੱਥੇ ਹੈ ਨਹੀਂ। ਤਾਂ ਉੱਥੇ ਜਿਹੜਾ ਹੈਗਾ ਜਿਹੜੇ ਅਨਅਧਿਕਾਰਤ ਤੌਰ ਤੇ ਜਿਹੜੇ ਉਹ ਵਾਹਨ ਵੀ ਚੱਲਦੇ ਨੇ, ਵਾਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਗਲਤ ਵਸਤੂਆਂ ਵੀ ਉਹ 'ਚ ਲਿਆਂਦੀਆਂ ਜਾਂਦੀਆਂ, ਜਿਹਦੇ 'ਚ GST ਤੋਂ ਬਿਨਾਂ ਵੀ ਮਾਲ ਕਈ ਵਾਰੀ ਆ ਜਾਂਦਾ ਹੈਗਾ, ਭਾਵੇਂ ਉਹ ETOs ਵੀ ਉਹਨੂੰ ਚੈੱਕ ਕਰਦੇ ਨੇ, ਪਰ ਉਹ ਉਸ ਤਰ੍ਹਾਂ ਦਾ ਮਾਲ ਵੀ ਆ। ਜਾਂ ਜਿਵੇਂ ਆਪਾਂ ਨਸ਼ਾ ਕਹਿ ਲਓ, ਸਮਗਲਿੰਗ ਦਾ ਕੰਮ, ਕੁਝ ਹੋਰ ਇਸ ਤਰ੍ਹਾਂ ਦਾ, ਮਤਲਬ ਜਿਹੜੇ ਇਸ ਤਰ੍ਹਾਂ ਦੇ ਤੱਤ ਹੈਗੇ ਆ, ਗੈਰ ਸਮਾਜੀ ਤੱਤ ਹੈਗੇ ਆ, ਉਹ ਫਿਰ ਉਹਦਾ ਲਾਹਾ ਉਤਸ਼ਾਹਤ ਹੁੰਦੇ ਆ, ਉਹਦਾ ਕਰਕੇ ਉਹਨਾਂ ਨੂੰ ਫਾਇਦਾ ਮਿਲਦਾ। ਇੱਕ ਬੜੀ ਅਹਿਮ ਚੀਜ਼ ਆ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਆਪਾਂ ਅੱਗੇ ਵੀ ਹੋਰ ਗੱਲਾਂ ਕਰ ਰਹੀਆਂ, ਪਰ ਨਾਲ ਦੀ ਨਾਲ ਇਹਦੇ ਵਿੱਚੋਂ ਇਹ ਜਿੱਦਾਂ ਤੁਸੀਂ ਦੱਸ ਰਹੇ ਸੀ ਕਿ ਇੱਕ ਅਫਸਰ ਜੇ DTO ਸੜਕ ਤੇ ਖੜਾ, ਫਰਜ਼ ਕਰੋ ਕਿ ਕੁਝ ਗੈਂਗਸਟਰ ਜਿਹੜੇ ਨੇ ਉਸ ਰਾਹ ਤੋਂ ਲੰਘ ਰਹੇ ਹੋਣ, ਉਹਨਾਂ ਦੀ ਜਾਂਚ ਕਰ ਲਵੇ, ਪਤਾ ਲੱਗ ਜਾਵੇ ਵੀ ਇਹਨਾਂ ਤੋਂ ਹਥਿਆਰ ਵੀ ਹੈਗੇ ਤੇ ਨਸ਼ਾ ਵੀ ਹੈਗਾ, ਉੱਥੇ ਫਿਰ DTO ਦੀ ਭੂਮਿਕਾ ਕੀ ਬਣਦੀ ਹੈ? ਉੱਥੇ DTO ਨੇ ਦੇਖੋ, DTO ਨੇ ਚੈੱਕ ਕਰਨ ਵਾਸਤੇ ਉਹਨਾਂ ਨੇ ਦੇਖਣਾ ਹੈਗਾ ਵੀ ਡਰਾਈਵਰ ਕੋਲੇ ਪ੍ਰੋਪਰ ਲਾਇਸੈਂਸ ਹੈਗਾ, ਗੱਡੀ ਦੇ ਵਿੱਚ ਮਾਲ ਜੇ ਕੋਈ ਹੈਗਾ ਤਾਂ ਉਹ ਠੀਕ ਮਾਲ ਹੈਗਾ। ਜੇ ਇਸ ਤਰ੍ਹਾਂ ਦਾ ਕੋਈ ਜਿਵੇਂ ਆਪਾਂ ਕਹਿੰਦੇ ਹਾਂ ਕੋਈ ਨਸ਼ਾ ਹੈਗਾ ਜਾਂ ਕੋਈ ਹੋਰ ਹੈਗਾ, ਉਹ ਗੱਡੀ ਨੂੰ ਉੱਥੇ ਰੋਕ ਕੇ ਕੰਸਰਨ ਥਾਣੇ ਦੇ ਵਿੱਚ ਉਹ ਆਫੀਸਰ ਨੂੰ ਬੁਲਾ ਕੇ ਕੋਲੇ ਵੀ ਆ ਭਾਈ ਇਹਨੂੰ ਲੈ ਕੇ ਜਾਓ, ਇਹਦੇ ਖਿਲਾਫ ਜਿਹੜਾ ਹੈ ਕੰਸਰਨਡ SHO ਕਾਰਵਾਈ ਕਰ ਸਕਦਾ। ਤੁਹਾਡੇ ਨਾਲ ਕਦੀ ਐਨਕਾਊਂਟਰ ਹੋਇਆ ਇਦਾਂ ਦਾ? ਨਹੀਂ, ਇੱਕ ਵਾਰੀ ਕੋਈ ਹੋਇਆ ਸੀ ਕਿ ਉਹ ਮੈਂ ਰਾਜਸਥਾਨ ਦੇ ਬਾਰਡਰ 'ਤੇ ਮੈਂ ਚੈਕਿੰਗ ਕਰ ਰਿਹਾ ਸੀ, ਉਹ ਬੰਦਾ ਗੱਡੀ ਲੈ ਕੇ ਆਇਆ, ਗਰੀਬ ਬੰਦਾ ਸੀ, ਗੱਡੀ ਲੈ ਕੇ ਜਦੋਂ ਆਇਆ ਤੇ ਉਹਨੇ ਦੇਖਿਆ, ਲਾਇਸੈਂਸ ਦਿਖਾਇਆ, ਹਨੇਰਾ ਸੀ ਥੋੜ੍ਹਾ, ਤੇ ਲਾਇਸੈਂਸ ਚੈੱਕ ਕੀਤਾ, ਕਾਗਜ਼ ਚੈੱਕ ਕੀਤੇ, ਤੇ ਉਹ ਜਦੋਂ ਉਸ ਤੋਂ ਬਾਅਦ ਅਸੀਂ ਉਹਨੂੰ ਕਾਗਜ਼ ਚੈੱਕ ਕਰਨ ਤੋਂ ਬਾਅਦ ਭੇਜਤਾ ਵੀ ਚਲੋ ਕੋਈ ਨਹੀਂ ਤੁਸੀਂ ਜਾਓ। ਜਦੋਂ ਗੱਡੀ ਉੱਥੋਂ ਚਲੀ ਗਈ ਤਾਂ ਗੱਡੀ ਦੇ ਵਿੱਚ ਜਿਹੜੇ ਹੇਠਾਂ ਫਰਸ਼ ਵਾਲੇ ਫੱਟੇ ਹੁੰਦੇ ਆ, ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਉਹ ਪੋਸਤ
ਚੂਰਾ ਪੋਸਟ ਜਿੰਨੀ ਜਗ੍ਹਾ ਤੇ ਟਰੱਕ ਖੜਾ ਸੀ ਉਹ ਥੱਲੇ ਉਵੇਂ ਉਵੇਂ ਛਪ ਗਈਆਂ। ਉਹ ਮਤਲਬ ਇਟ ਮੀਨਸ ਉਹ 'ਚ ਖੁੱਲਾ ਪੋਸਟ ਹੋਏਗਾ। ਅਸੀਂ ਉਸੇ ਵੇਲੇ ਜਿਹੜੀ ਗੱਡੀ ਉਹਦੇ ਮੈਂ ਉੱਥੇ ਚੈਕਿੰਗ ਛੱਡੀ, ਮੈਂ ਕਿਹਾ ਯਾਰ ਆ ਬੰਦਾ ਫੜੋ, ਇਹ ਤਾਂ ਨੁਕਸਾਨ ਕਰੂਗਾ, ਇਹ ਤਾਂ ਪੰਜਾਬ ਦੀ ਜਵਾਨੀ ਨੂੰ ਜਿਹੜਾ ਹੈਗਾ ਤਬਾਹ ਕਰੂ ਵੀ ਐਡਾ ਇਹ 'ਚ ਕਾਫੀ ਮਾਤਰਾ 'ਚ ਹੋਏਗਾ ਜਿਹੜਾ ਇੰਨਾ ਥੱਲੇ ਡੁੱਲ ਗਿਆ। ਗੱਡੀ ਖੜੀ ਦੇ ਵਿੱਚੋਂ ਇਹ ਨਿਕਲ ਰਿਹਾ ਹੈਗਾ ਕਿਉਂਕਿ ਗੱਡੀ ਉਹ ਕੰਬਦੀ ਜਦੋਂ ਸਟਾਰਟ ਆ ਤੇ ਵਿੱਥ ਕਿਤੇ ਜ਼ਿਆਦਾ ਹੋਏਗੀ ਫੱਟਿਆਂ ਦੇ ਵਿੱਚ, ਉਵੇਂ ਟਰੱਕ ਦਾ ਜਿਹੜਾ ਉਹ ਹੇਠਾਂ ਛਪ ਗਿਆ। ਕੰਸਰਨ ਪੁਲਿਸ ਆਫੀਸਰ ਨਾਲ ਵੀ ਗੱਲ ਕੀਤੀ, ਯਾਰ ਬੰਦਾ ਲੱਭੋ ਜਿੱਥੇ ਆ। ਬੰਦਾ ਗਿਆ, ਅਸੀਂ ਲੱਭਿਆ, ਪਰ ਜਦੋਂ ਚੈਕਿੰਗ ਤੋਂ ਅੱਗੇ ਲੰਘ ਗਿਆ ਉਹਨੇ ਕਿਸੇ ਦੇ ਘਰੇ ਲਾ ਲਈ। ਮੈਂ ਪੁਲਿਸ ਨੂੰ ਕਹਿ ਕੇ ਭਾਈ ਆਹ ਬੰਦਾ ਇਸ ਤਰ੍ਹਾਂ ਦੀ ਇੱਕ ਗੱਡੀ ਆਈ ਸੀ, ਆਹ ਉਹਦਾ ਨੰਬਰ ਆ, ਟਰੇਸ ਕਰੋ, ਜੇ ਕਿਤੇ ਤੁਹਾਨੂੰ ਲੱਭਦੀ ਹੈਗੀ ਤੈਨੂੰ ਫੜ ਕੇ ਅੰਦਰ ਦਿਓ, ਉਹਦੇ 'ਚ ਉਹਦੀ ਤਲਾਸ਼ੀ ਲਓ, ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਹੋ ਸਕਦੀ ਆ। ਸੋ ਗੈਰ ਸਮਾਜੀ ਤੱਤ ਹੋਣ, ਗੈਰ ਸਮਾਜੀ ਜਿਹੜੇ ਕੋਈ ਚੀਜ਼ਾਂ ਇਸ ਤਰ੍ਹਾਂ ਵਸਤੂਆਂ ਜਾਂਦੀਆਂ ਹੋਣ, ਤੇ ਬਿਲਕੁਲ ਜਦੋਂ ਅਸੀਂ ਚੈਕਿੰਗ ਕਰ ਰਹੇ ਹਾਂ ਸਾਨੂੰ ਪਤਾ ਲੱਗ ਗਿਆ ਵੀ ਇਹਦੇ 'ਚ ਆਹ ਕੁਛ ਹੈਗਾ, ਤੇ ਸਾਡਾ ਫਰਜ਼ ਬਣਦਾ ਕੰਸਰਨ ਪੁਲਿਸ ਆਫੀਸਰ, ਕੰਸਰਨ ਥਾਣੇ ਦੇ ਵਿੱਚ ਇਨਫੋਰਮ ਕਰੋ ਕਿ ਭਾਈ ਆ ਇੱਥੇ ਕੋਈ ਗੱਲਬਾਤ ਹੈਗੀ, ਇਹਨਾਂ ਨੂੰ ਫੋਲੋ ਅਪ ਕਰੋ ਤੇ ਇਹਦਾ ਕਰੋ। ਤੇ ਸੋ ਇਹ ਵੀ ਬਹੁਤ ਜਿਹੜਾ ਜ਼ਰੂਰੀ ਹੈ। ਅੱਛਾ, ਉਸ ਤੋਂ ਬਾਅਦ ਮੈਂ ਜੇ ਉਸ ਗੱਲ ਤੇ ਮੈਂ ਫੇਰ ਆਵਾਂ ਕਿ ਜਿਹੜਾ ਇਹਨਾਂ ਨੇ ਪੋਸਟਾਂ ਖਤਮ ਕਰ ਦਿੱਤੀਆਂ, ਉਹਦੀ ਥਾਂ ਨਵੇਂ ਬੰਦੇ ਜਿਹੜੇ ਲਾਏ। ਹਾਂ, ਇੱਕ ਤਾਂ ਜਿਹੜੇ ਹੈਗੇ ਆ ਵੀ ਉਹ ਜਿਹੜੀਆਂ ਪੋਸਟਾਂ ਖਤਮ ਕਰਤੀਆਂ, 11 RTA ਬਣਾਤੇ। ਸਰਕਾਰ ਨੂੰ ਹੁਣ ਜਦੋਂ ਨਵੀਂ ਸਰਕਾਰ ਆਈ ਇਹਨੂੰ ਪਤਾ ਲੱਗਿਆ ਵੀ ਯਾਰ ਕਿੱਥੇ ਗਲਤੀ ਰਹਿ ਗਈ, ਜਾਂ ਲੋਕਾਂ ਨੇ ਵੀ ਡਿਮਾਂਡ ਕੀਤੀ ਵੀ ਤੁਸੀਂ ਯਾਰ ਸਾਨੂੰ ਜਿਹੜਾ ਕੰਮ ਸਾਡਾ ਫਾਜ਼ਿਲਕਾ 'ਚ ਹੁੰਦਾ ਸੀ ਤੇ ਸਾਨੂੰ 60-70 ਕਿਲੋਮੀਟਰ ਇੱਕ ਪਾਸੇ ਦਾ, ਮਤਲਬ ਤੁਸੀਂ ਇਹ ਵੀ 125-150 ਕਿਲੋਮੀਟਰ ਸਾਨੂੰ ਸਫ਼ਰ ਵੱਧ ਕਰਕੇ ਜਾਣਾ ਪੈਂਦਾ। ਜਾਂਦਿਆਂ ਨੂੰ ਕੋਈ ਆਫੀਸਰ ਨਹੀਂ ਬੈਠਾ, ਮੰਨ ਲਓ ਕਿਤੇ ਮੀਟਿੰਗ ਤੇ ਗਏ ਚੰਡੀਗੜ੍ਹ ਹੋਵੇ ਜਾਂ ਮੀਟਿੰਗ ਹੋਵੇ, ਹਾਂਜੀ, ਤੇ ਜੇ ਆਫੀਸਰ ਬੈਠਾ ਤੇ ਡੀਲਿੰਗ ਹੈਂਡ ਕੋਰਟ 'ਚ ਗਿਆ ਜੀ, ਕੋਰਟ ਕੇਸਿਸ ਵੀ ਬਹੁਤ ਹੁੰਦੇ ਆ। ਅੱਛਾ, ਉਹ ਫਿਰ ਜੇ ਮੁੜਨਾ ਪੈ ਗਿਆ, ਉਹਦੇ 2 ਗੇੜੇ ਲੱਗੇ ਵਿਚਾਰੇ, ਤਾਂ ਉਦੋਂ ਬਾਅਦ ਤਾਂ ਉਹਦਾ ਖਰਚਾ ਹੋ ਗਿਆ, ਲੋਕਾਂ ਨੂੰ ਪਰੇਸ਼ਾਨੀ ਹੋ ਰਹੀ, ਬਹੁਤ ਪਰੇਸ਼ਾਨੀ ਝੱਲੀ ਹੈ ਲੋਕਾਂ ਨੇ, ਮੈਂ ਇਸ ਗੱਲ ਨਾਲ ਐਗਰੀ ਕਰਦਾ। ਤਾਂ ਹੁਣ ਸਰਕਾਰ ਨੇ ਇੱਕ ਫੈਸਲਾ ਲੈ ਲਿਆ, ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਇੱਕ ਨੋਟੀਫਿਕੇਸ਼ਨ ਕਰਤਾ ਕਿ ਜਿਵੇਂ ਪਹਿਲਾਂ RTA ਸੀਗੇ 11 RTA ਨੂੰ ਖਤਮ ਕਰਕੇ ਤੇ 4 RTA ਬਣਾਤੇ, ਬਾਕੀ ਜਿਹੜੇ ਸੀਗੇ DTO ਸੀਗੇ, DTO ਦੀ ਪੋਸਟ ਨੂੰ RTO ਦਾ ਨਾਮ ਦਿੱਤਾ। ਤੇ ਉਹਦੇ 'ਚ ਪਹਿਲਾਂ 18 DTO ਸੀਗੇ ਤੇ ਹੁਣ ਇੱਕ ਮਲੇਰਕੋਟਲੇ ਦਾ ਹੋ ਗਿਆ, ਹੁਣ 19 DTO ਵਾਲੀ ਜਗ੍ਹਾ ਬਣ ਗਈ, ਡਿਸਟ੍ਰਿਕਟ ਹੈੱਡਕੁਆਟਰ ਹੋ ਗਏ, ਤੇ 4 ਤੇ ਤਾਂ ਉਹ ਹੈਗੇ ਨੇ RTA। ਤੇ ਉਹ RTO ਦੇ ਜਿਹਨੂੰ DTO ਸੀਗਾ ਉਹਦਾ ਨਾਂ RTO ਰੱਖਤਾ, ਰੀਜਨਲ ਟਰਾਂਸਪੋਰਟ ਆਫੀਸਰ। ਤਾਂ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਅੰਦਾਜ਼ਨ ਕਿ ਨੋਟੀਫਿਕੇਸ਼ਨ ਹੋ ਗਿਆ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਹਜੇ ਤੱਕ ਵੀ ਉੱਥੇ ਜਿਹੜੇ ਪੋਸਟਿੰਗ ਨਹੀਂ ਕਿਸੇ ਆਫੀਸਰ ਦੀ ਕੀਤੀ ਗਈ। ਅਫਸਰ ਭਰਤੀ ਨਹੀਂ ਹੋਏ। ਹਾਂ, ਆਫੀਸਰ ਹੈਗੇ ਨੇ ਸਰਕਾਰ ਕੋਲੇ ਹੈਗੇ ਆ, ਪਰ ਉਹਨਾਂ ਦੀ ਪੋਸਟਿੰਗ ਉਸ 'ਤੇ ਨਹੀਂ ਕੀਤੇ ਗਏ। ਉਹਨਾਂ ਦੇ ਆਰਡਰ ਕਰਨੇ ਚਾਹੀਦੇ ਆ ਵੀ RTO ਤੁਹਾਨੂੰ ਇੱਥੇ ਲਾਤਾ, ਤੁਹਾਨੂੰ RTO ਇੱਥੇ ਲਾਤਾ, ਉਹ ਆਪਦੇ ਕੰਮ ਕਰਨ। ਲੋਕ ਬੜੇ ਹੋਪਫੁਲ ਨੇ ਕਿ ਯਾਰ ਵੀ ਜੇ ਹੁਣ ਪਹਿਲਾਂ ਵਾਲੀ ਗੱਲ ਹੋ ਗਈ, ਸਾਨੂੰ ਡਿਸਟ੍ਰਿਕਟ ਹੈੱਡਕੁਆਟਰ 'ਤੇ ਸਾਨੂੰ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਹੈਗੀਆਂ ਟਰਾਂਸਪੋਰਟ ਡਿਪਾਰਟਮੈਂਟ ਵੱਲੋਂ, ਤਾਂ ਉਹ ਹੋਪਫੁਲ ਹੈਗੇ ਨੇ, ਉਹਨਾਂ ਨੂੰ ਆਸ ਹੈ ਕਿ ਬੜੀ ਛੇਤੀ ਇਹ ਸਾਡਾ ਕੰਮ ਪੂਰਾ ਹੋਏਗਾ। ਪਰ ਪਤਾ ਨਹੀਂ ਮਹਿਕਮੇ ਕੋਲ, ਸਰਕਾਰ ਕੋਲੇ ਆਫਿਸਰਸ ਹੈਗੇ ਨੇ, ਪਰ ਉਹਨਾਂ ਨੂੰ ਪੋਸਟਿੰਗ ਕਿਉਂ ਨਹੀਂ ਕਰ ਰਹੇ? ਪੋਸਟਿੰਗ ਹੋਣੀ ਚਾਹੀਦੀ ਹੈ, ਲੋਕਾਂ ਦੀਆਂ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਮਿਲਣ ਤੇ ਲੋਕਾਂ ਨੂੰ ਪਰੇਸ਼ਾਨੀ ਜਾਣ ਆਉਣ ਦਾ ਜਿਹੜਾ ਹੈਗਾ ਵਕਫਾ ਉਹ ਨਾ ਤੈਅ ਕਰਨਾ ਪਵੇ। ਤੇ ਸੋ ਸਮੇਂ ਅਨੁਸਾਰ ਜਿਹੜਾ ਹੈਗਾ ਇਹ ਫੈਸਲਾ, ਮੈਂ ਇਹਦੀ ਤਾਰੀਫ ਕਰੂੰਗਾ ਕਿ ਵਾਕਈ ਜਿਹੜਾ ਦੁਬਾਰਾ ਫਿਰ ਕਰਤਾ ਉਹਦੇ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਔਰ ਡਿਪਾਰਟਮੈਂਟ ਨੂੰ, ਸਰਕਾਰ ਨੂੰ ਰੈਵਨਿਊ ਆਏਗਾ। ਸੰਤ ਸਾਹਿਬ, ਇੱਕ ਬੜੀ ਅਹਿਮ ਚੀਜ਼ ਜਿਵੇਂ ਆਪਾਂ ਸ਼ੁਰੂਆਤ ਵਿੱਚ ਵੀ ਜ਼ਿਕਰ ਕਰ ਰਹੇ ਸੀ ਕਿ ਕੁਝ ਹੀ ਮਹਿਕਮੇ ਹੁੰਦੇ ਜਿਹੜੇ ਕਮਾਊ ਪੁੱਤ ਹੁੰਦੇ ਸਰਕਾਰ ਦੇ, ਪਰ ਕਈ ਵੇਲੇ ਕਹਿੰਦੇ ਕਿ ਪੋਲੀਟੀਕਲ ਕਲਾਸ ਇਦਾਂ ਦੇ ਫੈਸਲੇ ਲੈ ਲੈਂਦੀ ਹੈ ਜਿਹੜੇ ਨੁਕਸਾਨ ਸਾਬਿਤ ਹੁੰਦੇ ਨੇ, ਕਿਤੇ ਨਾ ਕਿਤੇ ਬੋਝ ਬਣ ਜਾਂਦੇ ਨੇ। ਹੁਣ ਪਿੱਛੇ ਜੇ ਇੱਕ ਫੈਸਲਾ ਇਹ ਲਿਆ ਗਿਆ ਕਿ ਤਮਾਮ ਔਰਤਾਂ ਜਿਹੜੀਆਂ ਨੇ ਪੰਜਾਬ ਦੀਆਂ, ਉਹਨਾਂ ਨੂੰ ਬੱਸਾਂ ਦੇ ਵਿੱਚ ਸਫ਼ਰ ਫਰੀ, ਆਪਣਾ ਆਧਾਰ ਕਾਰਡ ਦਿਖਾਓ ਤੇ ਫ੍ਰੀ ਸਫ਼ਰ ਕਰੋ। ਇਹ ਫੈਸਲਾ ਤੁਸੀਂ ਨਿੱਜੀ ਤੌਰ ਤੇ, ਜਿਵੇਂ ਕਿਉਂਕਿ ਰਹੇ ਹੋ ਇਸ ਡਿਪਾਰਟਮੈਂਟ ਦੇ ਵਿੱਚ ਵਿਚਰਦੇ ਰਹੇ ਹੋ, ਇਹ ਫੈਸਲਾ ਲਾਹੇਵੰਦ ਸਾਬਿਤ ਹੋਇਆ ਜਾਂ ਨੁਕਸਾਨ ਵਾਲਾ ਬਣਿਆ? ਤੇ ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ ਕਿ ਪੋਲੀਟੀਕਲ ਫੈਸਲਾ ਵੋਟਾਂ ਲੈਣ ਲਈ ਕੀਤਾ ਗਿਆ ਜਾਂ ਫਿਰ ਅਫਸਰਸ਼ਾਹੀ ਵੀ ਜ਼ਿੰਮੇਵਾਰ ਹੈ ਇਹਦੇ ਪਿੱਛੇ? ਨਿਰੋਲ ਪੋਲੀਟੀਕਲ। ਇਹ 'ਚ ਆਪਾਂ ਜੇ ਗੱਲ ਕਰੀਏ ਤਾਂ ਇੱਕ ਤਾਂ ਇਹ ਹੈਗਾ ਵੀ ਕੋਈ ਵੀ ਔਰਤ ਜਿਹੜੀ ਟਰੈਵਲ ਕਰਦੀ ਆ ਤੇ ਉਹਨੇ ਆਪਦਾ ਆਧਾਰ ਕਾਰਡ ਦਿਖਾਉਣਾ ਤੇ ਉਹਨੂੰ ਕਿਸੇ ਟਿਕਟ ਦੀ ਲੋੜ ਨਹੀਂ, ਤੇ ਉਹ ਫ੍ਰੀ ਆਫ ਕਾਸਟ ਜਿਹੜਾ ਹੈਗਾ ਉਹ ਬੀਬੀ ਸਫ਼ਰ ਕਰ ਸਕਦੀ। ਇੱਕ ਤਾਂ ਉਹਦੇ ਨਾਲ ਇਹ ਹੋ ਗਿਆ ਕਿ ਸਵਾਰੀ, ਲੇਡੀ ਸਵਾਰੀ ਬੱਸਾਂ ਦੇ ਵਿੱਚ ਵੱਧ ਗਈ। ਮੰਨ ਲਓ ਮੋਹਾਲੀ ਦੇ ਰਹਿਣ ਵਾਲੇ ਆ ਆਪਾਂ, ਮੋਹਾਲੀ ਦੇ ਵਿੱਚੋਂ ਕਿਸੇ ਬੀਬੀ ਨੇ ਇੱਥੇ ਲਿਆ ਵੀ ਇੱਥੇ ਸਬਜ਼ੀ ਬੜੀ ਮਹਿੰਗੀ ਵਿਕਦੀ ਆ ਜਾਂ ਇੱਥੇ ਚੰਗੀ ਨਹੀਂ ਲੱਗਦੀ, ਤੇ ਵੀ ਚਲੋ ਆਪਾਂ ਐਂ ਕਰਦੇ ਹਾਂ ਵੀ ਪਟਿਆਲੇ ਜਾ ਕੇ ਆਉਣੇ, ਇੱਥੋਂ ਵੀ ਮਿਲ ਜਾਣੀ ਹੈ, ਵਧੀਆ ਮਿਲ ਜਾਣੀ ਹੈ, ਸਿਰਫ ਇਹ ਵੀ ਚਲ ਕੋਈ ਨਹੀਂ ਕਿਹੜਾ ਕਿਰਾਇਆ ਲੱਗਣਾ,
ਉੱਥੋਂ ਹੀ ਲੈ ਆਉਣੇ ਸਬਜ਼ੀ, ਚੰਗੀ ਹੋ ਜਾਊਗੀ, ਵਧੀਆ, ਨਾਲੇ ਰਿਸ਼ਤੇਦਾਰੀ 'ਚ ਮਿਲ ਆਵਾਂਗੇ। 4 ਲੇਡੀਜ਼ ਇਕੱਠੀਆਂ ਹੋਈਆਂ ਤਾਂ ਮਤਲਬ ਬੇਲੋੜੀ ਆਵਾਜਾਈ ਜਿਹੜੀ ਲੇਡੀਜ਼ ਦੀ ਉਹ ਵੱਧ ਗਈ। ਔਰ ਜੇ ਜੈਂਟਸ ਨੇ ਵੀ ਕਿਤੇ ਜਾਣਾ ਹੁੰਦਾ ਉਹ ਕਹਿੰਦੇ ਯਾਰ ਤੇਰਾ ਮੈਂ ਟਿਕਟ ਲਾ ਕੇ ਜਾਊਂਗਾ, ਤੁਸੀਂ ਫ੍ਰੀ ਆਫ ਕਾਸਟ ਜਾਂਦੇ ਰਹਿਣਾ, ਆਧਾਰ ਕਾਰਡ ਦਿਖਾ ਕੇ ਤੁਸੀਂ ਜਾਓ। ਪਰ ਇੰਨਾ ਤਾਂ ਹੋ ਗਿਆ, ਉਹਨਾਂ ਨੇ ਵੋਟ ਆਪਦੀ ਪੱਕੀ ਕਰ ਲਈ ਵੀ ਬੀਬੀਆਂ ਬੜੀਆਂ ਖੁਸ਼ ਹੋਣਗੀਆਂ ਵੀ ਸਾਨੂੰ ਜਿਹੜਾ ਹੈਗਾ ਲਾਹਾ ਮਿਲ ਗਿਆ ਤੇ ਅਸੀਂ ਫ੍ਰੀ ਆਫ ਕਾਸਟ ਜਾਂਦੇ ਹਾਂ, ਸਾਡਾ ਕਿਰਾਇਆ ਬਚ ਗਿਆ। ਪਰ ਉਹਦੇ ਨਾਲ ਤੁਸੀਂ ਦੇਖੋ ਜਿਹੜੇ ਟਰਾਂਸਪੋਰਟਰਸ ਨੇ, ਬੱਸ ਆਪਰੇਟਰਸ ਨੇ, ਮੈਂ ਵਿੱਚ ਸਰਕਾਰੀ ਬੱਸ ਨੂੰ ਵੀ, ਮੈਂ PRTC ਦੀ ਵੀ ਗੱਲ ਕਰੂੰਗਾ, ਰੋਡਵੇਜ਼ ਦੀ ਵੀ ਗੱਲ ਕਰੂੰਗਾ, ਕਿ ਉਹਨਾਂ ਦੇ ਜਿਹੜੇ ਡਰਾਈਵਰ ਕੰਡਕਟਰਸ ਨੇ ਜਾਂ ਪ੍ਰਾਈਵੇਟ ਬੱਸ ਆਪਰੇਟਰਸ ਨੇ, ਉਹਨਾਂ ਦਾ ਇੰਨਾ ਨੁਕਸਾਨ ਹੋ ਰਿਹਾ ਕਿ ਉਹਨਾਂ ਦੇ ਟੈਕਸ ਪੂਰੇ ਨਹੀਂ ਹੁੰਦੇ। ਉਹਨਾਂ ਦਾ ਜਾਂ ਤਾਂ ਹੁੰਦਾ ਵੀ ਜੇ ਸਰਕਾਰ ਨੇ ਉਹਨਾਂ ਨੂੰ ਫ੍ਰੀ ਕਰਤਾ, ਘੱਟੋ ਘੱਟ ਜਿਹੜੇ ਪ੍ਰਾਈਵੇਟ ਬੱਸ ਆਪਰੇਟਰਸ ਹੈਗੇ ਆ ਤੇ ਉਹਨਾਂ ਦਾ ਜਿਹੜਾ ਹੈ ਟੈਕਸ ਘਟਾ ਦਿਓ ਯਾਰ, ਇਨਕਮ ਤਾਂ ਉਹਨਾਂ ਦੀ ਰਹਿ ਨਹੀਂ ਦਿੱਤੀ। ਕਿੱਥੇ ਲੇਡੀਜ਼ ਤੇ ਜੈਂਟਸ ਬਰਾਬਰ ਸਫ਼ਰ ਕਰਦੇ ਸੀ, ਹੁਣ ਜੈਂਟ ਸਫ਼ਰ ਕਰਨ ਵਾਸਤੇ ਘਟ ਗਏ ਨੇ, ਆਦਮੀ ਘਟ ਜਾਂਦੇ ਆ। ਬੀਬੀ ਨੇ ਫ੍ਰੀ ਜਾਣਾ ਹੁੰਦਾ, ਔਰਤਾਂ ਜਿਹੜੀਆਂ ਉਹ 'ਚ ਟਰੈਵਲ ਜ਼ਿਆਦਾ ਕਰਨ ਲੱਗ ਗਈਆਂ ਤਾਂ ਉਹਨਾਂ ਦੀ ਅਰਨਿੰਗ ਘਟ ਗਈ। ਤੇ ਜੇ ਉਹਦੀ ਅਰਨਿੰਗ ਘਟ ਗਈ ਆ, ਅਸੀਂ ਉਹਨਾਂ ਦਾ ਨੁਕਸਾਨ ਕਰਤਾ ਬੱਸ ਆਪਰੇਟਰ ਦਾ, ਤੇ ਸਾਡਾ ਫਰਜ਼ ਬਣਦਾ ਘੱਟੋ ਘੱਟ ਉਹਨਾਂ ਦਾ ਟੈਕਸ ਹੀ ਘੱਟ ਕਰ ਦਿਓ। ਅਕਸਰ ਇਹ ਵੀ ਜ਼ਿਕਰ ਚੱਲ ਪੈਂਦਾ, ਕਹਿੰਦੇ ਕਿ ਪਬਲਿਕ ਟਰਾਂਸਪੋਰਟ ਜਿਹੜੀ ਹੁੰਦੀ ਆ ਉਹਨੂੰ ਉਤਸ਼ਾਹਿਤ ਕਰਨ ਦੇ ਲਈ ਇਦਾਂ ਦੇ ਫੈਸਲੇ ਲਿਆ ਗਿਆ। ਪਰ ਮੈਨੂੰ ਲੱਗਦਾ ਕਿ ਇਹ ਪਬਲਿਕ ਟਰਾਂਸਪੋਰਟ ਉਤਸ਼ਾਹਿਤ ਹੋ ਰਹੀ ਹੈ ਇਹਦੇ ਨਾਲ, ਜਾਂ ਇਹਦੇ ਨਾਲ ਉਲਟਾ ਅਸਰ ਹੋ ਰਿਹਾ ਇਹਦੇ ਨਾਲ ਤੁਹਾਡੇ? ਨਹੀਂ, ਇਹਦੇ ਨਾਲ ਗਲਤ ਅਸਰ ਹੋ ਰਿਹਾ ਜੀ। ਤੁਸੀਂ ਦੇਖੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਇਹ ਡੇ ਬਾਏ ਡੇ ਨੁਕਸਾਨ ਹੋ ਰਿਹਾ। ਜੇ ਹੁਣ ਬੱਸ ਆਪਰੇਟਰ ਜਿਹੜਾ ਹੈਗਾ ਉਹ ਟੈਕਸ ਹੀ ਨਹੀਂ ਪੇ ਕਰ ਸਕੂਗਾ, ਕੀ ਕਰੂਗਾ? ਆਫਟਰ ਆਲ ਹੁਣ ਘਰੋਂ ਉਹਨੇ ਕੁਝ ਵੇਚ ਕੇ ਤਾਂ ਉਹਨੇ ਟੈਕਸ ਪੇ ਨਹੀਂ ਕਰਨਾ। ਜੇ ਉਹਦੀ ਕੋਈ ਇਨਕਮ ਹੋਏਗੀ ਤਾਂ ਹੀ ਉਹਨੇ ਟੈਕਸ ਪੇ ਕਰਨਾ। ਇਨਕਮ ਉਹਦੀ ਹੋ ਨਹੀਂ ਰਹੀ। ਜਦੋਂ ਰੋਡਵੇਜ਼ ਦੀ ਗੱਡੀ ਖੜੀ ਹੈ, PRTC ਦੀ ਗੱਡੀ ਖੜੀ ਹੈ, ਤਾਂ ਉਹ ਲੇਡੀਜ਼ ਜਿਹੜਾ ਉਹਦੇ ਤੇ ਤਾਂ ਤੁਸੀਂ ਆਪਾਂ ਦੇਖਿਆ ਹੈਗਾ, ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਿਆ, ਬਹੁਤ ਵੱਧ ਗਈਆਂ। ਆ ਪਿੱਛੇ ਜੇ ਇੱਕ ਬੀਬੀ ਨੇ ਉਹਦੀ ਟਿਕਟਾਂ ਕੱਟਣ ਵਾਲੀ ਮਸ਼ੀਨ ਹੀ ਕੰਡਕਟਰ ਦੀ ਖੋਲੀ ਸੀ, ਤੇ ਸੋ ਇਸ ਤਰ੍ਹਾਂ ਦੇ ਕਾਫੀ ਆਪਾਂ ਲੇਡੀਜ਼ ਵੀ ਗੁੱਥਮ ਗੁੱਥੇ ਗੁੱਤੋ ਗੁੱਤੀ ਹੁੰਦੇ ਆਪਾਂ ਦੇਖੀਆਂ ਹੈਗੀਆਂ ਵੀਡੀਓਜ਼। ਸੋ ਇੱਕ ਤਾਂ ਇਹ ਹੈਗਾ ਕਿ ਅਨਰੈਸਟ ਇਹ ਵੀ ਹੋਈ ਆ ਪਬਲਿਕ ਦੇ ਵਿੱਚ ਇਸ ਕਰਨ ਨਾਲ। ਤਾਂ ਸਿਰਫ ਇੰਨਾ ਹੈਗਾ ਵੀ ਪੋਲੀਟੀਸ਼ੀਅਨ ਨੇ ਆਪਦਾ ਜਿਹੜਾ ਹੈਗਾ ਉਹ ਉੱਲੂ ਸਿੱਧਾ ਕਰ ਲਿਆ ਵੀ ਬੀਬੀਆਂ ਖੁਸ਼ ਹੋ ਕੇ ਸਾਨੂੰ ਵੋਟ ਪਾ ਦੇ। ਠੀਕ ਹੈ। ਜਿਵੇਂ ਦੂਜੀ ਗੱਲ ਵੀ ਇਹ ਦੇਖੋ ਵੀ ਵੋਟਰ ਨੂੰ ਖੁਸ਼ ਕਰਨ ਵਾਸਤੇ ਜਿਹੜੀ ਮੈਂ ਗੱਲ ਕਰਦਾ, ਹੁਣ ਜਿਵੇਂ ਆਹ ਸਰਕਾਰ ਸੀ, ਸਰਕਾਰ ਨੇ ਆਉਣ ਤੋਂ ਪਹਿਲਾਂ ਕਹਿਤਾ ਵੀ ਹਰ ਬੀਬੀ ਨੂੰ ਅਸੀਂ 1000 ਰੁਪਇਆ ਮਹੀਨੇ ਦਾ ਦੇਵਾਂਗੇ। ਠੀਕ ਹੈ, ਉਹ ਵੀ ਹੋ ਗਿਆ। ਬੀਬੀਆਂ ਨੂੰ ਦੇ ਰਹੇ ਆ, ਪਰ ਉਹ ਹਜੇ ਤੱਕ ਉਹਨਾਂ ਨੂੰ ਦਿੱਤਾ ਨਹੀਂ ਗਿਆ। ਇੱਕ ਤਾਂ ਉਹਨਾਂ ਨੂੰ ਇਹ ਹੋ ਗਿਆ ਬੀਬੀਆਂ ਨੂੰ ਕਿ ਅਸੀਂ ਜਿਹੜਾ ਸਾਡਾ ਜਨਮਸਿੱਧ ਅਧਿਕਾਰ ਆ, ਨਾ ਸਾਡੇ ਕੋਲੇ ਟਿਕਟ ਲੱਗਣੀ ਹੈ ਸਾਡੀ ਕੋਈ, ਸਗੋਂ ਸਰਕਾਰ ਸਾਨੂੰ ਜਿਹੜਾ ਹੈਗਾ 1000 ਰੁਪਇਆ ਪਰ ਹੈਡ ਦੇਣਗੇ। ਉਹ ਵੱਖਰੀ ਗੱਲ ਆ ਵੀ ਹਜੇ ਤੱਕ ਨਹੀਂ ਦਿੱਤਾ। ਤਾਂ ਇਹ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਆ, ਇਹ ਲੋਕ ਹਿੱਤ 'ਚ ਨਹੀਂ ਜਾਂਦੇ, ਟਰਾਂਸਪੋਰਟਰਸ ਦੇ ਹਿੱਤ 'ਚ ਵੀ ਨਹੀਂ ਜਾਂਦੇ, ਕਿਉਂਕਿ ਲੋਕਾਂ ਦੇ ਵਾਸਤੇ ਵੀ ਇਹ ਬੜਾ, ਮੰਨ ਲਓ ਬੀਬੀ ਕਿਰਾਏ ਤੋਂ ਤਾਂ ਬਿਨਾਂ ਚਲੀ ਗਈ, ਤੇ ਜਦੋਂ ਬੱਸ ਦੇ ਵਿੱਚ ਲੜਾਈ ਝਗੜਾ ਹੋ ਗਿਆ, ਉਹ 'ਤੇ ਪਰਚਾ ਦਰਜ ਹੋ ਗਿਆ। ਦੱਸੋ ਵੀ ਟਿਕਟ ਕਟਾਉਣੀ ਸੌਖੀ ਹੈ ਕਿ ਪਰਚਾ ਦਰਜ ਕਰਾਉਣਾ ਸੌਖਾ ਹੈਗਾ? ਇੱਕ ਤਾਂ ਬਦਨਾਮੀ ਹੁੰਦੀ ਹੈ, ਬੇਇੱਜ਼ਤੀ ਹੁੰਦੀ ਹੈ। ਦੂਜੀ ਗੱਲ ਹੈਗੀ ਆ ਵੀ ਸਰਕਾਰ ਨੇ ਪੈਸਾ ਜਿਹੜਾ ਹੈਗਾ, ਸਰਕਾਰ ਕੋਲੇ ਰੈਵਨਿਊ ਆਉਣਾ ਸੀਗਾ, ਉਹ ਘਟ ਗਿਆ। ਪ੍ਰਾਈਵੇਟ ਗੱਡੀ 'ਤੇ ਕੋਈ ਬੈਠਦਾ ਨਹੀਂ, ਔਰ ਇਸੇ ਕਰਕੇ ਜਿਹੜਾ ਹੈਗਾ ਇਹ ਨੁਕਸਾਨ ਹੋ ਰਿਹਾ। ਸੋ ਇਹ ਫੈਸਲਾ ਮੈਂ ਨਿੱਜੀ ਤੌਰ 'ਤੇ ਕਹੂੰਗਾ, ਕਿਉਂਕਿ ਵੀ ਜਿਹੜਾ ਬੀਬੀਆਂ ਦਾ ਜਿਹੜਾ ਇਹਨਾਂ ਨੇ ਕਿਰਾਇਆ ਫ੍ਰੀ ਕੀਤਾ ਹੈਗਾ, ਉਹਦੇ ਨਾਲ ਨੁਕਸਾਨ ਹੀ ਹੋ ਰਿਹਾ, ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ। ਸੰਤ ਸਾਹਿਬ, ਇੱਕ ਬੜੀ ਅਹਿਮ ਚੀਜ਼ ਆ ਕਿ ਜਦੋਂ ਅਸੀਂ ਸਰਕਾਰੀ ਮਹਿਕਮਿਆਂ ਦੀ ਗੱਲ ਕਰੀਏ ਤਾਂ ਸਰਕਾਰੀ ਨੌਕਰੀ ਦਾ ਵੀ ਜ਼ਿਕਰ ਅਕਸਰ ਰਹਿੰਦਾ। ਅਸੀਂ ਹੁਣ ਬਹੁਤ ਸਾਰੇ ਤੁਹਾਡੇ ਜਿਹੜੇ, ਕਿਉਂਕਿ ਡਿਪਾਰਟਮੈਂਟ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਅਸੀਂ ਦੇਖਦੇ ਰਹੇ ਹਾਂ, ਬਹੁਤ ਸਾਰੇ ਲੋਕਾਂ ਤੱਕ ਪਹੁੰਚ ਵੀ ਹੁੰਦੀ ਰਹੀ ਹੈ ਤੁਹਾਡੇ, ਤੇ ਇਹ ਵੀ ਇੱਕ ਚਰਚਾ ਰਹੀ ਹੈ ਕਿ ਮੁਲਾਜ਼ਮਾਂ ਦੀ ਪੱਕੀ ਭਰਤੀ, ਚਾਹੇ ਉਹ ਡਰਾਈਵਰ ਹੋਣ ਚਾਹੇ ਉਹ ਕੰਡਕਟਰ ਹੋਣ, ਕਹਿੰਦੇ ਕਿ ਕਿੰਨਾ ਲੰਬਾ ਸਮਾਂ ਹੋ ਗਿਆ ਸਾਨੂੰ, ਉਹ ਕੰਟਰੈਕਟ 'ਤੇ ਭਰਤੀ ਕੀਤੇ ਜਾਂਦੇ ਆ, ਫਿਰ ਉਸ ਤੋਂ ਬਾਅਦ ਉਹਨਾਂ ਦੇ ਕੋਈ ਪੱਕਾ ਹੋਣਾ ਜਾਂ ਨਹੀਂ ਹੋਣਾ, ਜਾਂ ਉਹਨਾਂ ਨੂੰ ਸਰਕਾਰੀ ਸਹੂਲਤਾਂ ਮਿਲਣੀਆਂ ਜਾਂ ਨਹੀਂ ਮਿਲਣੀਆਂ, ਇਹ ਵੀ ਬੜੀ ਉਹਨਾਂ ਦੀ ਅਨਰੈਸਟ ਹੈਗੀ, ਉਹਨਾਂ ਦੇ ਵਿੱਚ ਬੜੀ ਚਿੰਤਾ ਰਹਿੰਦੀ ਹੈ ਇਸ ਗੱਲ ਦੀ। ਤੇ ਕੱਲ੍ਹ ਨੂੰ ਰਾਤ ਬਰਾਤੇ ਕੋਈ ਐਕਸੀਡੈਂਟ ਹੋ ਜਾਵੇ ਜਾਂ ਕੁਛ ਹਾਦਸਾ ਹੋ ਜਾਵੇ, ਉਹ ਕੋਈ ਉਹਨਾਂ ਨੂੰ ਰਿਬੇਟ ਨਹੀਂ ਹੈਗੀ। ਪਿੱਛੇ ਜੇ ਹਾਦਸਾ ਜਿਹੜਾ ਹੋਇਆ ਤੁਹਾਡੇ ਧਿਆਨ ਦੇ ਵਿੱਚ ਹੋਣਾ, ਜਿਹੜੀ ਪੰਜਾਬ ਰੋਡਵੇਜ਼ ਦੀ ਬੱਸ ਆਪਣੇ ਹੜ੍ਹ ਦੇ ਵਿੱਚ ਹੜ੍ਹ ਗਈ, ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਚਿੰਤਾ ਸੀ, ਤੇ ਉਹਦੀ ਮਦਦ ਲਈ ਡਰਾਈਵਰ ਤੇ ਕੰਡਕਟਰ ਧਰਨਾ ਵੀ ਦਿੰਦੇ ਰਹੇ। ਹਾਂਜੀ ਹਾਂਜੀ। ਤਾਂ ਲੱਗਦਾ ਕਿ ਇਹ ਜਿਹੜੀ ਇੱਕ ਪਾਸੇ ਪੱਕੀ ਨੌਕਰੀ ਦਾ ਜੁਗਾੜ ਕਰਨਾ, ਜਾਂ ਉਹਨਾਂ ਨੂੰ ਜਿਹੜੇ ਕੰਟਰੈਕਟ ਤੇ ਭਰਤੀ ਕੀਤੇ ਜਾਂਦੇ ਆ, ਉਹਨਾਂ ਲਈ ਵੀ ਕੋਈ ਹੱਲ ਹੋਣਾ ਚਾਹੀਦਾ, ਕਿਉਂਕਿ ਨੌਜਵਾਨ ਜਿਹੜਾ ਹੈਗਾ ਉਹ ਇਸੇ ਕਰਕੇ ਵਿਦੇਸ਼ਾਂ ਦਾ ਰੁਖ ਕਰ ਰਿਹਾ ਕਿ ਇੱਥੇ ਕੋਈ ਸਰਕਾਰੀ ਪੱਕੀ ਨੌਕਰੀ ਉਸ ਹਿਸਾਬ ਨਾਲ ਨਹੀਂ ਮਿਲ ਰਹੀ। ਇਹਦੇ 'ਚ ਨਾ ਜੀ ਤੁਸੀਂ ਵੀਰ ਜੀ ਬਿਲਕੁਲ ਸਹੀ ਗੱਲ ਕਹੀ ਆ ਕਿ ਇਕੱਲੇ ਪੋਲੀਟੀਸ਼ੀਅਨ ਨੂੰ ਜਾਂ ਸਰਕਾਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਮੈਨੂੰ ਵੋਟ ਕਿੱਥੋਂ ਮਿਲਣੀ ਹੈ। ਵੋਟ ਤਾਂ ਦੇਣੀ ਹੈ ਕਿਸੇ ਨੂੰ ਵੀ, ਜੇ ਪਤਾ ਲੱਗੇ ਵੀ ਤੁਸੀਂ ਕੰਮ ਵਧੀਆ ਕਰ ਰਹੇ ਹੋ ਤੇ ਵੋਟ ਤੁਹਾਨੂੰ ਆਪਣੇ ਆਪ ਹੀ ਲੋਕਾਂ ਨੇ ਦੇਣੀ ਹੈ।
ਜਿਹੜਾ ਆਪਾਂ ਗੱਲ ਕੀਤੀ ਹੈ ਵੀ ਹੜ੍ਹਾਂ ਦੇ ਵਿੱਚ ਹੜ੍ਹ ਗਈ ਉਹ ਬੱਸ, ਤੇ ਇੱਕ ਦੀ ਮੇਰੇ ਖਿਆਲ ਡਰਾਈਵਰ ਦੀ ਡੈੱਡ ਬੋਡੀ ਮਿਲ ਗਈ ਆ, ਦੂਸਰੇ ਦੀ ਮਿਲੀ ਨਹੀਂ, ਤੇ ਉਹ ਧਰਨੇ ਲਾ ਕੇ ਮੇਰੇ ਖਿਆਲ ਸਰਕਾਰ ਨੇ ਕੁਝ ਅਨਾਊਂਸ ਕੀਤਾ ਹੈਗਾ ਕਿ ਕੋਈ 25-25 ਲੱਖ ਮੇਰੇ ਖਿਆਲ ਕੁਝ ਕੀਤਾ ਐਗਜ਼ੈਕਟ ਫਿਗਰ ਮੈਨੂੰ ਯਾਦ ਨਹੀਂ, ਔਰ ਉਹਦੇ ਮੁਤਾਬਕ ਕੁਝ ਉਹਨਾਂ ਨੂੰ ਅਮਾਊਂਟ ਦੇਣਗੇ। ਤਾਂ ਇੱਕ ਤਾਂ ਇਹ ਗੱਲ ਹੈ ਵੀ ਜਦੋਂ ਪਤਾ ਹਾਲਾਤ ਮਾੜੇ ਨੇ, ਉੱਥੇ ਬੱਸ ਉਸ ਪਾਸੇ ਭੇਜਣੀ ਹੀ ਨਹੀਂ ਚਾਹੀਦੀ ਸੀ। ਤੁਸੀਂ ਦੇਖੋ ਜੇ ਤੁਸੀਂ ਟੂਰ ਤੇ ਜਾਣਾ ਹੋਵੇ, ਹੜ੍ਹ ਚੱਲ ਰਿਹਾ, ਉੱਥੇ ਪਾਣੀ ਇੰਨਾ ਹੋ ਰਿਹਾ, ਲੈਂਡ ਸਲਾਈਡਿੰਗ ਹੋ ਰਹੀ ਆ, ਤੇ ਤੁਸੀਂ ਆਪ ਹੀ ਕੈਂਸਲ ਕਰ ਦੋਗੇ ਫੈਮਿਲੀ ਟੂਰ, ਅਸੀਂ ਕਿਹਾ ਵੀ ਮੈਂ ਨਹੀਂ ਜਾਣਾ ਲੈ ਕੇ। ਸੋ ਇਹ ਵੀ ਸੀਗਾ ਵੀ ਕੰਸਰਨਡ ਆਫਿਸਰਸ ਨੂੰ ਚਾਹੀਦਾ ਸੀਗਾ ਵੀ ਨਹੀਂ, ਬੱਸ ਨਹੀਂ ਅਸੀਂ ਉੱਥੇ ਭੇਜਣੀ ਜੀ, ਕੋਈ ਗੱਲ ਨਹੀਂ। ਇੱਕ ਤਾਂ ਬੱਸ ਦਾ ਵੀ ਨੁਕਸਾਨ ਹੋਇਆ, ਡਰਾਈਵਰ ਕੰਡਕਟਰ ਵੀ ਗਏ, ਤੇ ਉਹਦੇ ਵਿੱਚ ਸਵਾਰੀਆਂ ਕਿੰਨੀਆਂ ਸੀ ਜਿਨ੍ਹਾਂ ਦੇ ਹਜੇ ਤੱਕ ਜ਼ਿਕਰ ਨਹੀਂ ਹੋਇਆ ਵੀ ਬੱਸ ਦੇ ਵਿੱਚ ਕਿੰਨੀਆਂ ਸਵਾਰੀਆਂ ਸੀਗੀਆਂ, ਜਿਹੜੇ ਉਹਨਾਂ ਦੇ ਵਿੱਚੋਂ ਕਿੰਨੀਆਂ ਬਚੀਆਂ ਉਹਦਾ ਵੀ ਹਜੇ ਕੋਈ ਲੇਖਾ ਜੋਖਾ ਨਹੀਂ। ਪਰ ਡਰਾਈਵਰ ਕਿਹੜਾ ਲੈ ਕੇ ਗਿਆ ਸੀ, ਕੰਡਕਟਰ ਕਿਹੜਾ ਗਿਆ ਸੀ, ਇਹ ਰਿਕਾਰਡ ਡਿਪਾਰਟਮੈਂਟ ਕੋਲੇ ਹੁੰਦਾ ਕਿੰਨਾ ਨੰਬਰ ਬੱਸ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਵੀ ਕਿ ਸਾਡੀ ਇਹ ਬੱਸ ਲਾਪਤਾ ਹੈਗੀ। ਹਾਂਜੀ, ਉਸ ਤੋਂ ਬਾਅਦ ਹੀ ਖਬਰ ਸਾਹਮਣੇ ਆਈ ਬਾਅਦ ਵਿੱਚ। ਬਿਲਕੁਲ ਬਿਲਕੁਲ। ਤਾਂ ਇੱਕ ਤਾਂ ਦੇਖੋ ਉੱਥੇ ਭੇਜਣ ਦੀ ਲੋੜ ਨਹੀਂ ਸੀ, ਨੁਕਸਾਨ ਹੋ ਗਿਆ। ਦੂਜੀ ਗੱਲ, ਕੱਲਾ ਇਸੇ ਕਰਕੇ ਨਹੀਂ, ਉਹ ਜਿਹੜੇ ਕਰਮਚਾਰੀ ਆ ਰੋਡਵੇਜ਼ ਦੇ ਜਾਂ ਟਰੱਕ ਬੱਸ ਡਰਾਈਵਰਸ ਹੈਗੇ ਨੇ, ਕੰਡਕਟਰਸ ਹੈਗੇ ਨੇ, ਜਾਂ ਉਸ ਕਰਮਚਾਰੀ ਉਸ ਰੋਡਵੇਜ਼ ਨਾਲ ਸੰਬੰਧਾਂ ਦੇ ਟਰਾਂਸਪੋਰਟ ਨਾਲ, ਉਹਨਾਂ ਬੰਦਿਆਂ ਨੇ ਇਕੱਲਾ ਉਹਦੇ ਕਰਕੇ ਨਹੀਂ, ਧਰਨਾ ਲਾ ਕੇ ਮੁਜ਼ਾਹਰਾ ਕਰਕੇ ਫਿਰ ਉਹ ਲਿਆ ਹੱਕ ਕਿ ਸਾਨੂੰ ਇਹ ਦਿੱਤਾ ਜਾਵੇ। ਅੱਛਾ, ਇਸ ਤੋਂ ਇਲਾਵਾ ਤੁਸੀਂ ਦੇਖੋ ਕਦੇ ਗੇਟ ਰੈਲੀ ਹੋ ਰਹੀ ਆ, ਕਦੇ ਰੋਡ ਜਾਮ ਕੀਤਾ ਜਾ ਰਿਹਾ, ਇੱਕ ਦਿਨ ਦੇ ਲਈ ਧਰਨਾ ਸਟ੍ਰਾਈਕ, ਸੰਕੇਤਕ ਧਰਨੇ ਦਿੱਤੇ ਜਾ ਰਿਹਾ। ਉਹ ਬਿਲਕੁਲ ਤੁਹਾਡੀ ਗੱਲ ਠੀਕ ਆ, ਇਹ ਬੱਸ ਡਰਾਈਵਰਸ ਦੇ ਵਿੱਚ, ਕੰਡਕਟਰਸ ਦੇ ਵਿੱਚ ਅਨਰੈਸਟ ਆ, ਬਿਲਕੁਲ ਉਹ ਨਿਰਾਸ਼ ਨੇ। ਉਹਨਾਂ ਨੂੰ ਜਿਵੇਂ ਜਿਹੜੇ ਹੈਗੇ ਆ ਕੰਟਰੈਕਟ ਬੇਸ ਤੇ ਰੱਖੇ ਹੋਏ ਨੇ, ਤਾਂ ਕੀ ਹਰਜ ਆ ਜਦੋਂ ਕੰਟਰੈਕਟ ਬੇਸ ਤੇ ਕਰ ਰਹੇ ਆ, ਸਰਕਾਰ ਦੀ ਸੇਵਾ ਕਰ ਰਹੇ ਆ, ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੇ ਆ, ਸਰਕਾਰ ਦੀ ਕਮਾਂਡ ਹੇਠ ਸੇਵਾ ਕਰ ਰਹੇ ਆ, ਤੇ ਕੀ ਹਰਜ ਆ ਉਹਨਾਂ ਨੂੰ ਪੱਕੇ ਕਰ ਦੇਣਾ ਚਾਹੀਦਾ। ਜੇ ਉਹਨਾਂ ਨੂੰ ਪੱਕੇ ਕਰਨਗੇ ਤਾਂ ਫੇਰ ਹੀ ਜਿਹੜਾ ਹੈਗਾ ਉਸ ਤੋਂ ਅੱਗੇ ਜਿਹੜੇ ਬਾਕੀ ਲੋਕਾਂ ਦੇ ਲੋਕ ਉਤਸ਼ਾਹਿਤ ਹੋਣਗੇ ਕਿ ਸਰਕਾਰੀ ਸੇਵਾ ਕਰਨ ਦੇ ਵਿੱਚ ਵਧੀਆ ਗੱਲ ਆ, ਸਰਕਾਰ ਜ਼ਿੰਮੇਵਾਰੀ ਲੈਂਦੀ ਹੈ ਵੀ ਹਾਂ ਭਾਈ ਇਹਨੂੰ ਅਸੀਂ ਪੈਨਸ਼ਨ ਵੀ ਦੇਵਾਂਗੇ, ਇਹਨਾਂ ਦੇ ਬਣਦੇ ਦੇ ਫੰਡਸ ਵੀ ਦੇਵਾਂਗੇ, ਆਫਟਰ ਰਿਟਾਇਰਮੈਂਟ ਜਿਹੜੇ ਹੈਗੇ ਉਹ ਵੀ ਇਹਨਾਂ ਨੂੰ ਡਿਊਜ਼ ਮਿਲਣਗੇ। ਤਾਂ ਜੇ ਤੁਸੀਂ ਕੰਟਰੈਕਟ ਤੇ ਰੱਖ ਕੇ ਤੇ ਉਦੋਂ ਆਪਾਂ 15 ਸਾਲ 20 ਸਾਲ ਤੱਕ ਅਸੀਂ ਐਵੇਂ ਹੀ ਲੈ ਜਾਵਾਂਗੇ, ਤੇ ਐਵੇਂ ਉਹਨਾਂ ਦੀ ਕਿਸੇ ਨਾ ਕਿਸੇ ਦਿਨ ਛੁੱਟੀ ਕਰ ਦੇਣੀ ਹੈ ਵੀ ਪਤਾ ਨਹੀਂ ਕਿਹੜੀ ਸਰਕਾਰ ਨੇ ਆ ਕੇ ਕਹਿ ਦੇਣਾ ਕੰਟਰੈਕਟਰ ਤੇ ਜਿਹੜੇ ਰੱਖੇ ਨੇ ਸਾਰੇ ਸੇਵਾ ਪੂਰੀ ਹੋ ਗਈ, ਤੁਸੀਂ ਜਾਓ ਕਰੇ। ਸੋ ਇੱਕ ਤਾਂ ਉਹਨੂੰ ਤਸੱਲੀ ਉਹਦੀ ਹੋਣੀ ਚਾਹੀਦੀ ਹੈ ਕਿ ਮੈਂ ਜ਼ਿੰਮੇਵਾਰ ਸਰਕਾਰ ਦੇ ਨਾਲ ਕੰਮ ਕਰ ਰਿਹਾ, ਔਰ ਮੇਰੀ ਜ਼ਿੰਦਗੀ ਸੁਰੱਖਿਅਤ ਆ, ਮੇਰੇ ਪਰਿਵਾਰ ਦਾ ਰੁਜ਼ਗਾਰ ਜਿਹੜਾ ਹੈਗਾ, ਪਰਿਵਾਰ ਵਾਸਤੇ ਮੈਂ ਸ਼ਾਮ ਨੂੰ ਕੋਈ 4 ਕਿਲੋ ਆਟਾ ਵੀ ਘਰੇ ਲੈ ਕੇ ਜਾਣਾ, ਸਬਜ਼ੀ ਫਰੂਟ ਵੀ ਲੈ ਕੇ ਜਾਣਾ, ਤੇ ਉਹਦੇ ਵਾਸਤੇ ਮੇਰੀ ਜ਼ਿੰਦਗੀ ਦਾ ਇੱਕ ਪੱਕਾ ਹੋ ਗਿਆ ਕਿ ਜਿੰਨੀ ਦੇਰ ਤੱਕ ਮੈਂ ਜਿਉਣਾ ਹੈਗਾ ਮੈਂ ਆਪਦੇ ਪਰਿਵਾਰ ਨੂੰ ਵਧੀਆ ਪਾਲਣ ਪੋਸ਼ਣ ਦੇ ਸਕਦਾ। ਤੇ ਜੇ ਕੰਟਰੈਕਟ ਤੇ ਹੈਗਾ ਉਹਦਾ ਪਤਾ ਕੋਈ ਨਹੀਂ ਕਦੋਂ ਕਹਿ ਦੇਣਾ ਵੀ ਠੀਕ ਆ ਤੁਸੀਂ ਜਾਓ ਜੀ। ਸੋ ਇਹ ਜਿਹੜਾ ਸਰਕਾਰ ਨੂੰ ਚਾਹੀਦਾ, ਜਿਹੜੇ ਕੰਟਰੈਕਟ ਤੇ ਕੰਮ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਮਤਲਬ ਪੱਕੇ ਕੀਤੇ ਜਾਣ, ਔਰ ਨਵੀਂ ਇੰਪਲੋਇਮੈਂਟ ਦਿੱਤੀ ਜਾਵੇ। ਵਧੀਆ ਗੱਲ ਆ, ਕਿਉਂਕਿ ਜਿਹੜਾ ਯੂਥ ਹੈ, ਜੇ ਅਸੀਂ ਯੂਥ ਨੂੰ ਸਹੀ ਸਮੇਂ ਤੇ ਸਹੀ ਸੇਧ ਨਾ ਦੇਵਾਂਗੇ ਤਾਂ ਫਿਰ ਉਹ ਕਿਸੇ ਹੋਰ ਗਲਤ ਡਾਇਰੈਕਸ਼ਨ ਜਾਣਗੇ। ਨਸ਼ਾ ਤੁਸੀਂ ਦੇਖੋ ਵੀ ਨਸ਼ੇ ਵਾਲੇ ਪਾਸੇ ਯੂਥ ਕਿਉਂ ਜਾਂਦਾ, ਉਹਨੂੰ ਅਸੀਂ ਕੰਮ ਹੀ ਨਹੀਂ ਦਿੱਤਾ। ਨੌਕਰੀਆਂ ਦੇਣੀਆਂ ਚਾਹੀਦੀਆਂ। ਜਿਹੜੇ ਯੂਥ ਜਿਹੜਾ ਹੈਗਾ ਫ੍ਰੀ ਘੁੰਮ ਰਿਹਾ ਹੈਗਾ, ਮਾੜੇ ਪਾਸੇ ਜਾ ਰਿਹਾ, ਉਹਨੂੰ ਸਪੋਰਟਸ ਵਾਲੇ ਪਾਸੇ ਲਾਇਆ ਜਾਵੇ, ਕਲਚਰਲ ਐਕਟੀਵਿਟੀਜ਼ ਵਾਲੇ ਪਾਸੇ ਲਾਇਆ ਜਾਵੇ, ਉਹਨੂੰ ਹੋਰ ਕੰਮ ਦਿੱਤੇ ਜਾਣ, ਉਹਨਾਂ ਨੂੰ ਜੌਬ ਦਿੱਤੀ ਜਾਵੇ, ਤਾਂ ਆਪਣੇ ਆਪ ਹੀ ਉਸ ਪਾਸੇ ਰੁਝਾਨ ਘਟ ਜਾਂਦਾ। ਬਿਲਕੁਲ, ਤੁਸੀਂ ਹੁਣ ਜਦੋਂ ਨਸ਼ੇ ਦਾ ਜ਼ਿਕਰ ਕੀਤਾ, ਮੈਨੂੰ ਲੱਗਦਾ ਕਿ ਇਹਦੇ ਵਿੱਚ ਵੀ ਜਿਹੜੇ ਟਰਾਂਸਪੋਰਟ ਮਹਿਕਮੇ ਦੇ ਅਫਸਰ ਨੇ, ਜਿਵੇਂ ਡੀਟੀਓ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਹੁਣ ਆਰਟੀਓ ਹੋ ਗਏ ਜਾਂ ਆਰਟੀਏ ਹੋ ਗਏ, ਮੈਨੂੰ ਲੱਗਦਾ ਇਹ ਵੀ ਇੱਕ ਬੜੀ ਅਹਿਮ ਕੀ ਰੋਲ ਅਦਾ ਕਰਦੇ ਆ। ਜਦੋਂ ਇਹ ਅਫਸਰ ਸੜਕ ਤੇ ਖੜੇ ਹੋਣਗੇ ਤਾਂ ਨਸ਼ੇ ਦੀ ਜਿਹੜਾ ਵੇਚਣ ਵਾਲੇ ਆ ਉਹ ਜਦੋਂ ਆਉਂਦੇ ਜਾਂਦੇ ਆ ਉਹਨਾਂ ਨੂੰ ਵੀ ਡਰ ਰਹੂਗਾ। ਇੱਕ ਉਹ ਜਿਹੜੀ ਕਹਿੰਦੇ ਨਹੀਂ ਹੁੰਦੇ ਕਿ ਡਿਮਾਂਡ ਆ ਤਾਂ ਸਪਲਾਈ, ਜਦੋਂ ਸਪਲਾਈ ਬੰਦ ਹੋ ਜੂਗੀ ਡਿਮਾਂਡ ਆਪੇ ਹੀ ਘਟੂਗੀ। ਉਸ ਹਿਸਾਬ ਨਾਲ ਮੈਨੂੰ ਲੱਗਦਾ ਕਿ ਇਹ ਵੀ ਨਸ਼ੇ ਤੇ ਠੱਲ ਪਾਉਣ ਦੇ ਲਈ ਇੱਕ ਵੱਡੀ ਜ਼ਿੰਮੇਵਾਰੀ ਨਿਭਾ ਸਕਦੇ ਸੀ ਵੱਡੇ ਅਫਸਰ ਜਿਹੜੇ ਸੀ। ਬਿਲਕੁਲ, ਮੈਂ ਇਹੀ ਗੱਲ ਦੱਸ ਰਿਹਾ ਨਾ ਜੀ, ਤੁਸੀਂ ਇਹ ਦੇਖੋ ਵੀ ਜਦੋਂ ਆਫੀਸਰ ਸੜਕ ਤੇ ਚੈਕਿੰਗ ਕਰ ਰਿਹਾ, ਭਾਵੇਂ ਪੁਲਿਸ ਦਾ ਆਫੀਸਰ ਹੀ ਹੋਵੇ, ਇੱਕ ASI ਖੜਾ ਚੈਕਿੰਗ ਕਰ ਰਿਹਾ ਹੋਵੇ ਆਪਦੇ 4 ਮੁਲਾਜ਼ਮ ਨਾਲ ਲੈ ਕੇ, ਤਾਂ ਵੀ ਨਾਕੇ ਤੋਂ ਜਿਹੜੇ ਕੋਈ ਗਲਤ ਕੰਮ ਕਰਨ ਵਾਲੇ ਗਲਤ ਅਨਸਰ ਹੈਗੇ ਆ, ਉਹ ਰਾਹੇ ਕੱਚੀਆਂ ਡੰਡੀਆਂ ਕਿਸੇ ਪਾਸੇ ਹੋਰ ਖੇਤਾਂ ਖੂਤਾਂ ਵਿੱਚ ਹੋ ਕੇ ਆਪਦਾ ਰਸਤਾ ਤੈਅ ਕਰਦੇ ਆ, ਜਾਂ ਕਿਤੇ ਰੁਕ ਜਾਂਦੇ ਵੀ ਜਦੋਂ ਨਾਕਾ ਚੱਕਿਆ ਜਾਊਗਾ ਉਦੋਂ। ਸੋ ਜਿਹੜਾ ਆਉਣ ਜਾਣ ਬਣਿਆ ਹੈਗਾ ਗਲਤ ਅਨਸਰਾਂ ਦਾ, ਤੇ ਜੇ ਇਹ ਸਾਰੇ DTOs ਵੀ ਸੜਕ ਤੇ ਖੜ੍ਹਦੇ, ਪੁਲਿਸ ਆਫੀਸਰ ਤਾਂ ਚਲੋ ਉਹ ਚੈਕਿੰਗ ਉਹਨਾਂ ਦਾ ਐਜ਼ ਇਟ ਇਜ਼ ਚੱਲ ਰਿਹਾ, ਤਾਂ ਇਹ ਨਸ਼ੇ ਦਾ ਜਿਹੜਾ ਹੈਗਾ ਆਉਣ ਜਾਣ ਆਦਾਨ ਪ੍ਰਦਾਨ ਇਹ ਵੀ ਘਟ ਜਾਣਾ ਸੀ। ਤੇ ਸੋ ਇਸ ਕਰਕੇ ਹੁਣ ਉਮੀਦ ਕਰਦੇ ਹਾਂ ਆਪਾਂ ਸਰਕਾਰ ਤੋਂ ਕਿ ਸਰਕਾਰ ਜਿਹੜੇ ਹੈਗੇ ਆ ਇਹ ਨਵੇਂ ਆਫੀਸਰ ਜਿਹੜੇ ਹੈਗੇ ਆ RTOs
ਤੇ ਆਰਟੀਏ ਆਲਰੇਡੀ ਕੰਮ ਕਰ ਰਿਹਾ, 4 ਰਹਿ ਗਏ ਆਰਟੀਏ, ਉਹ ਆਲਰੇਡੀ ਕੰਮ ਕਰ ਰਿਹਾ। ਜਿਹੜੇ ਆਰਟੀਓ ਦੀਆਂ ਪੋਸਟਾਂ ਬਣੀਆਂ ਹੈਗੀਆਂ ਉੱਥੇ ਬੰਦੇ ਅਪਾਇੰਟ ਕਰਨ, ਉਹਨਾਂ ਦੀ ਪੋਸਟਿੰਗ ਕਰਨ ਤੇ ਕੰਮ ਵਧੇ, ਲੋਕਾਂ ਨੂੰ ਸੁਵਿਧਾਵਾਂ ਮਿਲਣ, ਲੋਕਾਂ ਨੂੰ ਲੰਮਾ ਸਫ਼ਰ ਨਾ ਤੈਅ ਕਰਨਾ ਪਵੇ, ਔਰ ਲੋਕਾਂ ਨੂੰ ਜਿਹੜਾ ਸਰਕਾਰ ਨੂੰ ਵੀ ਜਿਹੜਾ ਹੈਗਾ ਰੈਵਨਿਊ ਉਹਦੇ ਨਾਲ ਵਧੇਗਾ। ਸੰਧੂ ਸਾਹਿਬ ਇੱਕ ਬੜੀ ਅਹਿਮ ਚੀਜ਼ ਆ, ਕਹਿੰਦੇ ਕਿ ਕਈ ਵੇਲੇ ਅਫਸਰ ਜਿਹੜੇ ਹੁੰਦੇ ਨੇ ਉਹ ਆਪਣੇ ਪੱਧਰ ਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਨੇ, ਪਰ ਕਈ ਵੇਲੇ ਸਰਕਾਰ ਦੇ ਉੱਪਰ ਜਿਹੜੇ ਵੱਡੇ ਵੱਡੇ ਆਗੂ ਹੁੰਦੇ ਨੇ ਉਹੀ ਇੱਦਾਂ ਦਾ ਦਬਾਅ ਬਣਾ ਦਿੰਦੇ ਨੇ ਕਿ ਉਹਨਾਂ ਤੋਂ ਮਜਬੂਰੀ ਗਲਤ ਕੰਮ ਕਰਵਾਇਆ ਜਾਂਦਾ। ਆਰਟੀਓ ਜਾਂ ਹੋ ਗਏ, ਜਾਂ ਹੁਣ ਜਿਵੇਂ ਆਰਟੀਓ ਹੋਣ ਦੀ ਗੱਲ ਆ, ਉਸ ਤੋਂ ਪਹਿਲਾਂ ਡੀਟੀਓ ਦੀ ਗੱਲ ਆ, ਕਹਿੰਦੇ ਕਿ ਬੜੇ ਡੀਟੀਓ ਅੰਡਰਸਟੈਂਡਿੰਗ ਕਰ ਲੈਂਦੇ ਸੀ ਵੀ ਬੱਸਾਂ ਵਾਲੇ ਸਿੱਧਾ ਪੈਸਾ ਪਹੁੰਚਾਉਂਦੇ ਸੀ ਜਾਂ ਟਰੱਕ ਡਰਾਈਵਰ ਸਿੱਧਾ ਪੈਸਾ ਪਹੁੰਚਾਉਂਦੇ ਸੀਗੇ। ਇਹ ਵੀ ਕਹਿੰਦੇ ਬੜੀ ਅੰਡਰਸਟੈਂਡਿੰਗ ਰਹੀ ਹੈ ਪਹਿਲਾਂ। ਅੱਛਾ ਜੀ, ਇੱਕ ਨਾ ਚਲੋ ਆਪਾਂ ਪੋਲੀਟੀਕਲੀ ਗੱਲ ਜੇ ਛੇੜੀ ਆ ਤਾਂ ਉਹਦੇ 'ਚ ਕੀ ਹੈ ਕਿ ਮੈਂ ਆਪਣੀ ਹੱਡ ਬੀਤੀ ਮੈਂ ਤੁਹਾਨੂੰ ਦੱਸਦਾ ਹੈਗਾ ਕਿ ਪੋਲੀਟੀਸ਼ੀਅਨ ਤੇ ਡਿਪੈਂਡ ਕਰਦਾ। ਕੁਛ ਤਾਂ ਇਸ ਤਰ੍ਹਾਂ ਦੇ ਵੀ ਹੁੰਦੇ ਆ ਵੀ ਭਾਈ ਵੀ ਮੈਂ ਕਹਤਾ ਨਾ ਇਹ ਮੇਰਾ ਹੁਕਮ ਹੈ, ਕੰਮ ਹੋਣਾ ਚਾਹੀਦਾ, ਗਲਤ ਠੀਕ ਜੋ ਕਹਤਾ ਇਹ ਮੈਨੂੰ ਪਤਾ ਜੀ ਕਰਕੇ ਦਿਓ। ਕੁਦਰਤੀ ਸਬੱਬ ਨਾਲ ਮੈਂ ਡੀਟੀਓ ਫਾਜ਼ਿਲਕਾ ਸੀ, ਸੌਰੀ ਉਦੋਂ ਮੈਂ ਡੀਟੀਓ ਫਿਰੋਜ਼ਪੁਰ ਸੀ ਤੇ ਫਾਜ਼ਿਲਕਾ ਦਾ ਮੇਰੇ ਕੋਲ ਡਿਸਚਾਰਜ ਸੀ। ਤੇ ਉਦੋਂ ਸਾਡੇ ਟਰਾਂਸਪੋਰਟ ਮਿਨਿਸਟਰ ਵੀ ਸੁਰਜੀਤ ਕੁਮਾਰ ਜੈਨੀ ਸੀਗੇ, ਅਕਾਲੀ ਬੀਜੇਪੀ ਸਰਕਾਰ 'ਚ। ਹਾਂਜੀ, ਤਾਂ ਮੈਨੂੰ ਉਹਨਾਂ ਨੇ ਫੋਨ ਕੀਤਾ ਵੀ ਸੰਧੂ ਸਾਹਿਬ ਆਹ ਬੰਦਾ ਭੇਜਦਾ, ਇਹਨਾਂ ਨੂੰ ਇੱਕ ਪਰਮਿਟ ਗ੍ਰਾਂਟ ਕਰਨਾ, ਟੈਂਪੂ ਦਾ ਪਰਮਿਟ ਕਰਨਾ ਹੈਗਾ, ਤੇ ਇਹਦਾ ਕਰਕੇ ਨਾ ਇਹਨੂੰ ਪਰਮਿਟ ਦਾ ਕਰਕੇ ਦਿਓ, ਇਹਦਾ ਮਸਲਾ ਹੱਲ। ਬੰਦਾ ਵਿਚਾਰਾ ਗਰੀਬ ਆ, ਨੀਡੀ ਆ, ਲੋੜਵੰਦ ਆ, ਤੇ ਇਹਦਾ ਕਰਕੇ ਦਿਓ। ਚਲੋ ਮੈਂ ਨਾਂ ਕੋਡ ਕਰਤਾ ਤੇ ਉਹਦੇ 'ਚ ਕੀ ਹੈ ਕਿ ਜਦੋਂ ਉਹਨਾਂ ਨੇ ਕਹਿਤਾ ਮੈਂ ਕਿਹਾ ਜੀ ਭੇਜ ਦਿਓ। ਬੰਦਾ ਮੇਰੇ ਕੋਲ ਆਇਆ, ਮੈਂ ਉਹਦੇ ਨਾਲ ਗਿਆ, ਉਹਦਾ ਰੂਟ ਸਰਵੇ ਕੀਤਾ। 16 ਕਿਲੋਮੀਟਰ ਤੋਂ ਵੱਧ ਅਸੀਂ ਟੈਂਪੂ ਨੂੰ ਜਿਹੜਾ ਰਿਕਮੈਂਡ ਨਹੀਂ ਸੀ ਕਰ ਸਕਦੇ, ਉਹਦਾ 17 ਕਿਲੋਮੀਟਰ ਬਣਦਾ ਸੀ। ਤਾਂ ਉਹ ਬੰਦੇ ਨੂੰ ਜਦੋਂ ਮੈਂ ਦੱਸਿਆ, ਮੈਂ ਕਿਹਾ ਵੀ ਭਾਈ ਤੇਰਾ 17 ਕਿਲੋਮੀਟਰ ਬਣਦਾ, ਮੰਤਰੀ ਜੀ ਨੇ ਤੁਹਾਡਾ ਕਹਿਤਾ, ਮੇਰੇ ਟਰਾਂਸਪੋਰਟ ਮਿਨਿਸਟਰ ਹੈ, ਮੈਨੂੰ ਹੁਕਮ ਮੰਨਣਾ ਪੈਣਾ। ਪਰ ਉਹਨਾਂ ਦਾ ਹੁਕਮ ਦੇ ਨਾਲ ਨਾਲ ਮੇਰੀ ਡਿਊਟੀ ਵੀ ਬਣਦੀ ਹੈਗੀ ਹੈ, ਮੈਂ ਆਪਦੀ ਡਿਊਟੀ ਦੇ ਵਿੱਚ ਕੋਤਾਹੀ ਨਾ ਕਰਾਂ। 16 ਕਿਲੋਮੀਟਰ ਕਰ ਲਾ ਰੂਟ, ਇਹਦੇ ਵਿੱਚੋਂ ਕੋਈ ਪਿੰਡ ਛੱਡ ਦੇ, ਜਾਂ ਤੂੰ ਇਹ ਆਪਣੇ ਮੋਟਰਸਾਈਕਲ ਤੇ ਨਾਪ ਕੇ ਲੈ ਆ ਪਹਿਲਾਂ ਵੀ ਜਿੱਥੋਂ ਤੱਕ ਤੇਰਾ 16 ਕਿਲੋਮੀਟਰ ਬਣਦਾ, ਤੇ ਉਦੋਂ ਬਾਅਦ ਮੈਨੂੰ ਦੱਸ ਦੇ ਜੀ ਇੱਥੋਂ ਲੈ ਕੇ ਇੱਥੋਂ ਤੱਕ 16 ਬਣਦਾ, ਮੈਂ ਆਪਦੀ ਗੱਡੀ ਲੈ ਕੇ ਜਾਊਂਗਾ ਸਰਕਾਰੀ, ਜਾ ਕੇ ਮੈਂ ਉਹਦਾ ਰੂਟ ਸਰਵੇ ਕਰੂੰਗਾ। ਜੇ 16 ਕਿਲੋਮੀਟਰ ਬਣਦਾ ਹੋਇਆ ਉਹਦੀ ਸਰਵਿਸ ਦੀ ਲੋੜ ਹੋਈ ਪਬਲਿਕ ਨੂੰ, ਤੇ ਮੈਂ ਉੱਥੇ ਰਿਕਮੈਂਡ ਕਰ ਦੂੰਗਾ। ਉਹ ਬੰਦਾ ਮੰਤਰੀ ਜੀ ਕੋਲੇ ਵਾਪਸ ਜਾਂਦਾ ਰਿਹਾ। ਮੰਤਰੀ ਜੀ ਦਾ ਮੈਨੂੰ ਫੇਰ ਫੋਨ ਆ ਗਿਆ, ਕਹਿੰਦੇ ਜੀ ਡੀਟੀਓ ਸਾਹਿਬ ਉਹ ਮੈਂ ਬੰਦਾ ਭੇਜਿਆ ਸੀ ਤੇ ਉਹਦਾ ਕੰਮ ਨਹੀਂ ਹੋਇਆ, ਤੇ ਮੈਂ ਤੁਹਾਡੇ ਕੋਲ ਦੁਬਾਰਾ ਭੇਜਦਾ। ਮੈਂ ਕਿਹਾ ਜੀ ਠੀਕ ਹੈ ਭੇਜ ਦਿਓ। ਬੰਦਾ ਦੁਬਾਰਾ ਮੇਰੇ ਕੋਲ ਫੇਰ ਆ ਗਿਆ। ਉਹ ਮੈਂ ਕਿਹਾ ਜੀ ਇਹ ਤਾਂ ਬੰਦਾ ਉਹੀ ਆ। ਜਦੋਂ ਆਇਆ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਤੈਨੂੰ ਮੈਂ ਕਿਹਾ ਸੀਗਾ ਵੀ ਜੇ ਭਾਈ ਸਾਹਿਬ ਤੁਸੀਂ 16 ਕਿਲੋਮੀਟਰ ਤੋਂ ਘੱਟ ਬਣਦਾ ਮੈਂ ਕਰ ਦੂੰਗਾ, ਮੈਨੂੰ ਪਤਾ ਉੱਥੇ ਸਰਵਿਸ ਘੱਟ ਆ, ਸਰਵਿਸ ਹੋਰ ਲੋੜੀ ਦੀ ਆ, ਪਰ ਮੈਂ 16 ਕਿਲੋਮੀਟਰ ਇੱਕ ਪੁਆਇੰਟ ਨੂੰ ਮੈਂ ਰਿਕਮੈਂਡ ਨਹੀਂ ਕਰ ਸਕਦਾ। ਨਹੀਂ ਹੋ ਸਕਦਾ ਸੀ, ਮੈਂ ਭੇਜਤਾ। ਉਹ ਤੀਜੀ ਵਾਰੀ ਫੇਰ ਮੰਤਰੀ ਜੀ ਕੋਲੇ ਜਾ ਵੜਿਆ। ਮੰਤਰੀ ਜੀ ਮੈਨੂੰ ਫੇਰ ਕਹਿੰਦੇ ਵੀ ਸੰਧੂ ਸਾਹਿਬ ਮੈਂ ਇੰਨੇ ਵਾਰੀ ਤੀਜੀ ਵਾਰੀ ਹੋ ਗਿਆ ਬੰਦਾ ਭੇਜਿਆ ਸੀ, ਤਾਂ ਇਹਦਾ ਕੀ ਮਸਲਾ ਹੈ, ਤੇ ਇਹਦਾ ਕਰ ਦਿਓ ਯਾਰ। ਮੈਂ ਕਿਹਾ ਜੀ ਸਰ ਮੈਨੂੰ ਤੁਸੀਂ ਟਾਈਮ ਦਿਓ, ਆਪਾਂ ਮਿਲਦੇ ਹਾਂ, ਮੈਂ ਤੁਹਾਨੂੰ ਸਾਰੀ ਸਥਿਤੀ ਦੱਸਦਾ। ਵੀ ਬੰਦਾ ਇੱਕ ਪਾਸੇ ਜਾ ਕੇ ਗੱਲ ਦੱਸਦਾ, ਮੈਂ ਪੋਲੀਟੀਸ਼ੀਅਨ ਦੀ ਗੱਲ ਕਰਦਾ ਵੀ ਕਿੰਨਾ ਉਹਦਾ ਮਾਈਂਡ ਸੈੱਟ ਕਿੱਥੇ ਹੁੰਦਾ ਔਰ ਸੋਚ ਕੇ ਕਿਵੇਂ ਕੰਮ ਚੱਲਦਾ। ਉਹਨੇ ਮੈਨੂੰ ਟਾਈਮ ਦਿੱਤਾ ਵੀ ਇੰਨੀ ਤਰੀਕ ਨੂੰ, ਤੀਜੇ ਦਿਨ ਦਾ ਹੀ ਟਾਈਮ ਦਿੱਤਾ ਵੀ ਪਰਸੋਂ ਮੈਂ ਇੱਥੇ ਹਾਂ ਤੇ ਆਪਾਂ ਇੱਥੇ ਮਿਲਦੇ ਹਾਂ। ਚਲੋ ਮੈਂ ਜਾਂਦਾ ਰਿਹਾ। ਮੈਨੂੰ ਕਹਿੰਦੇ ਵੀ ਕੀ ਮਸਲਾ, ਉਹਦਾ ਕੰਮ ਕਿਉਂ ਨਹੀਂ ਹੁੰਦਾ? ਮੈਂ ਦੱਸਦਾ। ਮੈਂ ਕਿਹਾ ਜੀ ਆਹ ਮਸਲਾ, ਉਹਨੂੰ ਬੁਲਾਓ ਮੇਰੇ ਕੋਲੇ। ਉਹ ਬੰਦਾ ਵੀ ਬੁਲਾਇਆ ਹੋਇਆ ਸੀ ਉਹਨਾਂ ਨੇ। ਉਹਨੂੰ ਕਹਿੰਦੇ ਵੀ, ਮੈਂ ਕਿਹਾ ਇਹਨੂੰ ਪੁੱਛੋ ਇਹਦੀ ਮੇਰੀ ਕੀ ਗੱਲਬਾਤ ਹੋਈ ਹੈ। ਉਹ ਕਹਿੰਦਾ ਜੀ ਇਹ ਮੈਨੂੰ ਕਹਿੰਦੇ ਵੀ 16 ਕਿਲੋਮੀਟਰ ਤੋਂ ਘੱਟ ਕਰਕੇ ਲਿਆਓ। ਮੈਂ ਕਿਹਾ ਜੀ ਬਿਲਕੁਲ ਸਹੀ ਦੱਸ ਰਿਹਾ ਬੰਦਾ। 16 ਕਿਲੋਮੀਟਰ ਤੋਂ ਘੱਟ ਹੋਊਗਾ ਤੇ ਇਹਨੂੰ ਜਿਹੜਾ 7 ਸੀਟਰ ਟੈਂਪੂ ਦਾ ਜਿਹੜਾ ਪਰਮਿਟ ਵਾਸਤੇ ਮੈਂ ਰਿਕਮੈਂਡ ਕਰ ਸਕਦਾ। ਜੇ 16 ਇੱਕ ਵੀ ਹੈਗਾ ਤਾਂ ਵੀ ਨਹੀਂ, ਤੇ ਇਹਨੂੰ ਕਹੋ ਜੀ ਇੱਕ ਪਿੰਡ ਛੱਡ ਦੇਵੇ ਜਿਹੜਾ ਮਰਜ਼ੀ। ਮੈਂ ਤੁਹਾਡਾ ਆਦੇਸ਼ ਆ, ਮੇਰੇ ਟਰਾਂਸਪੋਰਟ ਮਿਨਿਸਟਰ ਹੋ, ਮੈਂ ਤੁਹਾਡਾ ਹੁਕਮ ਸਿਰ ਮੱਥੇ ਮੰਨਦਾ, ਪਰ ਜੇ 16 ਕਿਲੋਮੀਟਰ ਤੋਂ ਵੱਧ ਹੋਏਗਾ ਤੇ ਇਹਦੇ ਵਾਸਤੇ ਮੇਰੇ ਵਾਸਤੇ ਪ੍ਰੋਬਲਮ ਖੜੀ ਹੋਣੀ ਆ। ਸੜਕ ਨੇ ਵਧਣਾ ਘਟਣਾ ਨਹੀਂ। ਜੇ ਮੈਂ 17 ਕਿਲੋਮੀਟਰ ਨੂੰ 16 ਲਿਖ ਕੇ ਭੇਜ ਦੂੰਗਾ ਤੇ ਕਿਤੇ ਨਾ ਕਿਤੇ ਮੈਨੂੰ ਪ੍ਰੋਬਲਮ ਕਰੇਗਾ, ਮੈਂ ਗਲਤ ਨਹੀਂ ਕਰਨਾ। ਤੇ ਤਾਂ ਮੈਂ ਕਰਕੇ ਕਹਿੰਦਾ ਮੈਂ ਇਹਦਾ ਕੰਮ ਕਰਨ ਨੂੰ ਤਿਆਰ ਹਾਂ। ਇਹਨੂੰ ਕੋਈ ਇੱਕ ਪਿੰਡ ਛੱਡ ਦੇ, 16 ਕਿਲੋਮੀਟਰ ਕਰ ਲਿਆ ਵੀ ਮੈਂ ਰਿਕਮੈਂਡ ਕਰਕੇ ਭੇਜ ਦੇਣਾ। ਉਹ ਮੈਨੂੰ ਕਹਿੰਦੇ ਜੀ ਦੇਖੋ ਸਾਨੂੰ ਬੰਦੇ ਨੇ ਪਾਈਆਂ ਵੋਟਾਂ, ਅਸੀਂ ਕੱਲ੍ਹ ਨੂੰ ਫੇਰ ਵੀ ਲੈਣੀਆਂ, ਠੀਕ ਹੈ, ਪਰ ਐਜ਼ ਐਨ ਆਫਿਸਰ ਤੁਸੀਂ ਕੰਮ ਕਰਦੇ ਹੋ। ਜੇ ਮੈਨੂੰ ਮੇਰੀਆਂ ਵੋਟਾਂ ਚਾਹੀਦੀਆਂ
ਤੇ ਮੈਨੂੰ ਮੇਰਾ ਪ੍ਰਸ਼ਾਸਨ ਵੀ ਚਾਹੀਦਾ। ਤੇ ਮੈਂ ਤੁਹਾਨੂੰ ਇਹ ਗੱਲ ਹੁਣੇ ਹੀ ਕਹਿਣਾ ਇੱਕੋ ਵਾਰੀ, ਜਿਹੜਾ ਹੋਣ ਵਾਲਾ ਕੰਮ ਹੈਗਾ ਤੁਸੀਂ ਪ੍ਰਾਇੋਰਟੀ ਤੇ ਕਰ ਦਿਓ ਮੇਰੇ ਫੋਨ ਤੇ, ਜਿਹੜਾ ਗਲਤ ਹੈ ਤਾਂ ਉਹ ਤੁਸੀਂ ਬਿਲਕੁਲ, ਮੈਂ ਤੁਹਾਨੂੰ ਕਹਿੰਦਾ ਵੀ ਬਿਲਕੁਲ ਆਪਦੇ ਹੱਥ ਵਢਾਉਣ ਦੀ ਲੋੜ ਨਹੀਂ। ਤੇ ਮੈਨੂੰ ਉਹਨਾਂ ਨੇ ਥਾਪੜਾ ਦਿੱਤਾ, ਮੈਨੂੰ ਕਹਿੰਦੇ ਵੀ ਬਿਲਕੁਲ ਸਹੀ ਗੱਲ ਆ, ਉਹਨੂੰ ਕਹਿੰਦੇ ਵੀ ਕਾਕਾ 16 ਕਿਲੋਮੀਟਰ ਕਰਕੇ ਲਿਆ ਤੇ ਮੇਰੇ ਕੋਲੇ ਹੋਣ ਦੀ ਵੀ ਲੋੜ ਨਹੀਂ ਪੈਣੀ। ਮੈਂ ਡੀਟੀਓ ਸਾਹਿਬ ਨੂੰ ਕਹਿਤਾ ਤੁਹਾਡਾ ਕੰਮ ਹੋ ਜਾਊਗਾ। ਔਰ ਬੰਦਾ ਗਿਆ, ਹੁਣ ਇੱਕ ਪਿੰਡ ਛੱਡਿਆ 16 ਕਿਲੋਮੀਟਰ ਤੋਂ ਘੱਟ ਗਿਆ, ਉਹਨੂੰ ਮੈਂ ਉਹਦਾ ਰਿਕਮੈਂਡ ਕਰਕੇ ਭੇਜਤਾ ਜਾ ਕੇ। ਮੈਂ ਕਿਹਾ ਜੀ ਮੰਤਰੀ ਜੀ ਮੈਂ ਉਹਦਾ ਕਰਤਾ, ਹੁਣ ਤੁਹਾਡੇ ਕੋਲ ਧੰਨਵਾਦ ਕਰਨ ਨਹੀਂ ਆਉਣਾ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਕਈ ਸਾਡੇ ਲੀਡਰ ਸਾਹਿਬਾਨ ਉਹ ਸਿਆਣੇ ਨੇ, ਸੂਝਵਾਨ ਨੇ, ਉਹਨੂੰ ਪਤਾ ਹੈਗਾ ਕਿ ਜੇ ਅਸੀਂ ਪਬਲਿਕ ਤੋਂ ਵੋਟਾਂ ਲੈਣੀਆਂ ਤੇ ਸਾਨੂੰ ਆਪਣਾ ਪ੍ਰਸ਼ਾਸਨ ਆਫਿਸਰਸ ਨਾਲ ਵੀ ਸਾਨੂੰ ਜਿਹੜਾ ਹੈਗਾ ਉਸ ਹਿਸਾਬ ਨਾਲ ਕਿਸੇ ਆਫਿਸਰ ਨੂੰ ਕਿਸੇ ਸਾਨੂੰ ਸੰਕਟ ਦੇ ਵਿੱਚ ਨਹੀਂ ਪਾ ਦੇਣਾ ਚਾਹੀਦਾ। ਸਰ ਇੱਕ ਬੜੀ ਅਹਿਮ ਚੀਜ਼ ਆ, ਜਿਵੇਂ ਤੁਹਾਡਾ ਡਿਪਾਰਟਮੈਂਟ ਜੇ ਅਸੀਂ ਗੱਲ ਕਰੀਏ ਤਾਂ ਇੱਕ ਪਾਸੇ ਤੋਂ ਸਿੱਧੀ ਕਮਾਈ ਇਹ ਕਰਕੇ ਦੇਣੀ ਕਿ ਉਹਨੇ ਚਲੋ ਬੱਸਾਂ ਚੱਲ ਰਹੀਆਂ ਨੇ, ਉਹ ਤੋਂ ਜਿਹੜਾ ਰੈਵਨਿਊ ਜਨਰੇਟ ਹੋ ਰਿਹਾ ਉਹ ਲੋਕਾਂ ਤੱਕ ਪਹੁੰਚਾਉਣਾ, ਜਿਹੜਾ ਕੁਤਾਹੀ ਕਰ ਰਿਹਾ ਉਹਨੂੰ ਪੈਨਲਟੀ ਪਾ ਕੇ ਉਹ ਤੋਂ ਜਿਹੜਾ ਪੈਸਾ ਇਕੱਠਾ ਹੋਣਾ ਉਹ ਪੰਜਾਬ ਦੇ ਰੈਵਨਿਊ 'ਚ ਜਾਣਾ। ਪਰ ਨਾਲ ਦੀ ਨਾਲ ਮੈਨੂੰ ਲੱਗਦਾ ਕਿ ਹੋਰ ਬੜੀ ਜ਼ਿੰਮੇਵਾਰੀ ਵੱਡੀ ਵਾਲੀ ਹੈ ਕੰਮ ਹੁੰਦਾ ਉਹਨਾਂ ਦੇ ਕੋਲ, ਜਿਵੇਂ ਐਕਸਾਈਜ਼ ਦਾ ਜਿਹੜੀ ਚੋਰੀ ਹੋ ਰਹੀ ਹੈ ਉਹ ਵੀ ਡੀਟੀਓ ਫੜਦਾ ਹੈਗਾ, ਜੇ ਸੇਲਸ ਟੈਕਸ ਦੀ ਚੋਰੀ ਹੋ ਰਹੀ ਹੈ ਤਾਂ ਉਹ ਵੀ ਡੀਟੀਓ ਫੜਦਾ ਹੈਗਾ। ਤੇ ਪਿੱਛੇ ਜੇ ਮੈਂ ਇੱਕ ਅਫਸਰ ਨਾਲ ਬੈਠਾ ਸੀ, ਉਹਨਾਂ ਨੇ ਇੱਕ ਬੜਾ ਅਹਿਮ ਜ਼ਿਕਰ ਕੀਤਾ, ਕਹਿੰਦੇ ਕਿ ਪੰਜਾਬ ਦੇ ਵਿੱਚ ਜਾਂ ਸਾਡੀਆਂ ਸਟੇਟਾਂ ਦੇ ਵਿੱਚ ਸਭ ਤੋਂ ਵੱਡੀ ਚੋਰੀ ਸੇਲਸ ਟੈਕਸ ਦੀ ਹੋ ਰਹੀ ਆ। ਮੰਨਦੇ ਹੋ ਇਸ ਗੱਲ ਨੂੰ ਕਿ ਸੇਲਸ ਟੈਕਸ ਦੀ ਹੱਦੋਂ ਵੱਧ ਚੋਰੀ ਹੋ ਰਹੀ ਹੈ, ਉਹੀ ਰੈਵਨਿਊ ਪੰਜਾਬ ਦੇ ਖਜ਼ਾਨੇ 'ਚ ਜਾ ਸਕਦਾ? ਕਿਉਂਕਿ ਬਿੱਲ ਕਹਿੰਦੇ ਲੱਖ ਰੁਪਏ ਦਾ ਹੁੰਦਾ, ਸਮਾਨ ਵਿੱਚ 5 ਲੱਖ ਦਾ ਲੱਦਿਆ ਹੁੰਦਾ, ਤੇ ਇਹ ਬਹੁਤ ਵੱਡੇ ਪੱਧਰ ਤੇ ਕਹਿੰਦੇ ਪੁਲਿਸ ਵਾਲਿਆਂ ਨਾਲ ਅੰਡਰਸਟੈਂਡਿੰਗ ਹੋਈ ਹੁੰਦੀ, ਇਸੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਫੜ ਨਹੀਂ ਹੁੰਦੀਆਂ ਜਾਂ ਅਫਸਰਾਂ ਨਾਲ ਵੀ ਅੰਡਰਸਟੈਂਡਿੰਗ ਹੋਈ ਹੁੰਦੀ ਹੈ। ਉਹਦੇ 'ਚ ਵੀਰ ਜੀ ਇਹ ਆ ਕਿ ਸਿੱਧੇ ਤੌਰ ਤੇ ਜਿਵੇਂ ਕੋਈ GST ਚੋਰੀ ਕਰਦਾ ਹੈਗਾ ਜਾਂ ਮਤਲਬ ਕੋਈ ਵੀ ਟੈਕਸ ਚੋਰੀ ਕਰਕੇ ਬੰਦਾ ਚੱਲ ਰਿਹਾ ਹੈਗਾ, ਉਹਨੂੰ ਸਿੱਧੇ ਤੌਰ ਤੇ ਕਾਰਵਾਈ ਕਿਸੇ RTA ਦੇ ਕੋਲੇ ਜਾਂ DTO ਪਹਿਲਾਂ ਸੀ, ਹੁਣ RTO, ਉਹਨਾਂ ਦੇ ਕੋਲੇ ਕੋਈ ਅਧਿਕਾਰ ਨਹੀਂ ਕਿ ਉਹਦੇ ਖਿਲਾਫ ਕਾਰਵਾਈ ਕਰ ਦੇਣੀ। GST ਨਹੀਂ ਇਹਨੇ ਭਰਿਆ ਹੋਇਆ, ਅਸੀਂ ਦੇਖਣਾ ਹੈਗਾ ਕਾਗਜ਼ ਪੂਰੇ ਆ, ਹਾਂ ਕਾਗਜ਼ ਦੇਖਣੇ ਆ, ਗੱਡੀ ਦੀ ਫਿਟਨੈਸ ਦੇਖਣੀ ਆ, ਲੋਡ ਕੀ ਆ, ਅੰਡਰਲੋਡ ਆ, ਜਾਂ ਕੋਈ ਵੀ ਇਹਨੇ ਰੋਡ ਤੇ ਚੱਲਣ ਦੇ ਫਿੱਟ ਹੈਗੀ ਹੈ ਗੱਡੀ, ਤਾਂ ਉਹ ਅਸੀਂ ਚੈਕਿੰਗ ਕਰਨੀ ਆ। ਜੇ ਕੋਈ ਇਸ ਤਰ੍ਹਾਂ ਦਾ ਉਹਨੂੰ ਪੁੱਛਣਾ ਪੈਂਦਾ ਵੀ ਮਾਲ ਕੀ ਆ, ਮੰਨ ਲਓ ਉਹ ਕਹਿੰਦਾ ਜੀ ਮੇਰਾ ਮਾਲ ਜੇ ਅੰਡਰਲੋਡ ਆ, ਜਦੋਂ ਅੰਡਰਲੋਡ ਉਹਨੇ ਕਿਹਾ ਹੈਗਾ ਅਸੀਂ ਉਹਦੇ ਕਾਗਜ਼ ਚੈੱਕ ਕਰ ਲੈਣੇ ਵੀ ਓਵਰਲੋਡ ਆ ਤਾਂ ਅਸੀਂ ਜੁਰਮਾਨਾ ਕਰਾਂਗੇ, ਅੰਡਰਲੋਡ ਦਾ ਠੀਕ ਆ, ਹਾਂ ਜੇ ਅੰਡਰਲੋਡ ਆ ਤਾਂ ਠੀਕ ਆ। ਜਦੋਂ ਅਸੀਂ ਮਾਲ ਦੇ ਉਹਦੇ ਡਾਕੂਮੈਂਟ ਚੈੱਕ ਕੀਤੇ ਹੈਗੇ ਆ ਤਾਂ ਉਹ ਉਹਨੇ ਸਾਨੂੰ ਦਿਖਾਇਆ ਹੈਗਾ ਵੀ ਉਹ 'ਚ ਟੈਕਸ ਨਹੀਂ ਭਰਿਆ ਹੋਇਆ। ਜੇ ਆਪਾਂ ਜ਼ਿਕਰ ਕਰ ਰਹੇ ਹਾਂ ਸੇਲਸ ਟੈਕਸ ਦਾ, GST ਦੀ ਆਪਾਂ ਗੱਲ ਕਰੀਏ, ਸੇਲ ਟੈਕਸ ਦੀ ਗੱਲ, ਤਾਂ ਉਹਦੇ 'ਚ ਫਿਰ ਅਸੀਂ ਜਿਹੜੇ ਕੰਸਰਨ ਜਿਹੜੇ ਹੈਗੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ETOs ਨੇ, AETCs ਨੇ ਜਾਂ ਐਕਸਾਈਜ਼ ਇੰਸਪੈਕਟਰ ਨੇ, ਉਹ ਫਿਰ ਅਸੀਂ ਉਹਨਾਂ ਨੂੰ ਫੋਨ ਕਰਕੇ ਜਾਂ ਉਹਨਾਂ ਨੂੰ ਅਸੀਂ ਇਨਫੋਰਮ ਕਰਨਾ ਹੈਗਾ ਵੀ ਆਹ ਗੱਡੀ ਇੱਥੇ ਰਾਉਂਡ ਅਪ ਕੀਤੀ ਹੈਗੀ, ਇੱਥੇ ਰੁਕੀ ਹੋਈ ਆ, ਆਪਦਾ ਕੋਈ ਆਫੀਸਰ ਭੇਜੋ ਤੇ ਆ ਕੇ ਇਹਨਾਂ ਦੇ ਡਾਕੂਮੈਂਟ ਚੈੱਕ ਕਰੋ, ਇਹਨਾਂ ਨੇ ਟੈਕਸ ਟੂਕਸ ਪ੍ਰੋਪਰ ਨਹੀਂ ਭਰਿਆ ਹੋਇਆ। ਉਹਦੇ ਖਿਲਾਫ ਸਿੱਧੇ ਤੌਰ ਤੇ RTA ਜਿਹੜਾ ਹੈਗਾ ਉਹ ਚੈੱਕ ਨਹੀਂ ਕਰ, ਉਹਦੀ ਕਾਰਵਾਈ ਨਹੀਂ ਕਰ ਸਕਦਾ। ਕੰਸਰਨਡ ਆਫੀਸਰ ਜਿਹੜੇ ਮੈਂ ਤੁਹਾਨੂੰ ਐਕਸਾਈਜ਼ ਡਿਪਾਰਟਮੈਂਟ ਉਹ ਕਰ ਸਕਦੇ, ਉਹ ਕਰ ਸਕਦੇ ਨੇ, ਅਸੀਂ ਉਹਨੂੰ ਇਨਫੋਰਮ ਕਰਾਂਗੇ, ਜਾਂ ਜਿਵੇਂ ਅਸੀਂ ਪੁਲਿਸ ਨੂੰ ਇਨਫੋਰਮ ਕਰਾਂਗੇ ਕਿ ਗਲਤ ਤਰੀਕੇ ਨਾਲ ਕੋਈ ਗਲਤ ਚੀਜ਼ ਸਮਾਨ ਲੈ ਕੇ ਜਾ ਰਿਹਾ। ਸੋ ਆ ਟਰਾਂਸਪੋਰਟ ਨਾਲ ਸੰਬੰਧ ਜਿਹੜਾ ਹੈਗਾ ਉਹ ਚੈਕਿੰਗ ਅਧਿਕਾਰੀ ਜਿਹੜਾ ਹੈਗਾ ਉਹ ਕਰ ਸਕਦਾ ਹੈਗਾ। ਸੋ ਬੜਾ ਟਰਾਂਸਪੋਰਟ ਡਿਪਾਰਟਮੈਂਟ ਬੜਾ ਵਧੀਆ ਫੰਕਸ਼ਨਿੰਗ ਸੀ ਇਹਦੀ, ਪਰ ਹੁਣ ਜਿਹੜਾ ਹੈਗਾ ਕਿ ਹੋ ਗਿਆ ਇਸ ਤਰ੍ਹਾਂ ਦਾ ਵੀ ਸਹੀ ਤਰੀਕੇ ਨਾਲ ਆਫੀਸਰ ਪੋਸਟ ਨਹੀਂ ਕੀਤੇ ਜਾਂਦੇ। ਅੱਛਾ ਫਿਰ ਤੁਸੀਂ ਇਹ ਦੇਖੋ ਵੀ ਇੱਕ ਨਾਲ ਕੰਪਨੀ ਆ, ਸਮਾਰਟ ਚਿਪ ਕੰਪਨੀ ਆ, ਉਹ ਟਰਾਂਸਪੋਰਟ ਮਹਿਕਮੇ ਦੇ ਵਿੱਚ ਕੰਮ ਕਰਨ ਵਾਸਤੇ ਲੱਗੇ ਆ ਮੁੰਡੇ। ਅੱਛਾ ਉਹ ਵੀ ਕੱਚੇ ਪੱਕੇ ਵਾਲੀ ਗੱਲ ਜਿਹੜੀ ਆਪਾਂ ਪਹਿਲਾਂ ਕੀਤੀ ਆ ਉਹਨਾਂ ਤੇ ਵੀ ਲਾਗੂ ਹੁੰਦੀ ਆ। ਕਿਸੇ ਕੰਪਨੀ ਨੇ ਕੀਤੇ ਹੈਗੇ ਆ, ਉਹ ਕੰਪਨੀ ਵਾਲੇ ਪਤਾ ਨਹੀਂ ਕੱਲ ਕੰਪਨੀ ਦਾ ਕੰਟਰੈਕਟ ਖਤਮ ਹੋ ਜੇ ਤਾਂ ਉਹ ਬੰਦੇ ਫਿਰ ਸੜਕ ਤੇ ਆ ਗਏ। ਅੱਛਾ ਮੈਂ ਤਾਂ ਕਹਿੰਦਾ ਵੀ ਉਹ ਬੰਦੇ ਜਿਹੜੇ ਹੈਗੇ ਆ ਜਾਂ ਜਿਹੜੀ ਹੈਗੇ ਆ ਸੁਸਾਇਟੀ ਹੈਗੀ ਆ, ਜਿਹੜੀ ਟਰਾਂਸਪੋਰਟ ਸੁਸਾਇਟੀ ਬਣੀ ਹੈ, ਸਟੇਟ ਟਰਾਂਸਪੋਰਟ ਸੁਸਾਇਟੀ, ਉਹਦੇ ਅਧੀਨ ਰਿਕਰੂਟਮੈਂਟ ਕੀਤੀ ਗਈ ਹੈ, ਉਹ ਬੰਦੇ ਵੀ ਜਿਹੜੇ ਹੈਗੇ ਆ ਨੌਜਵਾਨ ਵੀ ਉਹਨਾਂ ਨੂੰ ਵੀ ਪੱਕੇ ਕਰ ਦੇਣਾ ਚਾਹੀਦਾ। ਜਿਹਨੂੰ 10-10 ਸਾਲ ਹੋ ਗਏ, 8-8 ਸਾਲ ਹੋ ਗਏ ਉਹ ਜੌਬ ਕਰ ਰਹੇ ਨੇ, ਤੇ ਉਹਨਾਂ ਨੂੰ ਵੀ ਪੱਕੇ ਕਰ ਦੇਣਾ ਚਾਹੀਦਾ, ਤੇ ਤਾਂ ਕਿ ਇੱਕ ਤਾਂ ਸਟਾਫ ਦੀ ਕਮੀ ਉਹ ਪੂਰੀ ਹੋ ਜੇ, ਤੇ ਫਿਰ ਵੀ ਇਹਦੇ ਇਲਾਵਾ ਵੀ ਜਿਹੜਾ ਉਹਨਾਂ ਦਾ ਭਵਿੱਖ ਵੀ ਆਪਣੇ ਨੂੰ ਮਹਿਸੂਸ ਕਰਨ ਵੀ ਸਾਡਾ ਵੀ ਭਵਿੱਖ ਜਿਹੜਾ ਆ ਉਹ ਸਿਕਿਉਰ ਹੋ ਗਿਆ। ਸੰਤ ਸਾਹਿਬ ਇੱਕ ਬੜੀ ਅਹਿਮ ਚੀਜ਼ ਆ, ਮੰਨ ਲਈਏ ਕਿ ਜਿਹੜਾ ਕਮਾਊ ਪੁੱਤ ਮਹਿਕਮਾ ਟਰਾਂਸਪੋਰਟ ਮਹਿਕਮਾ ਆ ਉਹਨੂੰ ਪੋਲੀਟੀਕਲ ਫੈਸਲਿਆਂ ਕਰਕੇ ਇੱਕ ਹਿਸਾਬ ਨਾਲ ਲੀਹੋਂ ਲਾ ਦਿੱਤਾ ਗਿਆ ਹੈਗਾ ਜਾਂ ਮਾਰ ਦਿੱਤਾ ਗਿਆ ਇੱਕ ਹਿਸਾਬ ਨਾਲ। ਬਿਲਕੁਲ ਉਹਦੇ 'ਚ ਕੀ ਹੈ ਕਿ ਆਫੀਸਰ ਜਿਹੜੇ ਹੈਗੇ ਉਹ ਬੇਸ਼ੱਕ ਜਿਹੜੇ ਸਿਆਣਾ ਆਫੀਸਰ ਹੈਗਾ ਉਹ ਤਾਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਗਾਈਡ ਵੀ ਕਰਦੇ ਆ ਵੀ ਇਸ ਤਰ੍ਹਾਂ ਕਰਨਾ ਆਪਾਂ ਨੂੰ ਨੁਕਸਾਨ ਹੋਊਗਾ, ਇਸ ਤਰ੍ਹਾਂ ਕਰਨਾ ਫਾਇਦਾ ਹੋਊਗਾ। ਆਫਟਰ ਆਲ ਜਿਹੜੇ ਪੋਲੀਟੀਕਲ ਬੌਸਸ ਹੈਗੇ ਨੇ ਜਾਂ ਸਰਕਾਰ ਦੇ ਵਿੱਚ ਹੈਗੇ ਨੇ, ਹੁਕਮ ਤਾਂ ਉਹਨਾਂ ਦਾ ਮੰਨਣਾ ਪੈਣਾ। ਆਫੀਸਰ ਨੇ ਉਹਨਾਂ ਨੂੰ
ਜਸਟ ਉਹਨਾਂ ਨੂੰ ਗਾਈਡ ਕਰ ਦੇਣਾ ਹੈਗਾ ਵੀ ਇਸ ਤਰ੍ਹਾਂ ਕਰਾਂਗੇ, ਆਹ ਸਹੀ ਆਪਾਂ ਕਰ ਹੋਊਗਾ। ਸਕਦੇ ਆ, ਆਹ ਨਹੀਂ ਕਰ ਸਕਦੇ। ਤਾਂ ਜੇ ਉਹ ਦੋਨਾਂ ਦੀ ਰਾਏ ਇੱਕ ਹੋ ਗਈ, ਸਰਕਾਰ ਦੇ ਵਿੱਚ ਜਿਹੜੇ ਪੋਲੀਟੀਸ਼ੀਅਨਸ ਹੈਗੇ ਨੇ, ਸਰਕਾਰ ਦੇ ਵਿੱਚ ਬੈਠੇ ਨੇ, ਤੇ ਜਿਹੜੇ ਬਿਊਰੋਕਰੇਟਸ ਹੈਗੇ ਨੇ, ਜੇ ਉਹ ਸਮਝਾਉਣ ਦੇ ਵਿੱਚ ਕਾਮਯਾਬ ਹੋ ਗਿਆ, ਪੋਲੀਟੀਸ਼ੀਅਨ ਸਮਝਦੇ ਵਿੱਚ ਕਾਮਯਾਬ ਹੋ ਗਿਆ, ਤੇ ਫਿਰ ਉਹ ਇੱਕ ਰਾਏ ਹੋ ਕੇ ਫੈਸਲਾ ਲੈਣਗੇ ਤਾਂ ਲੋਕ ਹਿੱਤ 'ਚ ਹੋਏਗਾ। ਜੇ ਕਈ ਵਾਰੀ ਹੁੰਦਾ ਵੀ ਕੋਈ ਪੋਲੀਟੀਸ਼ੀਅਨ ਕਹਿੰਦਾ ਹੈਗਾ ਵੀ ਨਹੀਂ ਮੈਂ ਤਾਂ ਜੀ ਆਹੀ, ਮੈਂ ਜੋ ਫੈਸਲਾ ਜੇ ਆਪਾਂ ਕਰਤਾ ਸਿੱਧੇ ਸ਼ਬਦਾਂ 'ਚ ਮੰਨ ਲਈ ਜੇ ਪੋਲੀਟੀਸ਼ੀਅਨ ਵੀ ਕਰਪਟ ਆ ਤੇ ਉੱਪਰੋਂ IAS ਅਫਸਰ ਵੀ ਕਰਪਟ ਆ, ਫਿਰ ਪੰਜਾਬ ਦਾ ਨੁਕਸਾਨ ਖਰਾਬ ਹੀ ਹੈ। ਬਿਲਕੁਲ। ਉਹਦੇ 'ਚ ਮੈਂ ਕਰਪਟ ਸ਼ਬਦ ਇਸ ਕਰਕੇ ਨਹੀਂ ਵਰਤੂੰਗਾ ਕਿਉਂਕਿ ਕਈ ਵਾਰੀ ਉਹ ਇਹ ਸ਼ਬਦ ਹੀ ਇਸ ਤਰ੍ਹਾਂ ਦਾ ਹੈਗਾ ਦੋਨਾਂ ਵਾਸਤੇ, ਕਿਉਂਕਿ ਉਹ ਵੀ ਸਤਿਕਾਰਯੋਗ ਨੇ, ਉਹ ਵੀ ਸਤਿਕਾਰਯੋਗ ਨੇ, ਪਰ ਉਹਦੇ 'ਚ ਸਾਨੂੰ ਨਿੱਜੀ ਮੁਫਾਦ, ਹੁਣ ਮੈਂ ਸੋਧੇ ਹੋਏ ਸ਼ਬਦਾਂ 'ਚ ਮੈਂ ਕਹਿਦਾ ਕਿ ਨਿੱਜੀ ਇੰਟਰਸਟ ਕੋਈ ਨਾ ਹੋਵੇ ਤਾਂ ਲੋਕ ਹਿੱਤ ਵਿੱਚ ਕੰਮ ਕਰਨਾ ਹੋਵੇ। ਦੇਖੋ, ਜੇ ਸਰਕਾਰ ਸਹੀ ਕੰਮ ਕਰ ਰਹੀ ਆ, ਲੋਕਾਂ ਦੇ ਵਿੱਚ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਵਿਚਰ ਰਹੀ ਆ, ਲੋਕਾਂ ਨੂੰ ਸਹੂਲਤਾਂ ਦੇ ਰਹੀ ਆ, ਤਾਂ ਉਹਦੇ ਵਾਸਤੇ ਜਿਹੜਾ ਹੈਗਾ ਉਹਦੇ 'ਚ ਸਾਨੂੰ ਜ਼ਿਆਦਾ ਪ੍ਰਚਾਰ ਕਰਨ ਦੀ ਲੋੜ ਨਹੀਂ, ਵੱਡੇ ਵੱਡੇ ਬੋਰਡ ਲਾਉਣ ਦੀ ਲੋੜ ਨਹੀਂ ਵੀ ਜੇ ਕੰਮ ਬੋਲਦਾ ਤੇ ਕੰਮ ਬੋਲਣਾ ਚਾਹੀਦਾ। ਬਿਲਕੁਲ, ਕੰਮ ਪੋਸਟਰ ਨਹੀਂ ਬੋਲਦੇ ਹੁੰਦੇ। ਹਾਂ, ਪੋਸਟਰ, ਜੇ ਕੰਮ ਬੋਲਦਾ ਫਿਰ ਪੋਸਟਰ ਲਾਉਣ ਦੀ ਲੋੜ ਨਹੀਂ। ਤੇ ਜੇ ਅਸੀਂ ਕੰਮ ਵਧੀਆ ਕਰ ਰਹੇ ਹਾਂ ਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਜਦੋਂ ਪਬਲਿਕ ਦੇ ਵਿੱਚ ਦੁਬਾਰਾ ਜਾਓਗੇ, ਲੋਕ ਤੁਹਾਡੇ ਤੋਂ ਸੌਖੇ ਨੇ, ਤਾਂ ਉਹ ਵਾਕਿਆ ਹੀ ਫਿਰ ਉਹ ਤੁਹਾਨੂੰ ਉਹ ਵੋਟਾਂ ਪਾਉਣਗੇ। ਤੇ ਜੇ ਲੋਕ ਪਰੇਸ਼ਾਨ ਨੇ, ਫਿਰ ਅਸੀਂ ਜੋ ਮਰਜ਼ੀ ਅਸੀਂ ਪ੍ਰਚਾਰ ਕਰੀ ਜਾਈਏ, ਜੋ ਮਰਜ਼ੀ ਕਰ ਲਈਏ, ਤੇ ਫਿਰ ਉਹ ਜਿਵੇਂ ਇਸ ਵਾਰੀ ਆਪਾਂ ਦੇਖਿਆ ਹੈਗਾ ਕਿ ਦੂਜੀਆਂ ਸਾਰੀਆਂ ਪਾਰਟੀਆਂ ਤੋਂ ਲੋਕ ਦੁਖੀ ਸੀਗੇ, ਲੋਕ ਸਾਈਡ ਤੇ ਕਰ ਦਿੰਦੇ ਨੇ, ਉਹਨਾਂ ਨੇ ਕਰਕੇ ਤੇ ਸਿਰਫ ਬਦਲਾਅ ਦੇ ਨਾਂ ਤੇ ਨਵਾਂ ਬੰਦੇ ਨੂੰ ਮੌਕਾ ਦੇਣਾ, ਨਵਾਂ ਬੰਦੇ ਨੂੰ ਮੌਕਾ ਦਿੱਤਾ, ਤਾਂ ਉਹ ਹੁਣ ਜਿਹੜੇ 92 MLAs ਦਿੱਤੇ ਨੇ ਲੋਕਾਂ ਨੇ, ਜਿਨ੍ਹਾਂ ਨੇ ਇਹ ਆਫਿਸਸ ਰਾਹੀਂ ਜਿਨ੍ਹਾਂ ਦੇ ਉੱਤੇ ਸ਼ਾਸਨ ਸਰਕਾਰ ਕਰ ਰਹੀ ਹੈ, ਤਾਂ ਜੇ ਉਹ ਬੰਦੇ ਜਿਹੜੇ ਹੈਗੇ ਆ, ਉਹ 92 ਜਿਹੜੇ ਹੈਗੇ ਆ, ਉਹ ਮਨ ਚਿੱਤ ਲਾ ਕੇ ਕੰਮ ਕਰਦੇ ਆ, ਲੋਕਾਂ ਨੂੰ ਸਹੂਲਤਾਂ ਦਿੰਦੇ ਆ, ਮੈਂ ਕਹਿੰਦਾ ਕਿਸੇ ਪ੍ਰਚਾਰ ਦੀ ਲੋੜ ਨਹੀਂ ਪੈਣੀਗੀ। ਜਦੋਂ ਜੇ ਤੁਹਾਨੂੰ ਸਹੂਲਤ ਮਿਲਦੀ ਹੈ ਨਾ ਜੀ, ਤੇ ਤੁਸੀਂ ਆਪ ਹੀ 10 ਬੰਦੇ ਨੂੰ ਹੋਰ ਕਹੋਗੇ ਯਾਰ ਵੀ ਨਹੀਂ ਆਹ ਸਰਕਾਰ ਵਧੀਆ, ਮੇਰਾ ਕੰਮ ਹੋ ਗਿਆ ਤੇ ਇਹ ਕੰਮ ਵਧੀਆ ਕਰ ਰਹੀ ਹੈ। ਜੇ ਨਹੀਂ ਕਰ ਰਹੇ ਤਾਂ ਫਿਰ ਉਹਦੇ 'ਚ ਜਿਹੜਾ ਹੈਗਾ ਲੋਕਾਂ ਦੇ ਵਿੱਚ ਆਧਾਰ ਜਿਹੜਾ ਹੈਗਾ ਇਹ ਪਤਾ ਲੱਗ ਜਾਂਦਾ ਹੈਗਾ ਵੀ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ। ਜੇ ਅਸੀਂ ਪ੍ਰਚਾਰ ਕਰੀ ਜਾਂਦੇ ਹਾਂ, ਕੰਮ ਨਹੀਂ ਹੋ ਰਿਹਾ ਹੋਊਗਾ, ਤੇ ਉਹ ਲੋਕ ਮਾਫ ਨਹੀਂ ਕਰਦੇ। ਇਹ ਜਨਤਾ ਹੈ, ਪਬਲਿਕ ਹੈ, ਸਭ ਜਾਣਦੀ ਹੈ, ਸਭ ਪਤਾ ਜੀ। ਹਰੇਕ ਬੰਦਾ ਜਿਹੜਾ ਹੈਗਾ ਉਹ ਸਰਕਾਰ ਦੇ ਮਤਲਬ ਹੁਕਮਾਂ ਮੁਤਾਬਕ ਜੋ ਬਿਊਰੋਕਰੇਟਸ ਕਰ ਰਹੇ ਨੇ, ਤਾਂ ਉਹ ਬਿਊਰੋਕਰੇਟਸ ਦੇ ਰਾਹੀਂ ਸਰਕਾਰ ਜਿਹੜੀ ਹੈਗੀ ਹੈ ਲੋਕਾਂ ਨੂੰ ਸੁਵਿਧਾਵਾਂ ਦਿੰਦੀ ਨੇ, ਤਾਂ ਉਹ ਆਫਿਸ ਨਜ਼ਰ ਆਉਣ ਲੱਗ ਪੈਂਦਾ, ਬਿਲਕੁਲ ਪਤਾ ਲੱਗਣ ਲੱਗ ਜਾਂਦਾ। ਤੇ ਉਹ 'ਚ ਜਿਹੜਾ ਆਪਸੀ ਤਾਲਮੇਲ ਆ, ਉਹ ਬਹੁਤ ਜ਼ਰੂਰੀ। ਪੋਲੀਟੀਸ਼ੀਅਨ ਜੋ ਸਰਕਾਰ ਦੇ ਵਿੱਚ ਹੈਗੇ ਨੇ ਤੇ ਆਫਿਸਰਸ ਲੌਬੀ, ਜੇ ਉਹਨਾਂ ਦਾ ਤਾਲਮੇਲ ਵਧੀਆ, ਪੋਲੀਟੀਸ਼ੀਅਨ ਕੰਮ ਕਰਨਾ ਚਾਹੁੰਦੇ ਆ, ਆਫਿਸਰ ਕੰਮ ਕਰਨਾ ਚਾਹੁੰਦੇ ਆ, ਆਪਸੀ ਕੋਈ ਤਲਖ ਕਲਾਮੀ ਨਹੀਂ ਜਾਂ ਉਹਦੇ ਨਾਲ ਕੋਈ ਡਿਫਰੈਂਸਸ ਨਹੀਂ, ਮੈਂ ਕਹਿੰਦਾ ਜੇ ਕਿਤੇ ਕਿਸੇ ਵੀ ਇੱਕ ਦੋ ਲੋਕਾਂ ਦੇ ਆਪਸ ਵਿੱਚ ਡਿਫਰੈਂਸਸ ਹੈਗਾ, ਬੈਠ ਕੇ ਉਹਨੂੰ ਟਾਈਪ ਕਰ ਲੈਣ, ਪਬਲਿਕ ਨੂੰ ਵੀ ਸੁਵਿਧਾ ਮਿਲੇ ਤੇ ਸਰਕਾਰ ਦਾ ਅਕਸ ਵੀ ਜਿਹੜਾ ਉਹ ਵਧੀਆ ਬਣਿਆ ਰਹੇ। ਸੋ ਇਹ ਜ਼ਰੂਰੀ ਆ ਕਿ ਅਫਸਰਸ਼ਾਹੀ ਤੇ ਸਰਕਾਰ ਇਹ ਦੋਨੇ ਤਾਲਮੇਲ ਨਾਲ ਚੱਲਣਗੇ, ਲੋਕਾਂ ਨੂੰ ਫੈਸਿਲਿਟੀਜ਼ ਦੇਣਗੇ, ਤੇ ਲੋਕ ਆਪਣੇ ਆਪ ਹੀ ਜੈ ਜੈਕਾਰਾਂ ਕਰਨਗੇ। ਜੇ ਉਹਦੇ ਵਿੱਚ ਆ ਕੇ ਆਪਾਂ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਹਾਂ ਕਿ ਲੋਕ ਪਰੇਸ਼ਾਨ ਹੋ ਰਹੇ ਨੇ, ਤਾਂ ਫਿਰ ਲੋਕ ਤਾਂ ਸਿਰਫ ਉਹ ਵੋਟਿੰਗ ਮਸ਼ੀਨ ਤੇ ਜਾ ਕੇ ਜਵਾਬ ਦਿੰਦੇ ਆ। ਸੋ ਇਸ ਕਰਕੇ ਜਿਹੜਾ ਹੈਗਾ ਕੋਈ ਵੀ ਪੋਲੀਟੀਸ਼ੀਅਨ ਹੈਗਾ, ਉਹਨਾਂ ਨੂੰ ਤੇ ਜਿਹੜੇ ਬਿਊਰੋਕਰੇਟਸ ਹੈਗੇ ਆ, ਇਹਨਾਂ ਨੂੰ ਆਪਸ ਵਿੱਚ ਤਾਲਮੇਲ ਬਣਾ ਕੇ ਚੱਲਣਗੇ ਤਾਂ ਕੁਦਰਤੀ ਤੌਰ ਤੇ ਆ ਵੀ ਪੰਜਾਬ ਦਾ ਭਲਾ ਹੋਏਗਾ। ਔਰ ਜਿਹੜੇ ਸੀਨੀਅਰ IAS ਆਫੀਸਰਸ ਨੇ, PCS ਆਫੀਸਰਸ ਨੇ, ਟਰਾਂਸਪੋਰਟ ਡਿਪਾਰਟਮੈਂਟ ਦੇ ਆਫੀਸਰਸ ਨੇ, ਤਾਂ ਵਧੀਆ ਦਿਮਾਗ ਰੱਖਦੇ ਨੇ, ਵਧੀਆ ਇੰਟੈਲੀਜੈਂਟ, ਵਧੀਆ ਉਹਨਾਂ ਨੇ ਤਾਲੀਮ ਹਾਸਲ ਕੀਤੀ ਆ, ਤਾਂ ਉਹ ਵਧੀਆ ਸਲਾਹ ਵੀ ਦੇ ਸਕਦੇ ਆ ਸਰਕਾਰ ਨੂੰ। ਜੇ ਸਰਕਾਰ ਜਿਹਦੇ ਨਾਲ ਪੰਜਾਬ ਦਾ ਹੋਰ ਭਲਾ ਹੋ ਸਕਦਾ। ਸਰਕਾਰ ਬਹੁਤ ਸ਼ੁਕਰੀਆ, ਤੁਸੀਂ ਸਮਾਂ ਦਿੱਤਾ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਈ ਵੇਲੇ ਹੁੰਦੀਆਂ ਆਮ ਤੌਰ ਤੇ ਲੋਕਾਂ ਤੱਕ ਨਹੀਂ ਪਹੁੰਚਦੀਆਂ, ਉਹ ਅੱਜ ਇਸ ਇੰਟਰਵਿਊ ਦੇ ਜ਼ਰੀਏ ਪਹੁੰਚਣਗੀਆਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਬੜਾ ਵਧੀਆ ਲੱਗਿਆ ਇਸ ਚੈਨਲ ਤੇ ਆ ਕੇ। ਮੈਂ ਚੈਨਲ ਦਾ ਵੀ ਧੰਨਵਾਦੀ ਹਾਂ ਕਿ ਬੜੀਆਂ ਵਧੀਆ ਤੁਸੀਂ ਮੁੱਦਾ ਲੈ ਕੇ ਬੈਠੇ ਹੋ ਔਰ ਲੋਕਾਂ ਨੇ ਇਹਦਾ ਕਾਫੀ ਫਾਇਦਾ ਲਿਆ ਹੋਏਗਾ, ਤੇ ਇਸ ਕਰਕੇ ਮੈਂ ਚੈਨਲ ਨੂੰ ਵੀ ਵਧਾਈ ਦਿੰਦਾ ਔਰ ਤੁਹਾਡੀ ਗੱਲਬਾਤ ਦਾ ਵੀ ਮੈਂ ਤਾਰੀਫ ਕਰਦਾ ਕਿ ਬੜੇ ਵਧੀਆ ਤਰੀਕੇ ਨਾਲ ਤੁਸੀਂ ਸਾਰਾ ਐਂਕਰਿੰਗ ਕੀਤੀ ਹੈ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਸੋ ਇਹ ਸਨ ਸਾਹਿਬ, ਜਿਨ੍ਹਾਂ ਨੂੰ ਅੱਜ ਅਸੀਂ ਉਚੇਚੇ ਤੌਰ ਤੇ ਇਸ ਕਰਕੇ ਬੁਲਾਇਆ ਸੀਗਾ ਕਿ ਆਖਿਰਕਾਰ ਪੰਜਾਬ ਦੇ ਵਿੱਚ ਇਹ ਹਾਲਾਤ ਕਿਉਂ ਬਣੇ, ਪੰਜਾਬ ਦੇ ਜਿਹੜੇ ਕਮਾਊ ਪੁੱਤ ਮਹਿਕਮੇ ਨੇ ਆਖਿਰਕਾਰ ਉਹ ਲੀਹੋਂ ਕਿਉਂ ਲੱਥੇ ਹੋਏ ਨੇ, ਕਿਹਦੀ ਜ਼ਿੰਮੇਵਾਰੀ ਬਣਦੀ ਹੈ, ਕਿਸ ਤਰੀਕੇ ਨਾਲ ਇਹਨਾਂ ਨੂੰ ਲੀਹ ਤੇ ਲਿਆਂਦਾ ਜਾ ਸਕਦਾ। ਤਾਂ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਆਪਣੇ ਤਜਰਬੇ ਦੇ ਨਾਲ ਦੱਸੀਆਂ ਕਿ ਕਿੱਥੇ ਕਿੱਥੇ ਕੁਤਾਹੀਆਂ ਰਹੀਆਂ ਨੇ, ਕਿੱਥੇ ਕਿੱਥੇ ਚੰਗੇ ਕੰਮ ਹੋ ਸਕਦੇ ਨੇ,
ਕਿੱਥੇ-ਕਿੱਥੇ ਅਫਸਰ ਅਤੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਨੂੰ ਤਾਲਮੇਲ ਰੱਖਣਾ ਪਊਗਾ ਤਾਂ ਜੋ ਪੰਜਾਬ ਦੇ ਭਲੇ ਦੇ ਲਈ ਕੰਮ ਕੀਤੇ ਜਾ ਸਕਣ ਤੇ ਖਾਸ ਕਰਕੇ ਡਿਪਾਰਟਮੈਂਟਾਂ ਦੇ ਵਿੱਚ ਜਿਹੜੀ ਕੱਚੀ ਭਰਤੀ ਆ ਉਹਦੀ ਕਿਸ ਤਰੀਕੇ ਨਾਲ ਉਹਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰਨਾ ਹੈਗਾ, ਕਿਸ ਤਰੀਕੇ ਨਾਲ ਉਹਨਾਂ ਨੂੰ ਪੱਕਿਆਂ ਕਰਕੇ ਆਪਣੇ ਨਾਲ ਜੋੜ ਕੇ ਰੱਖਣਾ, ਯੂਥ ਨੂੰ ਖਾਸ ਕਰਕੇ ਨਾਲ ਜੋੜ ਕੇ ਰੱਖਣਾ ਹੈਗਾ ਤੇ ਜਿਹੜੇ ਅਫਸਰ ਲਗਾਏ ਨੇ ਉਹਨਾਂ ਦੀ ਭਰਤੀ ਨੂੰ ਮੁਕੰਮਲ ਕਰਕੇ ਕਿਸ ਤਰੀਕੇ ਨਾਲ ਇਸ ਡਿਪਾਰਟਮੈਂਟ ਦੇ ਜ਼ਰੀਏ ਜ਼ਿਆਦਾ ਤੋਂ ਜ਼ਿਆਦਾ ਖਜ਼ਾਨਾ ਜਿਹੜਾ ਹੈਗਾ ਉਹ ਪੰਜਾਬ ਦੇ ਖਜ਼ਾਨੇ ਦੇ ਵਿੱਚ ਪਾਉਣਾ ਹੈਗਾ। ਤਾਂ ਬਹੁਤ ਸਾਰੀਆਂ ਇਹਨਾਂ ਨੇ ਚੀਜ਼ਾਂ ਦੱਸੀਆਂ ਕਿ ਕਿਸ ਤਰੀਕੇ ਨਾਲ ਅਸੀਂ ਪੰਜਾਬ ਦਾ ਭਲਾ ਕਰ ਸਕਦੇ ਹਾਂ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਬਰੀਕ ਚੀਜ਼ਾਂ ਤੁਹਾਨੂੰ ਵੀ ਪਹਿਲੀ ਵਾਰ ਪਤਾ ਲੱਗੀਆਂ ਹੋਣਗੀਆਂ। ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ, ਆਪਣੀ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਤੁਹਾਡੇ ਤੋਂ ਅੱਗੇ ਲੈਣੀਆਂ। ਬਹੁਤ ਬਹੁਤ ਧੰਨਵਾਦ।